ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਆਫੀਸ਼ੀਅਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ ਦਾ। ਮੇਰਾ ਨਾਮ ਹੈ ਫਨਕਾਰ ਤੇ ਰੇਸ ਅਕੈਡਮੀ ਆਫੀਸ਼ੀਅਲ ਤੇ ਤੁਹਾਡਾ ਸਵਾਗਤ ਹੈ। ਸੋ ਅੱਜ ਆਪਾਂ ਕੰਪਲੀਟ ਐਂਸ਼ੀਐਂਟ ਹਿਸਟਰੀ ਜਿਹੜੀ ਕਿ ਕਰਨ ਜਾ ਰਹੇ ਹਾਂ ਥਰੂ MCQ ਕਰਾਂਗੇ। ਹਾਲਾਂਕਿ ਇਹਦੇ ਪਿੱਛੇ ਇੱਕ ਬਹੁਤ ਸੋਹਣੀ ਜਿਹੀ ਸਟੋਰੀ ਹੈ, ਨਿੱਕੀ ਜਿਹੀ ਸਟੋਰੀ ਹੈ, ਪਰ ਮੈਂ ਦੱਸੂਗਾ ਐਂਡ ਤੇ। ਰਾਈਟ, ਪਹਿਲਾਂ ਆਪਾਂ ਕੁਐਸਚਨ ਨਿਬੇੜੀਏ ਜਿੰਨੇ ਕੁਐਸਚਨ ਹੈਗੇ ਆ ਜਲਦੀ ਤੋਂ ਜਲਦੀ। ਰਾਈਟ, ਸੋ ਕੁਐਸਚਨ ਖਤਮ ਕਰਨ ਤੋਂ ਬਾਅਦ ਤੁਹਾਨੂੰ ਫਿਰ ਮੈਂ ਇੱਕ ਦੱਸੂਗਾ ਚੀਜ਼ ਜਿਹੜੀ ਕਿ ਮੇਰੇ ਨਾਲ ਬੀਤੀ ਆ। ਸੋ ਆਬਵੀਅਸ ਗੱਲ ਹੈ, ਇੱਕ ਹਰ ਇੱਕ ਦੀ ਲਾਈਫ ਦੇ ਵਿੱਚ ਕੁਛ ਨਾ ਕੁਛ ਐਸਾ ਹੋ ਜਾਂਦਾ ਗਾ, ਕੋਈ ਨਾ ਕੋਈ ਈਵੈਂਟ ਐਸਾ ਹੁੰਦਾ ਗਾ ਵੀ ਜਿਹਦੇ ਤੋਂ ਦੁਖੀ ਹੋ ਜਾਂਦਾ, ਪਰ ਫਿਰ ਉਹੀ ਗੱਲ ਆ ਵੀ ਮਿਹਨਤ ਕਰਨੀ ਚਾਹੀਦੀ ਹੈ। ਸੋ ਰੇਸ ਅਕੈਡਮੀ ਆਫੀਸ਼ੀਅਲ ਤੇ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਇਸ ਚੈਨਲ ਤੇ ਪਹਿਲਾਂ ਨਹੀਂ ਹੈਗੇ ਤਾਂ ਭਾਈ ਚੈਨਲ ਤੇ ਆ ਜਾਓ, ਜਿਵੇਂ ਉਹ ਕਹਿੰਦੇ ਹੁੰਦੇ ਵੀ ਸਬਸਕ੍ਰਾਈਬ ਵਗੈਰਾ ਕਰ ਲਓ। ਬਾਕੀ ਉਹੀ ਗੱਲ ਆ ਵੀ ਯਾਰੋ ਆਸੇ-ਪਾਸੇ ਯਾਰਾਂ ਮਿੱਤਰਾਂ ਬੇਲੀਆਂ ਨੂੰ ਦੱਸਿਆ ਕਰੋ, ਕਿਉਂਕਿ ਬਹੁਤ ਸਾਰੇ ਮੈਗਾ ਸੈਸ਼ਨ ਮੇਰੇ ਆਲਰੇਡੀ ਲੱਗੇ ਵੀ ਹੋਏ ਆ। ਹੁਣ ਤੁਹਾਡੇ ਪੇਪਰ ਆ ਗਏ, ਸੋ ਪੇਪਰਾਂ ਦੇ ਕੋਲੇ ਆ ਕੇ ਤੁਹਾਡਾ ਸਾਥ ਦੇਣਾ ਮੇਰਾ ਫਰਜ਼ ਹੈ। ਰਾਈਟ, ਸੋ ਕਹਿਣ ਦਾ ਮਤਲਬ ਮੈਂ ਉਹੀ ਕੁਐਸਚਨ ਕਰਵਾਉਣਾ ਹੁੰਦਾ ਜਿਨ੍ਹਾਂ ਦੇ ਖਾਸ ਕਰ ਪੇਪਰਾਂ ਦੇ ਵਿੱਚ ਆਉਣ ਦੇ ਯਾਨੀ ਜਿਹੜੀ ਹੁੰਦੀ ਹੈ ਸੰਭਾਵਨਾ ਜ਼ਿਆਦਾ ਹੁੰਦੀ ਆ। ਐਂਡ ਇਸ ਤੋਂ ਪਹਿਲਾਂ ਵੀ P++ ਕਲਰਕ ਦਾ ਜਿਹੜਾ ਪੇਪਰ ਹੋਇਆ ਉਹਦੇ ਵਿੱਚ ਵੀ ਐਂਸ਼ੀਐਂਟ ਹਿਸਟਰੀ ਤੋਂ 2 ਜਿਹੜੇ ਕੁਐਸਚਨ ਆਏ ਸੀਗੇ, ਤੇ ਹੁਣ ਹੋਪਫੁਲੀ ਜੇਕਰ ਤੁਹਾਨੂੰ ਦੁਬਾਰਾ ਐਂਸ਼ੀਐਂਟ ਹਿਸਟਰੀ ਦੇ ਵਿੱਚ ਕੁਐਸਚਨ ਮਿਲਣ ਤਾਂ ਆਪਾਂ ਇਹਦੇ ਵਿੱਚ ਕਰਾਂਗੇ ਜ਼ਰੂਰ। ਐਕਸਪਲੇਨੇਸ਼ਨ ਮੈਂ ਤੁਹਾਨੂੰ ਨਾਲ ਕਰਵਾਉਂਦਾ ਰਹੂੰਗਾ ਤਾਂ ਕਿ ਆਪਣਾ ਕੁਐਸਚਨ ਹੋਰ ਵੀ ਚੰਗੀ ਤਰ੍ਹਾਂ ਕਲੀਅਰ ਹੋ ਜੇ ਐਂਡ ਯਾਦ ਹੋ ਜੇ ਐਂਡ ਸੰਭਾਵਨਾ ਵੱਧ ਜਾਵੇ। ਰਾਈਟ, ਸੋ ਕੋਸ਼ਿਸ਼ ਕਰਦੇ ਹਾਂ ਆਪਾਂ। ਸੋ ਰੇਸ ਅਕੈਡਮੀ ਆਫੀਸ਼ੀਅਲ ਤੇ ਤੁਹਾਡਾ ਸਵਾਗਤ ਹੈ। ਕਰਦੇ ਹਾਂ ਸਟਾਰਟ। ਸੋ ਪਹਿਲਾ ਜਿਹੜਾ ਕੁਐਸਚਨ ਤੁਹਾਡੀ ਸਕਰੀਨ ਤੇ ਦੇਖੋ, ਬਹੁਤ ਸੋਹਣਾ ਕਹਿੰਦਾ ਵਿਚ ਅਮੰਗ ਦਾ ਫੋਲੋਇੰਗ ਕ੍ਰੋਨੋਲੋਜੀ ਇਜ਼ ਕਰੈਕਟ ਰਿਗਾਰਡਿੰਗ 4 ਸੰਵਤ, ਯਾਨੀ 4 ਸੰਵਤਾਂ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਯਾਨੀ ਜਿਹੜਾ ਕਾਲਕ੍ਰਮ ਆ ਉਹ ਕਿਹੜਾ ਸਹੀ ਹੈ। ਦੇਖੋ ਪਹਿਲੀ ਗੱਲ ਤਾਂ ਕ੍ਰੋਨੋਲੋਜੀਕਲੀ ਆਪਾਂ ਨੂੰ ਜਿਹੜੇ ਕਾਲਕ੍ਰਮ ਆ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ। ਬੇਸਿਕਲੀ ਹੈ ਕੀ, ਇਹ ਕੈਲੰਡਰ ਹੈ। ਜਿਵੇਂ ਅੱਜ ਆਪਾਂ ਜਿਹੜਾ ਕੈਲੰਡਰ ਫੋਲੋ ਕਰਦੇ ਹਾਂ ਗ੍ਰੈਗੋਰੀਅਨ ਕੈਲੰਡਰ ਹੈ। ਰਾਈਟ, ਸੋ ਹੁਣ ਇਸੇ ਤਰੀਕੇ ਦੇ ਨਾਲ ਜਦੋਂ ਜਿਹੜੇ ਵੀ ਰੂਲਰ ਆਉਂਦੇ ਰਹੇ ਆ ਉਹਨਾਂ ਨੇ ਆਪਣਾ ਕੈਲੰਡਰ ਜਿਹੜਾ ਉਹ ਬਣਾਇਆ। ਜਿਵੇਂ ਵਿਕਰਮ ਸੰਵਤ ਹੋ ਗਿਆ ਹੈ ਨਾ, ਸਾਕਾ ਸੰਵਤ ਹੋ ਗਿਆ, ਹਿਜਰੀ ਹੋ ਗਿਆ ਹੈ ਨਾ। ਸੋ ਬੇਸਿਕਲੀ ਜਿਹੜੇ ਵੀ ਰੂਲਰ ਫੇਮਸ ਰਹੇ ਆ ਉਹਨਾਂ ਨੇ ਆਪਣਾ ਕੈਲੰਡਰ ਜਿਹੜਾ ਬਣਾਇਆ। ਸੋ ਹੁਣ ਦੁਨੀਆ ਜਿਹੜੀ ਫੋਲੋ ਕਰਦੀ ਉਹ ਤਾਂ ਚਲੋ ਅਲੱਗ ਚੀਜ਼ ਹੈ, ਪਰ ਕੁਝ ਕੈਲੰਡਰਾਂ ਦੀ ਜਿਹੜੀਆਂ ਡੇਟਸ ਆ ਉਹ ਕਾਫੀ ਇੰਪੋਰਟੈਂਟ ਆ, ਉਹੀ ਆਪਾਂ ਨੂੰ ਕ੍ਰੋਨੋਲੋਜੀਕਲੀ ਪੁੱਛਿਆ। ਸੋ ਇਹਦੇ ਵਿੱਚ ਆਨਸਰ ਕਿਹੜਾ ਆਊਗਾ ਜੇਕਰ ਇਸ ਅਕੋਰਡਿੰਗ ਆਪਾਂ ਦੇਖੀਏ ਤਾਂ ਇਹਦਾ ਆਨਸਰ ਜਿਹੜਾ ਬਣਦਾ ਜੀ ਉਹ ਬਣਦਾ ਤੀਸਰਾ। ਰਾਈਟ, ਇਸ ਅਕੋਰਡਿੰਗ ਜੇਕਰ ਆਪਾਂ ਦੇਖੀਏ ਤਾਂ ਇਹਦਾ ਆਨਸਰ ਜਿਹੜਾ ਆਊਗਾ ਤੀਸਰਾ ਆਊਗਾ। ਜਿਵੇਂ ਸਾਕਾ, ਫਿਰ ਗੁਪਤਾ, ਫਿਰ ਹਿਜਰੀ, ਫਿਰ ਗ੍ਰੈਗੋਰੀਅਨ। ਰਾਈਟ, ਸੋ ਪਰ ਇਹਨਾਂ ਦੀ ਡੇਟਸ ਇੰਪੋਰਟੈਂਟ ਆ, ਜੇਕਰ ਅਲੱਗ-ਅਲੱਗ ਵੀ ਪੁੱਛ ਲਿਆ ਜਾਵੇ ਸੋ ਯਾਦ ਰੱਖਣਾ। ਜਿਵੇਂ ਆਪਾਂ ਸਾਕਾ ਕੈਲੰਡਰ, ਕਿਉਂਕਿ ਜਿਹੜਾ ਸਾਕਾ ਕੈਲੰਡਰ ਹੈ ਕਨਿਸ਼ਕਾ ਕੁਸ਼ਾਣ ਡਾਇਨੈਸਟੀ ਦਾ ਇੱਕ ਰਾਜਾ ਸੀਗਾ ਉਹਨੇ ਦਿੱਤਾ ਸੀਗਾ। ਕਨਿਸ਼ਕਾ ਗਵਰਨਮੈਂਟ ਆਫ ਇੰਡੀਆ ਇਹਨੂੰ ਅੱਜ ਵੀ ਮੰਨਦੀ ਹੈ। ਸੋ ਜਿਹੜਾ ਇਹ ਸਾਕਾ ਕੈਲੰਡਰ ਹੈ ਇਹ 78 AD ਦੇ ਵਿੱਚ ਸੀਗਾ। ਰਾਈਟ, ਇਸ ਤੋਂ ਬਾਅਦ ਗੁਪਤਾ ਹੋ ਗਿਆ। ਗੁਪਤਾ ਕੈਲੰਡਰ ਜਿਹੜਾ ਭਾਈ ਉਹ 320 AD ਦੇ ਵਿੱਚ ਹੋ ਗਿਆ। ਰਾਈਟ, ਇਸ ਤੋਂ ਬਾਅਦ ਹਿਜਰੀ। ਇਹ ਜਿਹੜਾ ਹਿਜਰੀ ਹੈ ਬੇਸਿਕਲੀ ਜਦੋਂ ਮੁਹੰਮਦ ਆ ਜਿਹੜੇ ਇਸਲਾਮਿਕ ਕੰਟਰੀ ਇਹਨੂੰ ਜ਼ਿਆਦਾ ਮੰਨਦੇ, ਜਿਹੜੇ ਇਸਲਾਮ ਧਰਮ ਦੇ ਵਿੱਚ ਬੇਸਿਕਲੀ ਮੁਹੰਮਦ ਆ ਹੈ ਨਾ, ਪ੍ਰੋਫਿਟ ਮੁਹੰਮਦ ਆ ਜਿਹੜੇ ਉਹ ਮੱਕਾ ਟੂ ਮਦੀਨਾ ਜਦੋਂ ਗਏ ਉਸ ਟਾਈਮ ਪੀਰੀਅਡ ਨੂੰ ਦਰਸਾਇਆ ਗਿਆ। ਰਾਈਟ, ਸੋ ਇਹ ਇਸਲਾਮਿਕ ਕੈਲੰਡਰ ਹੈ ਬੇਸਿਕਲੀ, ਇਹ 622 AD ਦੇ ਵਿੱਚ ਆ। ਰਾਈਟ, ਅਤੇ ਉਸ ਤੋਂ ਬਾਅਦ ਜਿਹੜਾ ਅੱਜ ਹੈ, ਜਿਹੜਾ ਅੱਜ ਦੁਨੀਆ ਫੋਲੋ ਕਰਦੀ ਹੈ, ਰਾਈਟ, ਇਹ 1582 ਦੇ ਵਿੱਚ ਆਇਆ ਸੀ, 1582 ਦੇ ਵਿੱਚ। ਐਂਡ ਇਹਦੀ ਤਾਂ ਡੇਟ ਵੀ ਇੰਪੋਰਟੈਂਟ ਹੈ। ਇਹਦੀ ਡੇਟ ਜਿਹੜੀ ਸੀਗੀ ਜਦੋਂ ਇਹ ਸਾਈਨ ਕੀਤਾ ਗਿਆ ਸੀਗਾ 24 ਫਰਵਰੀ ਨੂੰ। ਰਾਈਟ, ਸੋ ਇਹ ਕਾਫੀ ਇੰਪੋਰਟੈਂਟ ਹੈ। ਸੋ ਇਹਦੀ ਡੇਟ ਵੀ ਯਾਦ ਰੱਖ ਲਿਓ। ਰਾਈਟ, ਸੋ ਜੇਕਰ ਅੱਜ ਪੁੱਛਿਆ ਜਾਵੇ ਸੋ ਪਰ ਹੁਣ ਤੁਸੀਂ ਸੀਕੁਐਂਸ ਦੇ ਵਿੱਚ ਦੇਖ ਹੀ ਰਹੇ ਹੋ ਕਿ ਸਭ ਤੋਂ ਪਹਿਲਾਂ ਓਬਵੀਅਸ ਗੱਲ ਹੈ ਸਾਕਾ ਕੈਲੰਡਰ ਆ ਗਿਆ 78 AD, ਫਿਰ ਗੁਪਤਾ 320 ਦੇ ਅਰਾਊਂਡ ਹੋ ਗਿਆ, 622 ਦੇ ਅਰਾਊਂਡ ਹੋ ਗਿਆ ਹਿਜਰੀ ਜਿਹੜਾ ਕਿ ਇਸਲਾਮਿਕ ਕੈਲੰਡਰ ਹੈ ਜਿਹੜਾ ਅੱਜ ਫੋਲੋ ਕਰਦੇ 1582। ਡੇਟ ਜ਼ਰੂਰ ਯਾਦ ਰੱਖ ਲਿਓ 24 ਫਰਵਰੀ। ਓਕੇ ਹੋ ਗਿਆ ਭਾਈ। ਆਪਾਂ ਅਗਲੇ ਕੁਐਸਚਨ ਤੇ ਆਉਣੇ। ਬਹੁਤ ਸੋਹਣਾ ਕੁਐਸਚਨ ਹੈ, ਕਹਿੰਦਾ ਵਿਚ ਸਟੇਟਮੈਂਟ ਔਨ ਦਾ ਹੜੱਪਨ ਸਿਵਲਾਈਜੇਸ਼ਨ ਇਜ਼ ਕਰੈਕਟ, ਯਾਨੀ ਹੜੱਪਾ ਸੱਭਿਅਤਾ ਤੇ ਕਿਹੜੀ ਇਹਨਾਂ ਦੇ ਵਿੱਚੋਂ ਸਟੇਟਮੈਂਟ ਕਰੈਕਟ ਹੈ। ਦੇਖੋ ਕਹਿੰਦਾ ਹਾਰਸ ਜਿਹੜੇ ਸੈਕਰੀਫਾਈਸ ਹੁੰਦੇ ਸੀਗੇ ਉਸ ਟਾਈਮ ਤੇ, ਇਹ ਸਟੇਟਮੈਂਟ ਕਰੈਕਟ ਹੈ ਜਾਂ ਨਹੀਂ। ਕਾਓ ਕਹਿੰਦਾ ਇਹਨਾਂ ਨੂੰ ਸੈਕਰਡ ਸੀ, ਯਾਨੀ ਕਾਓ ਦੀ ਪੂਜਾ ਕਰਦੇ ਸੀ। ਪਸ਼ੂਪਤੀ ਦੀ ਪੂਜਾ ਕਰਦੇ ਸੀ, ਵੈਨਰੇਟਡ ਬਾਈ ਦੈਮ। ਦ ਕਲਚਰ ਵਾਜ਼ ਨਾਟ ਜਨਰਲੀ ਸਟੈਟਿਕ। ਸੋ ਬੇਸਿਕਲੀ ਜਦੋਂ ਆਪਾਂ ਹੜੱਪਾ ਸਿਵਲਾਈਜੇਸ਼ਨ ਦੀ ਗੱਲ ਕਰਦੇ ਹਾਂ ਤਾਂ ਓਬਵੀਅਸ ਗੱਲ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਗੱਲ ਕਰ ਰਹੇ ਹਾਂ। ਐਂਡ ਜਦੋਂ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਗੱਲ ਕਰਦੇ ਹਾਂ ਤਾਂ ਇਸ ਤੋਂ ਪਹਿਲਾਂ ਆਪਾਂ ਸਟੋਨ ਏਜ ਪੜ੍ਹਦੇ ਹਾਂ। ਐਂਡ ਸਟੋਨ ਏਜ ਦੇ ਵਿੱਚ ਵੀ ਤੁਹਾਨੂੰ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਪੁੱਛੀ ਜਾਂਦੀ ਹੈ ਵੀ ਇਹ ਕਿੰਨੇ ਭਾਗਾਂ ਦੇ ਵਿੱਚ ਸੀਗਾ, ਜਿਹਨੂੰ ਆਪਾਂ ਪੈਲੋਲਿਥਿਕ ਏਜ ਕਹਿ ਦਿੰਦੇ ਹਾਂ। ਰਾਈਟ, ਮੇਸੋਲਿਥਿਕ ਏਜ ਕਹਿ ਦਿੰਦੇ, ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਰਾਈਟ, ਪੈਲੋਲਿਥਿਕ ਏਜ ਜਿਹਨੂੰ ਆਪਾਂ 올ਡ ਸਟੋਨ ਏਜ ਕਹਿੰਦੇ। ਪੈਲੋ ਦਾ ਮਤਲਬ ਹੁੰਦਾ 올ਡ, ਲਿਥਿਕ ਦਾ ਮਤਲਬ ਹੁੰਦਾ ਸਟੋਨ। ਪੈਲੋਲਿਥਿਕ ਏਜ ਹੋ ਗਿਆ। ਮੇਸੋਲਿਥਿਕ, ਮੇਸੋ ਦਾ ਮਤਲਬ ਹੁੰਦਾ ਮਿਡਲ ਤੇ ਲਿਥਿਕ ਦਾ ਮਤਲਬ ਹੋ ਗਿਆ ਸਟੋਨ, ਮਿਡਲ ਸਟੋਨ ਏਜ। ਰਾਈਟ, ਅਤੇ ਫਿਰ ਉਸ ਤੋਂ ਬਾਅਦ ਆਉਂਦੀ ਹੈ ਜੀ ਨਿਊ ਲਿਥਿਕ ਏਜ। ਨਿਊ ਦਾ ਮਤਲਬ ਨਵੀਂ ਹੋ ਗਈ, ਨਿਊ ਸਟੋਨ ਏਜ। ਰਾਈਟ, ਨਿਊ ਲਿਥਿਕ ਏਜ। ਰਾਈਟ, ਸੋ ਇਹ ਕਾਫੀ ਇੰਪੋਰਟੈਂਟ ਹੈ। ਸੋ ਆਪਾਂ
ਪੱਥਰ ਯੁੱਗ ਤੋਂ ਯਾਨੀ ਉਸ ਨੂੰ ਵਧਾਉਂਦੇ ਵਧਾਉਂਦੇ ਨਿਓਲਿਥਿਕ ਤੱਕ ਆਏ ਨੇ। ਇਸ ਤੋਂ ਬਾਅਦ ਇੱਕ ਹੋਰ ਆਉਂਦਾ ਗਾ ਜਿਹਨੂੰ ਆਪਾਂ ਕਹਿੰਦੇ ਚਾਲਕੋਲਿਥਿਕ ਏਜ। ਚਾਲਕੋਲਿਥਿਕ ਏਜ ਦੇ ਵਿੱਚ ਜਿਵੇਂ ਆਹ ਦਾ ਮਤਲਬ ਹੁੰਦਾ ਗਾ ਕਾਪਰ, ਤਾਂ ਸਭ ਤੋਂ ਪਹਿਲਾਂ ਕਿਹੜੀ ਮੈਟਲ ਦੀ ਖੋਜ ਹੋਈ ਸੀ? ਕਾਪਰ, ਰਾਈਟ। ਇਸੇ ਕਰਕੇ ਚਾਲਕੋਲਿਥਿਕ ਜਿਹੜਾ ਹੈਗਾ ਉਸ ਨੂੰ ਚਾਲਕੋਲਿਥਿਕ ਪੀਰੀਅਡ ਆਪਾਂ ਕਹਿੰਦੇ ਆ, ਰਾਈਟ ਹੋ ਗਿਆ। ਫਿਰ ਆਬਵੀਅਸ ਗੱਲ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਜਿਹੜੀ ਹੈਗੀ ਆ ਆਪਾਂ ਨੂੰ ਸੱਭਿਅਤਾ ਸਭ ਤੋਂ ਓਲਡੈਸਟ ਜਿਹੜੀ ਸੱਭਿਅਤਾ ਮਿਲਦੀ ਆ, ਹਾਲਾਂਕਿ ਇਹਦੇ ਟਾਈਮ ਪੀਰੀਅਡ ਤੇ ਮੈਸੋਪੋਟਾਮੀਅਨ, ਇਜਿਪਟ ਸਿਵਲਾਈਜੇਸ਼ਨ ਵੀ, ਚਾਈਨੀਜ਼ ਸਿਵਲਾਈਜੇਸ਼ਨ ਵੀ ਆਪਾਂ ਨੂੰ ਬੇਸਿਕਲੀ ਇਸ ਟਾਈਮ ਦੇ ਡਿਊਰਿੰਗ ਮਿਲਦੀ ਆ, ਕਿਉਂਕਿ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਜਿਹੜਾ ਟ੍ਰੇਡ ਸੀਗਾ ਉਹ ਕਿਹਦੇ ਨਾਲ ਸੀਗਾ? ਮੈਸੋਪੋਟਾਮੀਅਨ ਦੇ ਨਾਲ। ਇਹ ਆਪਾਂ ਨੂੰ ਮੋਹਨਜੋਦਾੜੋ ਜਿਹੜਾ ਹੈਗਾ ਉੱਥੇ ਆਪਾਂ ਨੂੰ ਇਹਦਾ ਪ੍ਰੂਫ ਮਿਲਦਾ ਗਾ। ਮੋਹਨਜੋਦਾੜੋ ਦੇ ਵਿੱਚ ਆਪਾਂ ਨੂੰ ਮੈਸੋਪੋਟਾਮੀਅਨ ਸੀਲਜ਼ ਮਿਲਦੀਆਂ ਗੀਆਂ। ਇਹ ਸੀਲਜ਼ ਟ੍ਰੇਡ ਦਾ ਕੰਮ ਕਰਦੀਆਂ ਸੀ, ਜਿਵੇਂ ਆਪਾਂ ਅੱਜ ਕੱਲ੍ਹ ਪੈਸੇ ਦਿੰਦੇ ਆ ਟ੍ਰੇਡ ਵਗੈਰਾ ਕਰਨ ਵਾਸਤੇ, ਰਾਈਟ। ਸੋ ਮੈਸੋਪੋਟਾਮੀਅਨ ਦੇ ਨਾਲ ਟ੍ਰੇਡ ਹੁੰਦਾ ਸੀ। ਇਹ ਪ੍ਰੂਫ ਆਪਾਂ ਨੂੰ ਕਿੱਥੇ ਮਿਲਦਾ? ਮੋਹਨਜੋਦਾੜੋ ਦੇ ਵਿੱਚ ਮਿਲਦਾ। ਮੋਹਨਜੋਦਾੜੋ ਹ੍ਰਿਤਿਕ ਰੋਸ਼ਨ ਦੀ ਫਿਲਮ ਆਈ ਸੀ, ਤੁਸੀਂ ਦੇਖੀ ਹੋਣੀ ਹੈ, ਰਾਈਟ। ਸੋ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਸਭ ਤੋਂ ਪਹਿਲਾਂ ਜਿਹੜੀ ਖੋਜੀ ਜਾਣ ਵਾਲੀ ਜਿਹੜੀ ਆਪਾਂ ਕਹਿ ਸਕਦੇ ਜਗ੍ਹਾ ਸੀ ਉਹ ਹੜੱਪਾ ਸਿਵਲਾਈਜੇਸ਼ਨ, ਹੜੱਪਾ ਸੀ, ਰਾਈਟ। ਸਭ ਤੋਂ ਪਹਿਲਾਂ ਜਿਹੜੀ ਖੋਜੀ ਜਾਣ ਵਾਲੀ ਕਿਹੜੀ ਜਗ੍ਹਾ ਸੀ? ਹੜੱਪਾ ਸੀਗੀ, ਰਾਈਟ। ਜਿਹੜੀ ਕਿ ਪਾਕਿਸਤਾਨ ਵਿਖੇ ਆ। ਹੜੱਪਾ ਪਹਿਲੀ ਖੋਜੀ ਜਾਣ ਵਾਲੀ ਜਗ੍ਹਾ ਹੋਣ ਕਰਕੇ ਇੰਡਸ ਵੈਲੀ ਸਿਵਲਾਈਜੇਸ਼ਨ ਨੂੰ ਹੀ ਆਪਾਂ ਹੜੱਪਾ ਸਿਵਲਾਈਜੇਸ਼ਨ ਵੀ ਕਹਿੰਦੇ ਆ, ਰਾਈਟ ਹੋ ਗਿਆ। ਸੋ ਇੰਨਾ ਕੁ ਤਾਂ ਮੇਰੇ ਤੁਹਾਡੇ ਸਾਹਮਣੇ ਪੱਲੇ ਪੈ ਗਿਆ ਹੋ, ਰਾਈਟ। ਸੋ ਉਸ ਟਾਈਮ ਤੇ ਅਲੱਗ-ਅਲੱਗ ਚੀਜ਼ਾਂ ਸੀਗੀਆਂ। ਹੁਣ ਉਸ ਟਾਈਮ ਤੇ ਕਿਹੜੇ-ਕਿਹੜੇ ਜਾਨਵਰ ਸੀ, ਇਹ ਕੁਐਸਚਨ ਬਹੁਤ ਵਾਰ ਪੁੱਛੇ ਜਾਂਦੇ ਆ, ਪਰ ਜਿਹੜਾ ਇਸ ਅਕੋਰਡਿੰਗ ਆਨਸਰ ਹੈ ਇਹਦਾ, ਉਸ ਟਾਈਮ ਤੇ ਜਿਹੜਾ ਪੂਜਿਆ ਜਾਂਦਾ ਸੀ ਉਹ ਪਸ਼ੂਪਤੀ ਨੂੰ ਪੂਜਿਆ ਜਾਂਦਾ ਸੀ, ਰਾਈਟ। ਪਸ਼ੂਪਤੀ ਮੇਲ, ਇਹ ਮੇਲ ਡਾਇਟੀ ਸੀ ਬੇਸਿਕਲੀ, ਰਾਈਟ। ਮੇਲ ਡਾਇਟੀ ਸੀ, ਮੇਲ ਡਾਇਟੀ ਦੇ ਵਿੱਚ ਹੋ ਗਿਆ ਪਸ਼ੂਪਤੀ, ਰਾਈਟ। ਇਹਦੀ ਤੁਸੀਂ ਪਿਕਚਰ ਵੀ ਦੇਖਦੇ ਹੋਗੇ, ਇੱਕ ਥਰੋਨ ਤੇ ਬੈਠਾ, ਆਸੇ-ਪਾਸੇ ਸਾਰੇ ਜਾਨਵਰ ਵਗੈਰਾ ਜਿਹੜੇ ਜਿਵੇਂ ਮੰਨਿਆ ਜਾਂਦਾ ਵੀ ਪਸ਼ੂਆਂ ਦਾ ਪਤੀ ਸੀ ਬੇਸਿਕਲੀ, ਰਾਈਟ। ਪਸ਼ੂਪਤੀ ਇਸ ਨੂੰ ਇੱਕ ਤਰੀਕੇ ਦੇ ਨਾਲ ਮੰਨਿਆ ਜਾਂਦਾ ਸੀਗਾ, ਤੇ ਫੀਮੇਲ ਦੇ ਵਿੱਚ ਮੰਨਿਆ ਜਾਂਦਾ ਸੀਗਾ ਮਦਰ ਗੋਡੈਸ ਨੂੰ, ਮਦਰ ਗੋਡੈਸ, ਰਾਈਟ। ਸੋ ਇਹ ਪਸ਼ੂਪਤੀ ਦੀ ਜਿਹੜੀ ਸੀਲ ਹੈ, ਪਸ਼ੂਪਤੀ ਦੀ ਸੀਲ ਕਹਿ ਲਓ ਜਾਂ ਪਸ਼ੂਪਤੀ ਦੀ ਜਿਹੜੀ ਆਪਾਂ ਨੂੰ ਜਿਹੜੀ ਪਿਕਚਰ ਮਿਲਦੀ ਹੈ ਬੇਸਿਕਲੀ, ਜਾਂ ਮਦਰ ਗੋਡੈਸ ਦੀ ਵੀ ਜੇ ਆਪਾਂ ਨੂੰ ਜਿਹੜਾ ਪਿਕਚਰ ਮਿਲਦੀ ਹੈ, ਇਹ ਆਪਾਂ ਨੂੰ ਕਿੱਥੇ ਮਿਲਦੀ ਹੈ? ਇਹ ਮੋਹਨਜੋਦਾੜੋ ਦੇ ਵਿੱਚ ਹੀ ਮਿਲਦੀ ਹੈ, ਮੋਹਨਜੋਦਾੜੋ। ਮੋਹਨਜੋਦਾੜੋ ਵਿੱਚ ਹੋਰ ਬਹੁਤ ਮਸ਼ਹੂਰ ਹੈ, ਜਿਵੇਂ ਇੱਕ ਬ੍ਰੌਂਜ ਜਿਹੜੀ ਡਾਂਸ ਗਰਲ ਹੈ ਬੇਸਿਕਲੀ, ਇਹਦਾ ਵੀ ਆਪਾਂ ਨੂੰ ਇੱਕ ਸਟੈਚੂ ਮਿਲਦਾ ਹੈ, ਰਾਈਟ। ਮੋਹਨਜੋਦਾੜੋ ਦੇ ਵਿੱਚ ਹਾਲਾਂਕਿ ਹੋਰ ਬਹੁਤ ਕੁਛ ਹੈ, ਪਰ ਹਾਂ ਇੱਥੇ ਫਿਲਹਾਲ ਜਿਹੜੀ ਰਾਈਟ ਬਣਦਾ ਗਾ ਉਹ ਪਸ਼ੂਪਤੀ ਵਾਜ਼ ਵੈਨਰੇਟਡ ਬਾਈ ਦੈਮ, ਰਾਈਟ ਹੋ ਗਿਆ। ਇੱਥੇ ਕੱਲਾ ਤੁਸੀਂ ਜਿਹੜਾ ਹੜੱਪਾ ਸਿਵਲਾਈਜੇਸ਼ਨ ਜਾਂ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਕੱਲੀ ਜਿਹੜੀ ਸਾਈਟ ਹੈ ਉਹਦੇ ਬਾਰੇ ਜ਼ਰੂਰ ਤੁਸੀਂ ਚਾਨਣਾ ਪਾਉਣਾ। ਜਿਵੇਂ ਤੁਹਾਨੂੰ ਮੈਂ ਥੋੜਾ ਬਹੁਤ ਚਰਚਾ ਕਰ ਵੀ ਦਿੰਦਾ, ਇੱਥੇ ਚਲੋ ਜਗ੍ਹਾ ਘੱਟ ਹੈ, ਤਾਂ ਜਿਵੇਂ ਹੜੱਪਾ ਸਿਵਲਾਈਜੇਸ਼ਨ ਦੀ ਆਪਾਂ ਜੇਕਰ ਗੱਲਬਾਤ ਕਰ ਰਹੇ ਹਾਂ, ਤਾਂ ਹੜੱਪਾ ਸਿਵਲਾਈਜੇਸ਼ਨ ਦੀ ਆਪਾਂ ਜਦੋਂ ਗੱਲ ਕਰਾਂਗੇ ਤਾਂ ਆਬਵੀਅਸ ਗੱਲ ਹੈ, ਇੱਕ ਮਿੰਟ, ਤਾਂ ਹੜੱਪਾ ਦੀ ਜਦੋਂ ਆਪਾਂ ਗੱਲ ਕਰਦੇ ਤਾਂ ਹੜੱਪਾ ਕਿਹੜੀ ਰਿਵਰ ਦੇ ਕੰਢੇ ਹੈ? ਰਾਵੀ। ਸੋ ਇਹਨੂੰ ਯਾਦ ਰੱਖਣਾ, ਹਰਾਵੀ, ਰਾਈਟ। HR ਤੋਂ ਵੀ ਯਾਦ ਰੱਖ ਸਕਦੇ ਹੋ। ਸੋ ਰਾਵੀ ਕੰਢੇ ਸੀਗੀ, ਰਾਈਟ। ਜਿਵੇਂ ਆਪਾਂ ਇਸ ਤੋਂ ਬਾਅਦ ਗੱਲ ਕਰੀਏ ਮੋਹਨਜੋਦਾੜੋ ਦੀ, ਸੋ ਮੋਹਨਜੋਦਾੜੋ ਆ ਜਿਹੜਾ ਇਹ ਹੁੰਦਾ ਸੀਗਾ ਇੰਡਸ ਰਿਵਰ ਕੋਲੇ, ਰਾਈਟ। ਇੰਡਸ ਰਿਵਰ ਕੋਲੇ, ਰਾਈਟ। ਸੋ ਇਹ ਕਾਫੀ ਇੰਪੋਰਟੈਂਟ, ਇਹਨੂੰ ਮਾਊਂਡ ਆਫ ਡੈਡ ਵੀ ਕਿਹਾ ਜਾਂਦਾ। ਕਿਉਂ? ਕਿਉਂਕਿ ਇੱਥੇ ਆਪਾਂ ਨੂੰ ਬਹੁਤ ਸਾਰੀਆਂ ਖੋਪੜੀਆਂ ਮਿਲੀਆਂ ਸੀ, ਬਹੁਤ ਸਾਰੇ ਆਪਾਂ ਨੂੰ ਕੰਕਾਲ ਮਿਲੇ ਸੀ, ਇਸੇ ਕਰਕੇ ਇਸ ਨੂੰ ਮਾਊਂਡ ਆਫ ਡੈਡ ਵੀ ਕਿਹਾ ਜਾਂਦਾ, ਮਾਊਂਡ ਆਫ ਡੈਡ, ਰਾਈਟ। ਮਾਊਂਡ ਆਫ ਡੈਡ, ਠੀਕ ਹੋ ਗਿਆ। ਇਸ ਨੂੰ ਨਖਲਿਸਤਾਨ ਵੀ ਕਿਹਾ ਜਾਂਦਾ ਹੈ, ਨਖਲਿਸਤਾਨ, ਨਖਲਿਸਤਾਨ। ਸੋ ਇਹ ਯਾਦ ਰੱਖਣਾ ਕਾਫੀ ਇੰਪੋਰਟੈਂਟ ਹੈ, ਨਖਲਿਸਤਾਨ, ਰਾਈਟ। ਇਹਨੂੰ ਕਿਹਾ ਜਾਂਦਾ ਮੋਹਨਜੋਦਾੜੋ, ਰਾਈਟ ਹੋ ਗਿਆ। ਇਸ ਤੋਂ ਬਾਅਦ ਆ ਗਿਆ ਚਨਹੂਦਾਰੋ, ਚਨਹੂਦਾਰੋ, ਅੱਛਾ ਇਹ ਵੀ ਪਾਕਿਸਤਾਨ ਦੇ ਵਿੱਚ, ਆਬਵੀਅਸ ਗੱਲ ਹੈ ਇਹ ਵੀ ਪਾਕਿਸਤਾਨ ਦੇ ਵਿੱਚ ਹੈ, ਐਂਡ ਚਨਹੂਦਾਰੋ ਵੀ ਪਾਕਿਸਤਾਨ ਦੇ ਵਿੱਚ ਹੈ, ਕਿਉਂਕਿ ਇਹ ਵੀ ਇੰਡਸ ਰਿਵਰ ਦੇ ਕੰਢੇ ਹੈ। ਚਨਹੂਦਾਰੋ ਜ਼ਰੂਰ ਯਾਦ ਰੱਖਣੀ ਹੈ, ਕਾਫੀ ਇੰਪੋਰਟੈਂਟ ਹੈ ਚਨਹੂਦਾਰੋ, ਰਾਈਟ ਹੋ ਗਿਆ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲਬਾਤ ਕਰੀਏ ਲੋਥਲ, ਇਹ ਆਪਣੇ ਇੰਡੀਆ ਦੇ ਵਿੱਚ ਆ ਗਿਆ, ਜਿਹੜਾ ਕਿ ਗੁਜਰਾਤ ਦੇ ਵਿੱਚ ਹੈ, ਰਾਈਟ। ਐਂਡ ਇਹ ਕਿਹੜੀ ਰਿਵਰ ਦੇ ਕੰਢੇ ਆ? ਬੁਗਾਵਾ, ਰਾਈਟ। ਸੋ ਇਹ ਯਾਦ ਰੱਖ ਲਿਓ। ਇਸ ਤੋਂ ਬਾਅਦ ਕਾਲੀਬੰਗਾ ਆ ਗਈ, ਕਾਲੀਬੰਗਾ। ਹੁਣ ਇਹ ਕਾਲੀਬੰਗਾ ਕਿਉਂ ਆ? ਕਿਉਂਕਿ ਇੱਥੇ ਜਿਹੜੀ ਆਪਣੇ ਚੂੜੀਆਂ ਹੁੰਦੀਆਂ ਉਹਨਾਂ ਦੀ ਮਾਰਕੀਟ ਸੀ, ਕਾਲੀ ਬੈਂਗਣ, ਰਾਈਟ। ਇਸ ਕਰਕੇ ਬਲੈਕ ਬੈਂਗਲ ਦੇ ਨਾਮ ਤੇ ਮਸ਼ਹੂਰ ਹੈ, ਇਸੇ ਕਰਕੇ ਇਹਦਾ ਨਾਮ ਕਾਲੀਬੰਗਾ ਪਿਆ, ਰਾਈਟ। ਇਹ ਕਿੱਥੇ ਆ? ਰਾਜਸਥਾਨ, ਇਹ ਕਿੱਥੇ ਆ? ਰਾਜਸਥਾਨ। ਸੋ ਇਹ ਯਾਦ ਰੱਖ ਲਿਓ, ਰਾਜਸਥਾਨ ਤੇ ਰਿਵਰ ਕਿਹੜੀ ਹੈ ਭਾਈ? ਘੱਗਰ, ਰਾਈਟ ਹੋ ਗਿਆ। ਇਸ ਤੋਂ ਬਾਅਦ ਹਰਿਆਣਾ ਦੇ ਵਿੱਚ ਧੌਲਾਵੀਰਾ, ਹਰਿਆਣਾ ਦੇ ਵਿੱਚ ਧੌਲਾਵੀਰਾ ਜਿਹੜੀ ਕਿ ਲੂਨੀ ਰਿਵਰ ਦੇ ਕੰਢੇ ਹੈ, ਸੌਰੀ ਗੁਜਰਾਤ, ਰਾਈਟ। ਸੋ ਤੁਸੀਂ ਜਿਹੜਾ ਹੈਗਾ ਯਾਦ ਰੱਖ ਸਕਦੇ ਹੋ। ਅੱਛਾ ਜੇਕਰ ਇਸ ਤੋਂ ਬਾਅਦ ਸਭ ਤੋਂ ਵੱਡੀ ਸਾਈਟ ਦੀ ਗੱਲ ਕਰੀਏ, ਹੁਣ ਤੱਕ ਦੀ ਸਭ ਤੋਂ ਵੱਡੀ ਸਾਈਟ ਹੈ ਜਿਹੜੀ, ਉਹ ਹੈਗੀ ਜੀ ਰਾਖੀ ਗੜ੍ਹੀ। ਰਾਖੀ ਗੜ੍ਹੀ ਕਿੱਥੇ ਆਪਣਾ? ਰਾਖੀ ਗੜ੍ਹੀ ਹੈਗੀ ਹਰਿਆਣਾ ਦੇ ਵਿੱਚ, ਰਾਈਟ। ਜਿਹੜੀ ਕਿ ਲਾਰਜੈਸਟ
ਸਾਈਟ ਹੈ। ਇਹ ਯਾਦ ਰੱਖ ਸਕਦੇ ਹੋ, ਸਭ ਕਾਫੀ ਇੰਪੋਰਟੈਂਟ ਹੈ। ਸੋ ਆ ਨਖਲਿਸਤਾਨ ਜ਼ਰੂਰ ਯਾਦ ਰੱਖ ਲੈਣਾ, ਕਾਫੀ ਇੰਪੋਰਟੈਂਟ ਹੈ। ਹਰਿਆਣਾ ਦੇ ਵਿੱਚ ਹੀ ਇੱਕ ਹੋਰ ਹੈ ਜਿਹਨੂੰ ਆਪਾਂ ਬਨਾਵਲੀ ਕਹਿੰਦੇ ਆ, ਰਾਈਟ। ਧੌਲਾਵੀਰ ਹੈ ਗੁਜਰਾਤ ਦੇ ਵਿੱਚ ਹੈ, ਇੱਥੇ ਲਿਖ ਵੀ ਲਿਓ ਭਾਵੇਂ, ਰਾਈਟ। ਸੋ ਬਨਾਵਲੀ ਹੈ ਜਿਹੜੀ, ਇਹ ਵੀ ਕਿੱਥੇ ਹੈ, ਇਹ ਵੀ ਗੁਜਰਾਤ ਸੌਰੀ ਹਰਿਆਣਾ। ਪਰ ਹਰਿਆਣਾ ਦੇ ਵਿੱਚ ਸਭ ਤੋਂ ਜਿਹੜੀ ਆਪਾਂ ਨੂੰ ਪੂਰੇ ਇੰਡੀਆ ਦੇ ਵਿੱਚ ਕਹਿ ਲਓ ਜਾਂ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਸਭ ਤੋਂ ਵੱਡੀ ਸਾਈਟ ਹੈ ਜਿਹੜੀ, ਉਹ ਕਿਹੜੀ ਆ, ਰਾਖੀਗੜ੍ਹੀ। ਸੋ ਇਹ ਯਾਦ ਰੱਖ ਸਕਦੇ ਹੋ, ਕਾਫੀ ਇੰਪੋਰਟੈਂਟ ਹੈ। ਠੀਕ ਹੋ ਗਿਆ ਭਾਈ। ਸੋ ਇਹਨਾਂ ਦੀ ਰਿਵਰ ਜੋ ਨੇੜੇ ਤੇੜੇ ਇਹਨਾਂ ਦੀ ਰਿਵਰਸ ਹੈ ਉਹਨਾਂ ਬਾਰੇ ਤੁਸੀਂ ਜ਼ਰੂਰ ਚਾਨਣਾ ਪਾਉਣਾ, ਰਾਈਟ ਹੋ ਗਈ। ਹੁਣ ਇਸ ਤੋਂ ਇਲਾਵਾ ਗੱਲ ਕਰਦੇ ਹਾਂ। ਇਸ ਤੋਂ ਇਲਾਵਾ ਇਹ ਹੈ ਕਿ ਜਿਵੇਂ ਆਪਾਂ ਹੁਣ ਗੱਲ ਕੀਤੀ ਹੈ ਇਸ ਤੋਂ ਪਹਿਲਾਂ, ਜਿਵੇਂ ਆਪਾਂ ਹਾਰਸ ਸੈਕਰੀਫਾਈਸ ਦੀ ਗੱਲ ਕੀਤੀ, ਹੁਣ ਹਾਰਸ ਬਾਰੇ ਜਾਣਕਾਰੀ ਕੀ ਆਪਾਂ ਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਵਿੱਚ ਮਿਲਦੀ ਹੈ, ਨਹੀਂ ਮਿਲਦੀ। ਪਰ ਹਾਂ, ਦੋ ਸਾਈਟਸ ਹੈ ਜਿੱਥੇ ਆਪਾਂ ਨੂੰ ਹਾਰਸ ਬਾਰੇ ਥੋੜੀ ਬਹੁਤ ਜਾਣਕਾਰੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਪੂਰੀ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਮੰਨਿਆ ਗਿਆ ਵੀ ਹਾਰਸ ਬਾਰੇ ਇਹਨਾਂ ਨੂੰ ਜਾਣਕਾਰੀ ਨਹੀਂ ਸੀ, ਪਰ ਫਿਰ ਵੀ ਕਿਤੇ ਨਾ ਕਿਤੇ ਆਪਾਂ ਨੂੰ ਹਾਰਸ ਦੇ ਰਿਮੇਨਸ ਮਿਲਦੇ ਆ। ਹਾਰਸ ਦੇ ਜਿਹੜੇ ਆਪਾਂ ਨੂੰ ਰਿਮੇਨਸ ਮਿਲਦੇ, ਯਾਨੀ ਹਾਰਸ ਦੇ ਜਿਹੜੇ ਬਚੇ ਖੁਚੇ ਆ ਕੰਕਾਲ ਵਗੈਰਾ, ਉਹਨਾਂ ਨੂੰ ਆਪਾਂ ਜਿਹੜੇ ਹਾਰਸ ਰਿਮੇਨਸ ਬੇਸਿਕਲੀ ਮਿਲਦੇ ਆ, ਉਹ ਕਿੱਥੇ ਮਿਲਦੇ ਆ, ਸਰਕੋਟਾਡਾ। ਸਰਕੋਟਾਡਾ ਦੇ ਵਿੱਚ ਆਪਾਂ ਨੂੰ ਬੇਸਿਕਲੀ ਹਾਰਸ ਦੇ ਰਿਮੇਨਸ ਮਿਲਦੇ ਆ। ਤੇ ਹਾਰਸ ਦਾ ਇੱਕ ਟੈਰਾਕੋਟਾ ਦੇ ਵਿੱਚ ਸਟੈਚੂ ਮਿਲਦਾ ਆਪਾਂ ਨੂੰ, ਰਾਈਟ। ਟੈਰਾਕੋਟਾ ਦੇ ਵਿੱਚ ਇੱਕ ਬੇਸਿਕਲੀ ਸਟੈਚੂ ਟਾਈਪ ਮਿਲਦਾਗਾ, ਪਿਕਚਰ ਮਿਲਦੀ ਆ ਆਪਾਂ ਨੂੰ, ਉਹ ਯਾਨੀ ਫਿਗਰ ਮਿਲਦੀ ਆ ਆਪਾਂ ਨੂੰ ਹਾਰਸ ਦੀ। ਉਹ ਕਿੱਥੇ ਮਿਲਦੀ ਹੈ, ਉਹ ਲੋਥਲ ਦੇ ਵਿੱਚ ਮਿਲਦੀ ਹੈ। ਸੋ ਇਹ ਵੀ ਯਾਦ ਰੱਖਿਓ ਕਿ ਲੋਥਲ ਦੇ ਵਿੱਚ ਆਪਾਂ ਨੂੰ ਜਿਹੜੀ ਹੈਗੀ ਹਾਰਸ ਦੀ ਫਿਗਰ ਮਿਲਦੀ ਹੈ, ਰਾਈਟ। ਪਰ ਇਹ ਮੰਨਿਆ ਗਿਆ ਵੀ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਪੂਰੀ ਤਰ੍ਹਾਂ ਹਾਰਸ ਨੂੰ ਯਾਨੀ ਨੈਗਲੈਕਟ ਕਰਕੇ ਚੱਲਦੇ ਆ, ਵੀ ਇਹਨਾਂ ਨੂੰ ਇਸ ਜਾਨਵਰ ਬਾਰੇ ਨਹੀਂ ਪਤਾ ਸੀ। ਪਰ ਫਿਰ ਵੀ ਇੱਕ ਸਾਈਟ ਜਿਹੜੀ ਹੈਗੀ ਜਿੱਥੇ ਆਪਾਂ ਨੂੰ ਹਾਰਸ ਦੇ ਰਿਮੇਨਸ ਮਿਲਦੇ ਆ, ਤੇ ਇਹੀ ਮੰਨਿਆ ਜਾਂਦਾ ਵੀ ਜਿਹੜੀ ਫਿਗਰ ਇੱਥੋਂ ਸਰਕੋਟਾੜਾ ਦੇ ਵਿੱਚੋਂ ਹੀ ਆਈ ਹੈ ਲੋਥਲ ਦੇ ਵਿੱਚ। ਜਿਵੇਂ ਟ੍ਰੇਡ ਵਗੈਰਾ ਹੁੰਦਾ ਨਾ, ਤਾਂ ਇੱਥੋਂ ਹੀ ਜਿਹੜੀ ਇਹ ਪਿਕਚਰ ਹੈ ਹਾਰਸ ਫਿਗਰ ਹੈ, ਹੋ ਸਕਦਾ ਇੱਥੇ ਹੀ ਬਣੀ ਹੋਵੇ ਤੇ ਇਹ ਇਹਨਾਂ ਕੋਲੇ ਪਹੁੰਚ ਗਈ ਹੋਵੇ ਟ੍ਰੇਡ ਵਗੈਰਾ ਕਰਕੇ। ਪਰ ਹੋਰ ਕਿਤੇ ਵੀ ਆਪਾਂ ਨੂੰ ਹਾਰਸ ਦਾ ਕੋਈ ਵੀ ਰਿਮੇਨ ਯਾਨੀ ਜਾਂ ਹਾਰਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲਦੀ, ਰਾਈਟ ਹੋ ਗਿਆ। ਯਾਦ ਰੱਖ ਸਕਦੇ ਹੋ। ਅੱਛਾ, ਕਿਹੜੇ ਕਿਹੜੇ ਜਾਨਵਰ ਸੀ ਜਿਨ੍ਹਾਂ ਬਾਰੇ ਇਹਨਾਂ ਨੂੰ ਜਾਣਕਾਰੀ ਸੀ? ਜਿਵੇਂ ਸ਼ੀਪ ਹੋ ਗਿਆ, ਬੱਕਰੀ ਹੋ ਗਈ, ਗੋਟ ਹੋ ਗਈ, ਰਾਈਟ ਹੈ। ਜਾਂ ਜਿਹੜਾ ਹੰਪਡ ਬੁੱਲ, ਇਹ ਬਹੁਤ ਮਸ਼ਹੂਰ ਹੈ ਹੰਪਡ ਬੁੱਲ, ਰਾਈਟ। ਜਿਹਦੇ ਹੰਪ ਜਿਹਾ ਹੁੰਦਾ ਤੇ ਬਿਨਾ ਹੰਪ ਤੋਂ ਵੀ ਹੁੰਦੇ ਆ ਇੱਕ, ਉਹਨਾਂ ਨੂੰ ਆਪਾਂ ਹੰਪਲੈਸ ਕਹਿੰਦੇ ਆ, ਹੰਪਲੈਸ ਬੁੱਲ, ਰਾਈਟ ਹੋ ਗਿਆ। ਬਾਕੀ ਡੌਗ ਹੋ ਗਿਆ। ਅੱਛਾ, ਸਭ ਤੋਂ ਪਹਿਲਾਂ ਕਿਹੜਾ ਜਾਨਵਰ ਸੀ, ਸਭ ਤੋਂ ਪਹਿਲਾਂ ਕਿਹੜਾ ਜਾਨਵਰ ਸੀ? ਆਪਾਂ ਇਹ ਹਾਲਾਂਕਿ ਨਿਓਲਿਥਿਕ ਏਜ ਦੇ ਵਿੱਚ ਪੜ੍ਹਦੇ ਹਾਂ, ਜਿਹੜੀ ਨਵਾਂ ਪੱਥਰ ਯੁੱਗ ਆਇਆ ਸੀ, ਤਾਂ ਆਪਾਂ ਬੇਸਿਕਲੀ ਡੋਮੈਸਟਿਕ ਐਨੀਮਲਸ ਵਗੈਰਾ ਆਪਣੇ ਘਰੇਲੂ ਰੱਖਣ ਲੱਗੇ ਸੀ। ਸਭ ਤੋਂ ਪਹਿਲਾਂ ਪਾਲਤੂ ਜਾਨਵਰ ਕਿਹੜਾ ਆਪਾਂ ਰੱਖਿਆ ਸੀ? ਕੁੱਤਾ ਰੱਖਿਆ ਸੀ, ਰਾਈਟ। ਸੋ ਡੌਗ ਬਾਰੇ ਜਾਣਕਾਰੀ ਸੀਗੀ ਭਾਈ, ਕੈਟ ਬਾਰੇ ਜਾਣਕਾਰੀ ਸੀਗੀ ਭਾਈ, ਬਫੈਲੋ ਬਾਰੇ ਜਾਣਕਾਰੀ ਸੀਗੀ ਭਾਈ, ਡੀਅਰ ਬਾਰੇ ਜਾਣਕਾਰੀ ਸੀਗੀ, ਟਾਰਟੋਇਜ਼, ਰਾਈਟ, ਇਹਦੇ ਬਾਰੇ ਜਾਣਕਾਰੀ ਸੀਗੀ, ਐਲੀਫੈਂਟ ਬਾਰੇ ਜਾਣਕਾਰੀ ਸੀਗੀ, ਰਾਈਟ, ਕੈਮਲ ਬਾਰੇ ਜਾਣਕਾਰੀ ਸੀਗੀ। ਸੋ ਇਹ ਕਾਫੀ ਇੰਪੋਰਟੈਂਟ ਆ। ਅੱਛਾ, ਵੈਦਿਕ ਕਲਚਰ ਦੇ ਵਿੱਚ ਜਦੋਂ ਆਪਾਂ ਪੜਾਂਗੇ, ਵੈਦਿਕ ਕਲਚਰ ਦੇ ਵਿੱਚ ਕੈਮਲ ਤੇ ਕੈਟ ਬਾਰੇ ਜਾਣਕਾਰੀ ਨਹੀਂ ਮਿਲਦੀ ਆਪਾਂ। ਇੰਡਸ ਵੈਲੀ ਸਿਵਲਾਈਜੇਸ਼ਨ ਜਦੋਂ ਖਤਮ ਹੋ ਜਾਂਦੀ ਆ, ਉਹਦੇ ਖਤਮ ਹੋਣ ਦੇ ਕਾਰਨ ਭਾਵੇਂ ਕੋਈ ਵੀ ਸੀ, ਪਰ ਉਦੋਂ ਬਾਅਦ ਆਪਾਂ ਕਹਿੰਦੇ ਨਾ ਵੀ ਆਰੀਅਨਸ ਨੇ ਇਨਵੇਡ ਕੀਤਾ, ਆਰੀਅਨ ਆਏ ਤੇ ਉਸ ਤੋਂ ਬਾਅਦ ਫਿਰ ਆਪਾਂ ਕਹਿੰਦੇ ਆ ਕਿ ਭਾਈ ਓਬਵੀਅਸ ਗੱਲ ਹੈ ਵੀ ਆਰੀਅਨ ਨੇ ਜਦੋਂ ਇਨਵੇਡ ਕੀਤਾ ਤੇ ਇੰਡਸ ਵੈਲੀ ਸਿਵਲਾਈਜੇਸ਼ਨ ਤਾਂ ਖਤਮ ਹੋ ਗਈ, ਤਾਂ ਵੈਦਿਕ ਕਲਚਰ ਆਇਆ। ਵੈਦਿਕ ਕਲਚਰ ਜਿਹਦੇ ਵਿੱਚ ਆਪਾਂ ਰਿਗਵੇਦ, ਸਾਮਵੇਦ, ਯਜੁਰਵੇਦ, ਹੈ ਨਾ, ਅਥਰਵਵੇਦ ਬਾਰੇ ਪੜ੍ਹਦੇ ਹਾਂ। ਸੋ ਅਰਲੀ ਵੈਦਿਕ ਪੀਰੀਅਡ ਜਿਹੜਾ ਸੀਗਾ, ਜਿਹਦੇ ਵਿੱਚ ਰਿਗਵੇਦ ਲਿਖਿਆ ਗਿਆ, ਕੰਪਾਈਲ ਕੀਤਾ ਗਿਆ, ਉਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਵੀ ਕੈਮਲ ਤੇ ਕੈਟ ਬਾਰੇ ਇਹਨਾਂ ਨੂੰ ਨਹੀਂ ਪਤਾ ਸੀ। ਪਰ ਇਸ ਤੋਂ ਪਹਿਲਾਂ ਜਿਹੜਾ ਇੰਡਸ ਵੈਲੀ ਸਿਵਲਾਈਜੇਸ਼ਨ ਸੀ, ਉਹਦੇ ਵਿੱਚ ਆਪਾਂ ਨੂੰ ਕੈਮਲ ਤੇ ਕੈਟ ਬਾਰੇ ਜਾਣਕਾਰੀ ਮਿਲਦੀ ਹੈ, ਰਾਈਟ। ਸੋ ਇਹਨਾਂ ਜਾਨਵਰਾਂ ਦੇ ਵਿੱਚੋਂ ਕੁਝ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਰਾਈਟ। ਅੱਛਾ, ਉਵੇਂ ਹੀ ਫਿਰ ਮੈਂ ਇੱਥੇ ਨਾਲ ਹੀ ਐਡ ਕਰ ਦਿੰਦਾ ਟਾਈਗਰ। ਟਾਈਗਰ ਬਾਰੇ ਵੀ ਜਾਣਕਾਰੀ ਵੈਦਿਕ ਕਲਚਰ ਦੇ ਵਿੱਚ ਨਹੀਂ ਸੀ, ਪਰ ਉਸ ਤੋਂ ਪਹਿਲਾਂ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਟਾਈਗਰ ਦੀ ਜਾਣਕਾਰੀ ਆਪਾਂ ਨੂੰ ਮਿਲਦੀ ਹੈ, ਰਾਈਟ। ਯਾਨੀ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਬਾਰੇ ਪੜ੍ਹ ਰਹੇ, ਇੱਥੇ ਤੱਕ ਕੈਮਲ ਕੈਟ ਟਾਈਗਰ ਬਾਰੇ ਪਤਾ ਹੈ, ਪਰ ਵੈਦਿਕ ਕਲਚਰ ਦੇ ਵਿੱਚ ਆਪਾਂ ਨੂੰ ਕੈਮਲ ਕੈਟ ਟਾਈਗਰ ਬਾਰੇ ਨਹੀਂ ਪਤਾ ਲੱਗਦਾ। ਇੱਕ ਹੋਰ ਐਕਸੈਪਸ਼ਨ ਹੈ ਜਿਹੜਾ ਕਿ ਲਾਇਨ। ਲਾਇਨ ਦਾ ਆਪਾਂ ਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਆਪਾਂ ਨੂੰ ਨਹੀਂ ਜ਼ਿਕਰ ਮਿਲਦਾ। ਯਾਨੀ ਟਾਈਗਰ ਬਾਰੇ ਤਾਂ ਪਤਾ, ਪਰ ਲਾਇਨ ਬਾਰੇ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਨਹੀਂ ਪਤਾ। ਪਰ ਵੈਦਿਕ ਕਲਚਰ ਦੇ ਵਿੱਚ ਲਾਇਨ ਬਾਰੇ ਪਤਾ ਹੈ, ਹਾਲਾਂਕਿ ਟਾਈਗਰ ਬਾਰੇ ਨਹੀਂ ਪਤਾ, ਉੱਥੇ ਉਲਟ ਹੋ ਗਿਆ, ਹੈ ਨਾ। ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਟਾਈਗਰ ਬਾਰੇ ਪਤਾ, ਲਾਇਨ ਬਾਰੇ ਨਹੀਂ ਪਤਾ। ਪਰ ਇਸ ਤੋਂ ਬਾਅਦ ਜਿਹੜਾ ਵੈਦਿਕ ਕਲਚਰ ਆਉਂਦਾ, ਉਹਦੇ ਵਿੱਚ ਟਾਈਗਰ ਬਾਰੇ ਨਹੀਂ ਪਤਾ, ਲਾਇਨ ਬਾਰੇ ਪਤਾ ਹੈ, ਰਾਈਟ। ਸੋ ਥੋੜਾ ਬਹੁਤ ਫਰਕ ਹੈ, ਹਾਲਾਂਕਿ ਬੜਾ ਔਖਾ ਹੁੰਦਾ ਯਾਦ ਕਰਨਾ, ਪਰ ਉਹੀ ਗੱਲ ਹੈ ਵੀ ਜਦੋਂ ਥੋੜਾ ਜਿਹਾ ਆਪਾਂ ਰਿਪੀਟ ਕਰਦੇ ਹਾਂ ਫਿਰ ਯਾਦ ਹੋਣ ਦੇ ਚਾਂਸ ਬਣ ਜਾਂਦੇ ਆ, ਹੈ ਨਾ। ਇੱਥੋਂ ਕੁਐਸਚਨ ਪੁੱਛੇ ਜਾਂਦੇ ਆ, ਇਸ ਕਰਕੇ ਮੈਂ ਦੱਸ ਰਿਹਾ, ਰਾਈਟ। ਘੋੜਿਆਂ ਬਾਰੇ ਜਾਣਕਾਰੀ ਵੈਦਿਕ ਕਲਚਰ ਦੇ ਵਿੱਚ ਆਪਾਂ ਨੂੰ ਮਿਲਦੀ ਹੈ,
पर इंडस वैली सिविलाइजेशन ਦੇ ਵਿੱਚ ਘੋੜਿਆਂ ਦੀ ਜਾਣਕਾਰੀ ਆਪਾਂ ਨੂੰ ਨਹੀਂ ਮਿਲਦੀ। ਹਾਲਾਂਕਿ ਹਾਰਸ ਰਿਮੇਨਸ यानी ਉਹਨਾਂ ਦਾ ਕੰਕਾਲ ਵਗੈਰਾ ਆਪਾਂ ਨੂੰ ਸੁਰਕੁਟਾੜਾ ਦੇ ਵਿੱਚ ਮਿਲਦਾ ਤੇ ਲੋਥਲ ਦੇ ਵਿੱਚ ਆਪਾਂ ਨੂੰ ਹਾਰਸ ਦੀ ਫਿਗਰ ਵੀ ਮਿਲਦੀ ਹੈ। ਉਹ ਸਮਝ ਲੱਗੀ ਪਈ। ਸੋ ਇਹ ਸਾਰਾ ਮੈਂ ਤਾਮਝਾਮ ਤੁਹਾਨੂੰ ਦੱਸਤਾ, ਮੇਰੇ ਹਿਸਾਬ ਨਾਲ ਤੁਹਾਡੇ ਪੱਲੇ ਪੈ ਗਿਆ ਹੁਣ। ਰਾਈਟ ਹੋ ਗਿਆ। ਆਪਾਂ ਇਸ ਤੋਂ ਗਾਹਾਂ ਵਾਲੇ ਸੈਸ਼ਨ ਦੇ ਵਿੱਚ ਆਉਣੇ ਭਾਈ, यानी गਾਹਾਂ वाले क्वेश्चन ਦੇ ਵਿੱਚ। अगला, द होम ऑफ गार्गी मैत्री एंड कपिला वाज एट। अच्छा, वैदिक कल्चर ਦੇ ਵਿੱਚ ਆਪਾਂ वैदिक कल्चर ਨੂੰ ਵੀ ਦੋ ਹਿੱਸਿਆਂ ਵਿੱਚ ਵੰਡ ਦਿੰਦੇ ਆ। वैदिक कल्चर ਨੂੰ ਜਦੋਂ ਆਪਾਂ ਦੋ ਹਿੱਸਿਆਂ ਵਿੱਚ ਵੰਡਦੇ ਆ ਤਾਂ वैदिक कल्चर ਨੂੰ ਆਪਾਂ ਦੋ ਹਿੱਸਿਆਂ ਵਿੱਚ ਵੰਡ ਕੇ ਕੀ ਕਹਿੰਦੇ ਆ, ਇੱਕ ਤਾਂ अर्ली वैदिक कल्चर ਆ ਗਿਆ। अर्ली वैदिक कल्चर ਦੇ ਵਿੱਚ ਹੁੰਦਾ ਜੀ ਰਿਗਵੇਦ। अर्ली वैदिक कल्चर ਦੇ ਵਿੱਚ ਰਿਗਵੇਦ ਹੁੰਦਾ ਤੇ ਫਿਰ ਇੱਕ ਆਉਂਦਾ ਗਾ ਲੇਟਰ वैदिक कल्चर। ਤੇ ਲੇਟਰ ਵੈਦਿਕ ਕਲਚਰ ਦੇ ਵਿੱਚ ਬਾਕੀ ਤਿੰਨੇ ਆ ਜਾਂਦੇ, ਜਿਨ੍ਹਾਂ ਨੂੰ ਆਪਾਂ ਸਾਮਵੇਦ ਕਹਿ ਦਿੰਦੇ ਆ, ਯਜੁਰਵੇਦ ਕਹਿ ਦਿੰਦੇ ਆ, ਰਾਈਟ, ਤੇ ਜਾਂ ਫਿਰ ਅਥਰਵਵੇਦ ਕਹਿ ਦਿੰਦੇ ਆ, ਜਿਹਦੇ ਵਿੱਚ ਬਾਕੀ ਤਿੰਨ ਵੇਦ ਬਣੇ। ਸਭ ਤੋਂ ਪੁਰਾਣਾ ਵੇਦ ਕਿਹੜਾ ਕਿ ਰਿਗਵੇਦ ਆ। ਐਂਡ ਜਿਹੜਾ ਕਾਸਟ ਸਿਸਟਮ ਆਪਾਂ ਪੜ੍ਹਦੇ ਆ, ਜਿਹਨੂੰ ਵਰਨਾ ਕਲਚਰ ਕਹਿੰਦੇ ਆ, ਵਰਨਾ ਸਿਸਟਮ ਕਹਿੰਦੇ ਆ, ਉਹ ਅਰਲੀ ਵੈਦਿਕ ਕਲਚਰ ਦੇ ਵਿੱਚ ਹੀ ਆ ਗਿਆ ਸੀ। ਹੁਣ ਵਰਨਾ ਸਿਸਟਮ ਕੀ ਹੈ? ਵਰਨਾ ਸਿਸਟਮ ਸੀਗਾ ਇੱਕ ਜਿਹਨੂੰ ਆਪਾਂ ਕਹਿ ਦਿੰਦੇ ਵੀ ਚਾਰ ਹਿੱਸਿਆਂ ਦੇ ਵਿੱਚ ਇੱਕ ਤਰ੍ਹਾਂ ਦੀ ਕਾਸਟ ਸਿਸਟਮ ਬਣ ਗਈ, ਰਾਈਟ ਹੈ, ਜਿਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬ੍ਰਾਹਮਣਾਂ ਦੀ, ਰਾਈਟ, ਬ੍ਰਾਹਮਣਸ ਹੋ ਗਏ, ਰਾਈਟ। ਦੂਸਰਾ ਹੋ ਗਿਆ ਤੁਹਾਡਾ ਓਬਵੀਅਸ ਗੱਲ ਹੈ ਕਸ਼ਤਰੀ ਆ। ਕਸ਼ਤਰੀ ਕਿਹੜੇ ਸੀਗੇ? ਜਿਹੜੇ ਰੂਲਰ ਵਗੈਰਾ ਹੁੰਦੇ ਸੀ, ਕਿੰਗ ਵਗੈਰਾ ਹੁੰਦੇ ਸੀ। ਤੀਸਰਾ ਜਿਹਨਾਂ ਨੂੰ ਆਪਾਂ ਕਹਿੰਦੇ ਸੀ ਵੈਸ਼ਿਆ। ਇਹ ਵੈਸ਼ਿਆ ਦਾ ਕੰਮ ਕੀ ਸੀਗਾ? ਪੈਸਾ ਵਗੈਰਾ, ਫਾਈਨਾਂਸ ਵਗੈਰਾ ਇੱਧਰ ਉੱਧਰ ਕਰਨਾ। ਮਰਚੈਂਟਸ ਹੁੰਦੇ ਸੀ ਬੇਸਿਕਲੀ, ਤੇ ਸ਼ੂਦਰ ਹੁੰਦੇ ਸੀ ਬੇਸਿਕਲੀ ਲੇਬਰ ਕਲਾਸ, ਰਾਈਟ। ਪਰ ਜਦੋਂ अर्ਲੀ ਵੈਦਿਕ ਪੀਰੀਅਡ ਸੀਗਾ ਉਸ ਟਾਈਮ ਤੇ, ਜਦੋਂ ਰਿਗਵੇਦ ਬਣਿਆ ਬੇਸਿਕਲੀ, अर्ਲੀ ਵੈਦਿਕ ਪੀਰੀਅਡ ਜਦੋਂ ਬਣਿਆਗਾ ਉਸ ਟਾਈਮ ਤੇ ਇਹ ਜਿਹੜਾ ਵਰਨਾ ਸਿਸਟਮ ਬਣਿਆ ਇਹ ਬਾਈ ਪ੍ਰੋਫੈਸ਼ਨ ਬਣਿਆ ਸੀ। ਕਾਸਟ ਸਿਸਟਮ ਨਹੀਂ ਸੀਗਾ, ਊਚ ਨੀਚ ਨਹੀਂ ਸੀ ਜਿਵੇਂ ਆਪਾਂ ਅੱਜ ਕੱਲ੍ਹ ਕਰਦੇ ਨਾ ਵੀ ਉਸ ਤਾਂ ਜੱਟ ਆ ਜੀ, ਇਸ ਤਾਂ ਬਾਹਮਣ ਆ ਜੀ, ਉਸ ਤਾਂ ਫਲਾਨਾ ਤੋਂ ਜੋ ਵੀ ਹੈ, ਰਾਈਟ, ਅਸੀਂ ਬਾਣੀਏ ਆ ਜਾਂ ਜੋ ਵੀ। ਕਹਿਣ ਦਾ ਮਤਲਬ ਜਿਵੇਂ ਆਪਾਂ ਇਹ ਤਾਂ ਜਿਵੇਂ ਕਹਿ ਲਓ ਵੀ ਇਹ ਤਾਂ SC ਆ ਜੀ, BC ਆ ਜੀ, ਰਾਈਟ। ਹਾਲਾਂਕਿ ਅੱਜ ਕੱਲ੍ਹ ਤਾਂ ਫਿਰ ਵੀ ਸਟੇਟਸ ਹੈ, ਰਾਈਟ, यानी ਅੱਜ ਕੱਲ੍ਹ ਉਵੇਂ ਊਚ ਨੀਚ ਦਾ ਹੁਣ ਥੋੜ੍ਹਾ ਬਹੁਤ ਓਬਵੀਅਸ ਗੱਲ ਆ। ਹੁਣ ਸਰਕਾਰਾਂ ਬਹੁਤ ਸਖਤ ਆ, ਜਾਂ ਇਹ ਕਹਿ ਲਓ ਵੀ ਆਪਾਂ ਕੌਂਸਟੀਟਿਊਸ਼ਨ ਦੇ ਆਧਾਰ ਤੇ ਚੱਲਦੇ ਹਾਂ, ਤਾਂ ਅੱਜ ਕੱਲ੍ਹ ਸਾਰਾ ਕੁਝ ਓਬਵੀਅਸ ਗੱਲ ਹੈ ਫੰਡਾਮੈਂਟਲ ਰਾਈਟ ਦੇ ਵਿੱਚ ਪਾਇਆ ਗਿਆ, ਆਪਣੇ ਅਧਿਕਾਰ ਆ, ਰਾਈਟ। ਸੋ ਇਕੁਐਲਿਟੀ ਦੀ ਆਪਾਂ ਗੱਲਬਾਤ ਕਰਦੇ ਹਾਂ। ਪਰ ਉਸ ਟਾਈਮ ਤੇ ਜਿਹੜਾ ਵਰਨਾ ਸਿਸਟਮ ਜਿਹੜਾ ਸੀਗਾ ਇਹ ਬਣਾਇਆ ਗਿਆ ਸੀ, ਇਹ ਪਹਿਲਾਂ ਸਹੀ ਸੀ, ਮਤਲਬ ਪਹਿਲਾਂ ਇਹਦੇ ਵਿੱਚ ਕੋਈ त्रुटि नहीं सी, यानी ये पहला बाय प्रोफैशन बनाया गया सी कि आह जो चार बंदे वंडे गए आ ये प्रोफैशनली वंडे गए सी भी इन्हों का प्रोफैशन के तौर पर जिवें आपां कहने भी इन्हों का लक्कड़ां का काम है, इन्हों का लोहे का काम है, इन्हों का है ना यानी कि कह लो भी किसी भी रिलेटेड काम है राइट, अलग अलग तरीके दे नाल जिवें ब्राह्मणां दा जिहड़ा बेसिकली हुंदा सीगा वो वेदां नूं पढ़ना या उन्होंने समझाउणा लोकां तक टीचिंग्स वगैरह पढ़ाउणियां, क्षत्रियां दा काम हुंदा सी रूल करना भी कोई बाहरों आके अपने ते हमला ना कर ले, वैश्या दा फाइनांस मर्चेंट्स वगैरह ट्रेडर वगैरह जिहड़े हुंदे सीगे, शूद्र दा लेबर जिहड़ी क्लास सीगी यानी लेबर वगैरह, पर एक दूसरे दे नाल इन्हां दा वितकरा नहीं सी। पर हाँ जो लेटर वैदिक पीरियड आया जिहदे विच सामवेद बनिया, यजुर्वेद बनिया, अथर्ववेद बनिया राइट, इसे करके आपां गलबात करदे कि अथर्ववेद दे विच जादू टूणे आ गई राइट, जां आपां सामवेद दे विच म्यूजिक आ गया, हालांकि सामवेद भी थोड़ा बहुत अर्ली वैदिक पीरियड दे नाल मिल जांदा क्योंकि सामवेद दे विच तां म्यूजिक की गलबात की गई जिहदे विच आपां गायत्री मंत्र का कंपोज करते हैं, हालांकि गायत्री मंत्र लिखिया इहदे विच गया पर गाया सामवेद दे विच जांदा क्योंकि कंपोजिंग उहदे विच है। फिर यजुर्वेद दे विच सैक्रीफाइसिस आ जांदे है ना, सैक्रीफाइसिस का मतलब की है कि भाई जो तुसीं आह चीज़ पाउणी है तो आह सैक्रीफाइस करो, घोड़ियां दा दान, गधियां दा दान, खोतियां दा दान, यानी कहने का मतलब हालांकि घोड़ियां दा दान किया जाता सी जिन्होंने अश्वमेध कहने आपां, ये तो मैं गधियां दे दान एवं कहता, घोड़ियां दा दान बेसिकली हुंदा सी, या बहुत सारी होर चीज़ों का दान वगैरह सैक्रीफाइस किया जाता सी जंगलों के जाके है ना, भुख मरी जाए कह लो भी भुखे रहना इन्ने दिन, जिवें अजकल आप कहने ना भी भाई ऐ करूँगा तो मेरा आह काम हो जाए, आप सैक्रीफाइस करते कई चीज़ों को, सो वो यजुर्वेद दे विच ही वो पखंडवाद बेसिकली आए राइट। सो आप कह सकते हैं कि ऋग्वेदिक पीरियड है जिहड़ा जां अर्ली वैदिक पीरियड है। हुण तुसीं कहोगे स्टोरी क्यों सुनाई है ना, गल तो इत्थे गार्गी मैत्री ते कपिला दी है, ये स्टोरी इस करके सुना रहे क्योंकि अर्ली वैदिक पीरियड इन्ना ज़्यादा वधिया सी कि इत्थे औरतां दा जिहड़ा जानी कह लो भी जिहड़ी पोजीशन सीगी औरतां दी ओह काफ़ी ज़्यादा वधिया सी, ते औरतां दी पोजीशन वधिया होण करके आपां नूं अर्ली वैदिक पीरियड यानी ऋग्वेद दे विच ही आपां नूं कई फीमेल फिलोसफर है जिन्हां दी आपां नूं जानकारी या उन्हां दी जिहड़ियां बाणियां उन्हां दी हेम्स आ जिहड़ियां उन्हां दी आपां नूं जानकारी मिलदी है राइट। ओह किहड़ियां फीमेल सीगियां, गार्गी होगी, मैत्री होगी ते कपिला होगी, होर बहुत सारियां राइट। सो यह बेसिकली वैदिक कल्चर दे विच फीमेल फिलोसफरस है जिथों आपां नूं जानकारी मिलती है भी इन्हां दी गल्लां बातां या इन्हां दी जिहड़ियां बाणियां उन्हां नूं वेद दे विच ऐड किया गया, इहदा मतलब औरतां दी पोजीशन वाकई ही उस टाइम ते वधिया सी। फिर बाद दे विच लेटर वैदिक पीरियड दे विच ऑब्वियस गल औरतां दी जिहड़ी हैगी दुर्दशा यानी ऑब्वियस गल हुंदी रही, यानी कि जिहड़ा पोजीशन उन्हां दी थल्ले हुंदी रही, ते आही जिहड़ा प्रोफैशन वाइज कास्ट सिस्टम बनिया सीगा ये ऑब्वियस गल है, यह कास्ट सिस्टम फिर
ऑब्वियस गल है, जिमें क्लासिस के तौर पर वंडिया गया भी असी उच्चे हैं, ब्राह्मण उच्चे हो गए, क्षत्रिय उदों नीचे, सब तो निचली क्लास शूद्र नूं कहण लग गए, ऊच नीच आ गई। इसे करके बाद दे विच बुद्धिज्म ते जैनिज्म बनते हैं, वो समझ लग गई भाई। सो गार्गी मैत्री जिहड़े कपिल आ, ये आपां नूं पुछया भी इन्हां दा होम की सी, बेसिकली इन्हां दा होम जिहड़ा सीगा जी मिथिला सी, सही है। सो ये मिथिला कित्थे आ भावें, ये बिहार दे विच आ, सो याद रखना। एंड ये बिहार की एक जगह जित हुण क्यों, क्योंकि एक ऑब्वियस गल है, जिवें आपां गलबात कहने हैं ना कि कैलीफोर्निया ऑफ पंजाब, हुण उहदा कारण कोई भी होवे, भावें ये आपां कैलीफोर्निया ऑफ पंजाब कहते हैं, जिवें आपां मैनचेस्टर ऑफ पंजाब की गल करते हैं, जां आपां जिवें की कहते होंदे सिट्रस फ्रूट, सिट्रस सिटी है ना, सिट्रस फ्रूट की जिहड़ी सिटी आ है ना, कपड़ा की सिटी आ है ना, जां नर्सरी ऑफ फुटबॉल, नर्सरी ऑफ हॉकी आप पढ़ते हैं ना, बेसिकली उस टाइम पर जो फिलोसफी वाला जो रिलेटेड सीगा भी जो ये सारा कुछ लिखा जाता सी, तो वो एक एरिया पर्टिकुलर बन जाता भी जितों दी सीगियां, राइट, फीमेल जड़ियाँ बेसिकली। सो मिथिला दी सीगियां, बिहार उत्थे कल्चरल के तौर पर बहुत ज़्यादा वो वधिया फैलिया होया सी, फिलोसफिकल टीचिंग वगैरह उत्थे काफ़ी होंदियां सी, राइट। सो मिथिला इज़ द राइट आंसर। गार्गी मैत्रेय एंड कपिला आपां नूं जेकर पुछया जाए तो वो समझ लगी भाई, ठीक है ना, बहुत सोहना समझ लग रही हो मेरे हिसाब से। पहला तीर्थंकर जैनियां का कौन से, जिमें तुहानूं मैं दस्सिया कि आप सब तो पहले जो ओल्ड स्टोन एज पढ़ते हैं, फिर ओल्ड स्टोन तो बाद मीसोलिथिक आउंदी है, न्यू लिथिक आउंदी है, फिर इंडस वैली सिविलाइजेशन आउंदी है, फिर आरेंज का हमला हुंदा गा, आरेंज के हमले तो बाद इंडस वैली सिविलाइजेशन ऑब्वियस गल है जी आपां नूं खत्म होंदी। इंडस वैली सिविलाइजेशन का तो खैर खत्म होने के बहुत सारे कारण, आरेंज भी है, जो भी मन्निया जाता भी इंडस रिवर का फ्लो आ जिहड़ा चेंज हो गया सी, हड़ आ गए सी, सोका पै गया सी, कुछ भी कह सकते हो, बहुत सारे कारण है, राइट। आरेंज आउंदे, फिर वैदिक कल्चर की जिहड़ी स्टार्टिंग होंदी है, वैदिक कल्चर के फिर आके ऑब्वियस गल आप अर्ली वैदिक पीरियड पढ़ते हैं, लेटर वैदिक पीरियड पढ़ते हैं, जिहदे लेटर वैदिक पीरियड के आप देखते हैं बहुत सारे पखंडवाद आ जाते हैं, कास्ट सिस्टम बन जाता, लोग अक जाते हैं, ब्राह्मणिकल सैक्टर बहुत ज़्यादा प्रोमीनेंट होंदा गा, सुप्रीम होंदा गा, इस करके लोग अक के बुद्धिज्म ते जैनिज्म वाल वधदे आ। सो जैनिज्म दे विच जे बुद्धिज्म ते जैनिज्म दे विचों पहला पूछा जाए, हालांकि दोनों इक्को टाइम ते ही उभरे आ, पर फिर भी जैनिज्म थोड़ा जिहा बुद्धिज्म तो पहला आया, ये मन्निया जा सकता, पर हालांकि ये कोई वो नहीं हैगा, है ना। सो ਜਿਹੜਾ फस्ट तीर्थंकर, ਹੁਣ जैनिज्म ਦੇ ਵਿੱਚ तीर्थंकर ਦਾ मतलब ਜਿਹੜੇ टीचर यानी कि ਜਿਹੜੇ ਇਹਨਾਂ ਦੇ ऑब्वियस ਗੱਲ ਹੈ फॉलोअर्स ਰਹੇ ਆ, यानी जो ਇਹਨਾਂ ਨੂੰ ਚਲਾਇਆ ਜਿਨ੍ਹਾਂ ਨੇ जैनिज्म ਨੂੰ। सो ਇਹਨਾਂ ਦੇ ਜਿਹੜੇ तीर्थंकर ਸੀਗੇ ਭਾਈ ਉਹ ਕਿੰਨੇ ਸੀਗੇ, 24 ਸੀ, राइट। सो पहला तीर्थंकर, दूसरा तीर्थंकर, 23वां ਤੇ 24वां, ये याद रखने, ये इंपॉर्टेंट बनते हैं। हालांकि ये 22वें का भी जिक्र है, थोड़ा बहुत तो मैं दसूँगा भी उसका जिक्र आप थोड़ा बहुत क्यों करते हैं, हालांकि थ्योरी के नहीं आता, पर जो क्वेश्चन आ जाता उदों मैं थोड़ी बहुत ये बारे जानकारी दे देना, राइट। सो सब तो पहला जेकर आप गल करिए तो सब तो पहला आता जी ऋषभनाथ, ऋषभनाथ, राइट, ऋषभनाथ, राइट। अच्छा एक चीज़ होर है कि जो आप तीर्थंकरां की गल करते हैं, इन्हों के ना साइन सीगे, जिवें आप सिंबल गल करते हैं, जिवें फॉर एग्जाम्पल जिवें मैं आपदे आप नाल ला देना वन मैन आर्मी, वन मैन आर्मी का मतलब की है कि जो भी काम मैं करदा लगभग मैं ही करदा, राइट, यानी पेपर बनाने मैं, स्लाइड्स बनानियां मैं, राइट। सो बेसिकली उन्होंने कहने का मकसद मतलब की है कि हाँ ये सारा तैयार मेरे द्वारा किया जाता, एक मैं आपदे आप साइन देता, राइट। उस तरीके दे नाल जिहड़े पहला तीर्थंकर होंदे सी, वो आपदे आप साइन दिंदे होंदे सी, जिवें आपां ऑब्वियस गल आ महावीर की भी गल करांगे भी उन्हां दा साइन की सीगा। सो इस साइन तो क्वेश्चन बहुत बारी पूछे जाते हैं। सो जिहड़ा पहला तीर्थंकर सीगा उहदा नाम सीगा ऋषभ, ते इहदा जिहड़ा साइन सीगा जी ओह सीगा बुल, याद रख सकते हो। इस तो बाद जिहड़ा दूसरा सीगा जी उहदा नाम सीगा अजीतनाथ, अजीतनाथ, ते इन्हां दा जिहड़ा साइन सीगा जी ओह सीगा एलीफेंट, एलीफेंट, राइट हो गया, ये याद रख लोगे। इस तो बाद जिहड़ा 23वां आ गया, इहदा देखो आह पहला गा, राइट, आह दूसरा गा, आपां 23-24 की गल करांगे। फिर आ गया जी पार्श्वनाथ, पार्श्वनाथ जिहड़ा कि 23वां, राइट। इन्हां दा जिहड़ा हुंदा सीगा ओह हुंदा सी सरपेंट, ये सरपेंट का मतलब स्नेक, राइट हो गया। तो महावीर जिहड़े 24वें तीर्थंकर ते लास्ट तीर्थंकर सीगे, राइट, महावीर, ते भाई महावीर आ जिहड़ा ओह उन्हां दा सीगा जिहड़ा ओह सीगा लायन, राइट। ये पहली गल तो साइन ही याद रखने। सो पहली गल तो आपां नूं फस्ट तीर्थंकर पूछेगा, सो फस्ट तीर्थंकर ऋषभ आ गया, यानी ऋषभनाथ, राइट, जिन्हां दा साइन हैगा बुल। पहला तो आंसर सीधा सीधा अपना हो गया, आंसर तो याद हो गया होना, राइट। हुण जिहड़ा अरिस्टानेमी है ਇਹਦਾ ਜ਼ਿਕਰ भी आउंदा गा, अरिस्टानेमी ये है 22 देखो पार्श्वनाथ भी तुहानूं पता लग गया, अजीतनाथ भी पता लग गया, अजीतनाथ दूसरा, पार्श्वनाथ 23वां, राइट। पर जिहड़ा अरिस्टानेमी आ ये है 22वें तीर्थंकर, राइट। हुण 22वें तीर्थंकर की गल क्यों हुंदी आ, उहदा कारण की है कि जिहड़ा पहला, राइट, पहले का नाम की है ऋषभ, राइट, पहले का नाम की है बेसिकली ऋषभ, तो जिहड़ा 22वां यानी कि जिन्हां दा नाम आ जी
है ना, जिन्हों का नाम है अरिस्टा नेमी, राइट। पहले तो 22वें का नाम जिक्र आपां नूं रिगवेद दे विच मिलता है। पुछया जाता होंदा भी जैन तीर्थंकर किहड़े आ जिन्हां दा रिगवेद दे विच मैंशन है, राइट। सो किहड़े किहड़े भाई, पहला ते 22वां, ये दो तीर्थंकरां दा नाम रिगवेद दे विच आपां नूं मिलदा है, राइट। रिगवेद दे विच तो बहुत सारे स्टैटिक क्वेश्चन पूछे जाते हैं। मैं नाल जो मैनूं लगदा भी इंपॉर्टेंट है मैं टाइम तो दसदा रहूँगा, ज़्यादा खिलारा नहीं पाउंदा, राइट। सो पहला ऋषभ हो गया, 22वां है ना नेमी, यानी इन्हों याद रख लियो। सो ये रिगवेद दे विच आपां नूं इन्हां दा जिक्र मिलदा है, राइट। बाकी साइन जरूर याद रख लेने, राइट। जिवें कि आपां बुल की गल की, एलीफेंट पहले 2 हो गए, फिर ऋषभ का हो गया जिहड़ा ऑबवियस गल है, ऋषभ का तो चलो आप कर ही लिया, पार्श्वनाथ का जिहड़ा है स्नेक है, महावीर का लायन हो गया, राइट। सो ये याद रख लो। हालांकि इन्हों का भी याद रखना रख लो, 22वें का एक शैल होंदा ना जिहड़ा शंख होंदा बेसिकली, वो इन्हों का वो सीगा जिन्हों आप शैल कह दें, अरिस्टा नेमी का जिहड़ा सीगा उहनूं शैल कह दें, कॉन्ट शैल, शैल कह लो, कॉन्ट शैल कह लो, राइट। सो यह साइन जिहड़ा सीगा 22वें तीर्थंकर का सी। सो याद रख लो। हालांकि पहला, दूसरा, 23वां, 24वां जरूर याद रखना, पर एक क्वेश्चन दे विच 22वां भी आया होया, सो इस करके थोड़ा बहुत जिक्र आपां उन्हां दा भी कर लिया, ठीक हो गया। इस तो बाद आप अगले क्वेश्चन ते आउणे आ, तां कहंदा जी हू स्टार्टड द साका एरा विच इज स्टिल यूज्ड बाय गवर्नमेंट ऑफ इंडिया। देखो बहुत सिंपल जी गल है, आप सब तो पहला ही पढ़िया सीगा कि साका कैलेंडर सीगा, फिर गुप्ता कैलेंडर बारे पढ़िया, हिजरी कैलेंडर सीगा, फिर ग्रेगोरियन कैलेंडर सीगा। जिहड़ा कि साका कैलेंडर सीगा वो 78 AD दे विच आया सीगा, राइट, 78 AD दे विच सीगा। एंड उस तो बाद गुप्ता जिहड़ा सीगा वो 320 AD दे विच सीगा। जिहड़ा हिजरी जिन्हों इस्लामिक कैलेंडर कहने वो 622 AD दे विच सीगा, ते 1582 दे विच जिहड़ा कैलेंडर सीगा उहनूं आपां की कहने ग्रेगोरियन कैलेंडर, ते 24 फरवरी डेट भी तुहानूं मैं याद करवाई सी, राइट हो गया। सो साका कैलेंडर जिहड़ा गवर्नमेंट ऑफ इंडिया द्वारा हजे भी मानता प्राप्त है। सो ये उदों ही दसता सी मैं, एक कुशाण डायनेस्टी का फेमस रूलर सीगा जिहड़ा नाम सीगा कनिष्का, राइट। सो कनिष्का यानी साका ऑबवियस गल है, जिहड़ा साका कैलेंडर सीगा इसनूं लैके आया सी। सो ये तुसीं याद रख सकते हो, राइट। हुण कनिष्का की जो आप गलबात करते तो कुशाण डायनेस्टी की आप गलबात जरूर करते हैं। हुण जिहड़ी कुशाण डायनेस्टी सीगी, कुशाण दी भी एक पहला डायनेस्टी आई सीगी, हालांकि वो इन्नी ज़्यादा पॉपुलर नहीं हुई, जिन्हों आप फस्ट कुशाण डायनेस्टी कह दें। जिहड़ी कनिष्का वाली सीगी वो सैकंड कुशाण डायनेस्टी सी। हालांकि फस्ट कुशाण डायनेस्टी बारे कदे पढ़िया भी नहीं जाता, पर फिर भी तुहानूं मैं थोड़ा बहुत जिक्र दस देना कि जेकर कदे भी पेपर दे विच लिखा जी कि फस्ट कुशाण डायनेस्टी फाउंडड बाय, जे इन्ना ही क्वेश्चन पूछ लिया जाए तो पहली जिहड़ी कुशाण डायनेस्टी सीगी वो किहदे द्वारा जिहड़ी फाउंड की गई सी, उहदा नाम सीगा जी कड़फिसिस, राइट। थोड़ी जी प्रोनाउंसिएशन इधर उधर हो सकती है, कड़फिसिस याद रख लो, पर यह बहुत ही ज़्यादा पॉपुलर नहीं हुई। कड़फिसिस ये पहला सीगा, कड़फिसिस दूजा ही इहदा एक रूलर होर सीगा, उस तो बाद समाप्त हो जाती है। कुशाण डायनेस्टी इत्थे यानी कि बहुत ही ज़्यादा पॉपुलर नहीं होंदी, इस करके है हो सकता तुसीं इसनूं ना पढ़िया होवे, पर जिहड़ी फेमस होंदी है कनिष्का वाली होंदी है, वो आपां हालांकि कल्ली कुशाण डायनेस्टी दे नाल भी डिनोट कर दिंदे, पर उहनूं किते किते सैकंड कुशाण डायनेस्टी भी लिखिया हुंदा, सैकंड कुशाण डायनेस्टी भी लिखिया हुंदा ते एंड इहदा फेमस ते फाउंडर जिहड़ा हैगा जी उहदा नाम की आ कनिष्का, राइट। हुण पॉपुलर बहुत ज़्यादा हो गया। मौर्यन अंपायर भी इस तो पहले टप चुक्या, राइट। तो मौर्यन अंपायर का राजा सीगा अशोका। सो इस करके इन्ना मशहूर हो गया सी कनिष्का, इसे करके इसनूं सैकंड अशोका भी कहा जाता है, इसनूं सैकंड अशोका भी कहा जाता है। सो ये याद रख सकते हो, काफ़ी इंपॉर्टेंट चीज़ां, राइट। हुण कनिष्का की जो आप गलबात कर ही ली तो कनिष्का के टाइम ते इहदी कैपिटल बारे बहुत जिक्र हुंदा गा। सो इहदी जिहड़ी कैपिटल सीगी, कैपिटल का नाम सीगा जी पेशावर, कैपिटल सीगी पेशावर। सो ये याद रख सकते हो भाई पेशावर, राइट, कैपिटल सीगी पेशावर, ठीक है। हुण कनिष्का का जिक्र बुद्धिज्म के नाल रिलेटेड भी आउंदा गा। बुद्धिज्म के नाल रिलेटेड किवें आउंदा, क्योंकि ना बुद्धिज्म जिहड़ा 2 सैक्टरां दे विच वंडिया गया सी। जेकर बुद्धिज्म की आपां गलबात करिए तो बुद्धिज्म जिहड़ा वो 2 सैक्टरां दे विच वंडिया जांदा है। 2 सैक्टर किहड़े-किहड़े सीगे, एक तो हिनयाना सैक्टर सीगा, हिनयाना जिन्होंने लैसर वहीकल कहा जाता, ये बारे चलो हुण जिक्र इत्थे की करना गा ना। तो एक सीगा महायाना, महायाना, महायाना नूं आपां ग्रेटर सर्कल कहने आ, ग्रेटर सर्कल। इसदा कारण की है, बेसिकली लैसर वहीकल या ग्रेटर वहीकल का मतलब की है, या सर्कल भी कह दें। हालांकि इहनूं बहुत घट रह गए, इहनूं बहुत ज़्यादा मनण वाले हो गए, राइट। हिनयाना सैक्टर बेसिकली की सीगा, जिहड़ा कि बुद्धा नूं एक तरह का इंसान मानता सी, भी एक इंसान सी बहुत चंगा, जिन्हें बहुत सोहनी सोहनी टीचिंग दित्तियां ते उहदी टीचिंग नूं आपां फॉलो करना है, एक प्रैक्टिकल चीज़। पर जिहड़े महायाना वाले सीगे उन्होंने महा यानी जिहड़ा बुद्धा सीगा बेसिकली उसनूं
ਐਂ कहता ਵੀ ਉਹ ਤਾਂ ਰੱਬ ਸੀ, ਰਾਈਟ। ਜਿਵੇਂ ਆਪਾਂ ਬਹੁਤ ਸਿੰਪਲ ਜੀ ਗੱਲ ਆ, ਕਈ ਗੁਰੂ ਨਾਨਕ ਦੇਵ ਜੀ ਨੂੰ ਸਾਇੰਟਿਸਟ ਕਹਿੰਦੇ ਆ ਵੀ ਬੰਦਾ ਸਾਇੰਟਿਸਟ ਸੀ, ਬਹੁਤ ਜ਼ਿਆਦਾ ਨੌਲੇਜ ਦੇ ਕੇ ਗਿਆ, ਤੇ ਉਹਨਾਂ ਤੇ ਹਜੇ ਵੀ ਤੁਸੀਂ ਐਡੇ ਵੱਡੇ ਵੱਡੇ ਲਾਇਬ੍ਰੇਰੀਆਂ ਜਿਹੜੇ ਕਿ ਗੁਰੂ ਨਾਨਕ ਦੇਵ ਜੀ ਕਹਿ ਕੇ ਗਏ, ਉਹਨਾਂ ਤੇ ਹਜੇ ਵੀ ਖੋਜਾਂ ਹੋ ਰਹੀਆਂ, ਰਾਈਟ। ਕਈ ਗੁਰੂ ਨਾਨਕ ਦੇਵ ਜੀ ਨੂੰ ਰੱਬ ਮੰਨਦੇ ਆ ਵੀ ਗੁਰੂ ਨਾਨਕ ਦੇਵ ਜੀ ਨੂੰ ਇੱਕ ਤਰੀਕੇ ਦੇ ਨਾਲ, ਜਿਵੇਂ ਆਪਾਂ ਕਹਿ ਲਓ ਵੀ ਓਬਵੀਅਸ ਗੱਲ ਆ, ਹੈ ਨਾ, ਤੁਸੀਂ ਹੁਣ ਸਮਝ ਹੀ ਰਹੇ ਹੋ ਮੈਂ ਜੋ ਕਹਿਣਾ ਚਾਹਣਾਗਾ, ਰਾਈਟ। ਇੱਕ ਇਨਸਾਨ ਮੰਨਦੇ, ਇੱਕ ਪ੍ਰੈਕਟੀਕਲ, ਇੱਕ ਥੋੜਾ ਜਿਹਾ ਕਹਿ ਲਓ ਵੀ ਓਬਵੀਅਸ ਗੱਲ ਆ, ਜਿਹਨੂੰ ਆਪਾਂ ਮਾਈਂਡ ਦੇ ਵਿੱਚ ਆਪਣੇ ਭਗਵਾਨ ਟਾਈਪ ਹੁੰਦਾ, ਰਾਈਟ। ਸੋ ਮਹਾਯਾਨਾ ਦੇ ਵਿੱਚ ਆਉਂਦਾ, ਗ੍ਰੇਟ ਵਹੀਕਲ ਦੇ ਵਿੱਚ ਆਉਂਦਾਗਾ, ਰਾਈਟ। ਸੋ ਬੁੱਧਿਜ਼ਮ ਜਿਹੜੇ ਹੈਗੇ ਦੋ ਤਰੀਕੇ ਨਾਲ ਵੰਡੇ ਗਏ ਸੀ, ਹਾਲਾਂਕਿ ਹੋਰ ਬਹੁਤ ਕੁਛ ਇਹਦੇ ਵਿੱਚ ਡਿਫਰੈਂਸ ਹੈਗੇ, ਉਹਦੇ ਬਾਰੇ ਆਪਾਂ ਚਰਚਾ ਕਰ ਵੀ ਨਹੀਂ ਰਹੇ। ਪਰ ਇਹ ਮੈਂ ਕਿਉਂ ਦੱਸਿਆਗਾ ਕਿ ਜਿਹੜਾ ਮਹਾਯਾਨਾ ਸੈਕਟਰ ਸੀਗਾ, ਇਸ ਨੂੰ ਮੰਨਣ ਵਾਲਾ ਕਨਿਸ਼ਕਾ ਸੀ, ਰਾਈਟ। ਮਹਾਯਾਨਾ ਨੂੰ ਮੰਨਣ ਵਾਲਾ, ਯਾਨੀ ਪੁੱਛ ਲਿਆ ਜਾਵੇ ਕਿ ਜਿਹੜਾ ਕਨਿਸ਼ਕਾ ਸੀਗਾ ਉਹ ਕਿਹੜੇ ਸੈਕਟਰ ਤੋਂ ਸੀਗਾ, ਉਹ ਮਹਾਯਾਨਾ ਬੁੱਧਿਜ਼ਮ ਤੋਂ ਸੈਕਟਰ ਤੋਂ ਸੀਗਾ। ਹੁਣ ਇਹਦਾ ਜ਼ਿਕਰ ਵੀ ਕਿਉਂ ਕੀਤਾ ਮੈਂ, ਕਿਉਂਕਿ ਕਨਿਸ਼ਕਾ ਨੇ ਹੀ, ਕਿਉਂਕਿ ਨਾ ਪਹਿਲਾਂ ਰਾਜੇ ਕੀ ਹੁੰਦੇ ਸੀਗੇ, ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਮੇਰਾ ਕਿਸੇ ਧਰਮ ਦੇ ਵਿੱਚ ਵਿਸ਼ਵਾਸ ਹੈ ਐਂਡ ਉਸ ਧਰਮ ਦਾ ਕੋਈ ਪ੍ਰੋਗਰਾਮ ਕਰਨਾ, ਤਾਂ ਮੈਂ ਉਹਦੇ ਵਿੱਚ ਪੈਸੇ ਲਾਤੇ, ਉਹਦਾ ਪ੍ਰਬੰਧ ਕਰਤਾ ਪੈਸੇ ਲਾ ਕੇ, ਮੈਂ ਰਾਜਾ ਕਿਉਂਕਿ, ਰਾਈਟ। ਤੇ ਕਨਿਸ਼ਕਾ ਹੁੰਦਾ ਸੀ ਰਾਜਾ, ਕੁਸ਼ਾਣ ਡਾਇਨੈਸਟੀ ਦਾ ਫੇਮਸ ਰੂਲਰ ਸੀਗਾ। ਸੋ ਇਸ ਕਰਕੇ ਜਿਹੜੀ 4th ਬੁੱਧਿਸਟ ਕਾਉਂਸਲ ਸੀਗੀ, ਉਸ ਦਾ ਪ੍ਰਬੰਧ ਯਾਨੀ ਪੈਟਰੋਨੇਜ ਇਸ ਨੇ ਕੀਤਾ ਸੀਗਾ। ਤਾਂ 4th ਬੁੱਧਿਸਟ ਕਾਉਂਸਲ ਆ ਜਿਹੜੀ, ਉਹ ਯਾਨੀ ਪੈਟਰੋਨੇਜ ਕਿਹਨੇ ਕੀਤੀ ਸੀ, ਕਨਿਸ਼ਕਾ ਨੇ ਕੀਤੀ ਸੀ। ਤਾਂ ਮਹਾਯਾਨਾ ਬੁੱਧਿਜ਼ਮ ਉਸ ਟਾਈਮ ਤੇ ਬਣ ਚੁੱਕਿਆ ਸੀਗਾ, ਸੋ ਇਹ ਤੁਸੀਂ ਯਾਦ ਰੱਖ ਸਕਦੇ ਹੋ, ਰਾਈਟ। 4th ਬੁੱਧਿਸਟ ਕਾਉਂਸਲ, ਹਾਲਾਂਕਿ ਬੁੱਧਿਸਟ ਕਾਉਂਸਲ ਤੁਸੀਂ ਸਾਰੀਆਂ ਯਾਦ ਰੱਖਣੀਆਂ, ਪਹਿਲੀ ਕਿੱਥੇ ਹੋਈ ਸੀ, ਦੂਜੀ ਕਿੱਥੇ ਹੋਈ ਸੀ, ਤੀਜੀ ਕਿੱਥੇ ਹੋਈ ਸੀ, ਚੌਥੀ ਕਿੱਥੇ ਹੋਈ ਸੀ, ਰਾਈਟ। ਇਹ ਸਾਰੇ ਤੁਸੀਂ ਯਾਦ ਰੱਖਣੇ। ਚੌਥੀ ਜਿਵੇਂ ਮੰਨ ਲਓ ਕੁੰਡਲਵਾਨਾ ਕਸ਼ਮੀਰ ਦੇ ਵਿੱਚ ਹੋਈ ਸੀ, ਹਾਲਾਂਕਿ ਚਲੋ ਇਹਦੇ ਬਾਰੇ ਜ਼ਿਕਰ ਕਰਨਾ ਤਾਂ ਕਰ ਦਿੰਦੇ ਥੋੜਾ ਬਹੁਤ, ਇੱਕ ਮਿੰਟ ਰੁਕੋ। ਹਾਂ, ਸੋ ਜੇਕਰ ਮੈਂ ਇਹਦੀ ਜ਼ਿਕਰ ਕਰਾਂ ਤਾਂ ਜਿਵੇਂ ਆਪਾਂ ਹੁਣ ਕਿਹਦੀ ਗੱਲ ਕਰਦੇ ਸੀ, ਆਪਾਂ ਬੁੱਧਿਸਟ ਕਾਉਂਸਲ ਦੀ, ਹੈ ਨਾ। ਹਾਂ, ਜੇਕਰ ਆਪਾਂ ਬੁੱਧਿਸਟ ਕਾਉਂਸਲ ਦੀ ਪਹਿਲੀ ਕਾਉਂਸਲ ਦੀ ਗੱਲ ਕਰੀਏ ਤਾਂ ਪਹਿਲੀ ਕਾਉਂਸਲ ਜਿਹੜੀ ਸੀਗੀ ਉਹ 483 BC ਦੇ ਵਿੱਚ ਹੋਈ ਸੀ, ਜਿਹੜੀ ਕਿ ਰਾਜਗ੍ਰਿਹਾ ਦੇ ਵਿੱਚ ਹੋਈ ਸੀ, ਰਾਈਟ। ਰਾਜਗ੍ਰਿਹਾ ਦੇ ਵਿੱਚ ਹੋਈ ਸੀ। ਮਹਾਕਸ਼ਪ ਉਸ ਟਾਈਮ ਤੇ ਜਿਹਨੇ ਚੇਅਰ ਕੀਤਾ ਸੀਗਾ, ਮਹਾਕਸ਼ਪ ਨੇ ਚੇਅਰ ਕੀਤਾ ਸੀ। ਤੇ ਰਾਜਾ ਕੌਣ ਸੀਗਾ, ਅਜਾਤ ਸ਼ਤਰੂ। ਰਾਜਾ ਕੌਣ ਸੀਗਾ, ਅਜਾਤ ਸ਼ਤਰੂ। ਰਾਜੇ ਦਾ ਮਤਲਬ ਕੀ ਆ ਕਿ ਜਿਹਨੇ ਪੈਸੇ ਲਾਇਆ, ਜਿਹਨੇ ਪ੍ਰੋਗਰਾਮ ਕਰਵਾਇਆ, ਪਰ ਉਹਨੂੰ ਚੇਅਰ ਕਿਹਨੇ ਕੀਤਾ, ਜਿਹਨੇ ਚਲਾਇਆਗਾ ਪ੍ਰੋਗਰਾਮ, ਉਹ ਮਹਾਕਸ਼ਪ, ਰਾਈਟ। ਅਜਾਤ ਸ਼ਤਰੂ ਸੀਗਾ ਹਰਿਆਕ ਡਾਇਨੈਸਟੀ ਤੋਂ, ਰਾਈਟ। ਇਹ ਡਾਇਨੈਸਟੀਜ਼ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਭਾਈ। ਸੋ ਆਪਾਂ ਜੇਕਰ ਸੈਕੰਡ ਕਾਉਂਸਲ ਦੀ ਗੱਲ ਕਰੀਏ, 4 ਕਾਉਂਸਲ ਹੀ ਯਾਦ ਰੱਖਣੀਆਂ ਬਸ। ਸੈਕੰਡ ਕਾਉਂਸਲ 283 BC ਦੇ ਵਿੱਚ ਹੋਈ ਸੀ, ਸੌਰੀ 383 BC ਦੇ ਵਿੱਚ ਹੋਈ ਸੀ, 383 ਦੇ ਵਿੱਚ ਹੋਈ ਸੀ। ਕਿੱਥੇ ਹੋਈ ਸੀ ਇਹ, ਵਿਸ਼ਾਲੀ, ਵਿਸ਼ਾਲੀ, ਰਾਈਟ। ਵਿਸ਼ਾਲੀ ਤੇ ਸੱਬਾ ਕਮੀ ਨੇ ਬੇਸਿਕਲੀ ਚੇਅਰ ਕੀਤਾ ਸੀ, ਸੱਬਾ ਕਮੀ, ਸੋ ਇਹ ਯਾਦ ਰੱਖ ਲਿਓ। ਐਂਡ ਇਸ ਟਾਈਮ ਤੇ ਜਿਹੜਾ ਸ਼ਿਸ਼ੂਨਾਗ ਡਾਇਨੈਸਟੀ ਦਾ ਜਿਹੜਾ ਸੀਗਾ, ਜਿਹਦਾ ਨਾਮ ਸੀਗਾ ਕਾਲ ਅਸ਼ੋਕਾ, ਜਿਹਨੇ ਪੈਟਰੋਨੇਜ ਕੀਤਾ ਸੀ, ਯਾਨੀ ਰਾਜਾ। ਇੱਥੇ ਮੈਂ ਲਿਖ ਦਿੰਦਾ, ਇੱਥੇ ਆਹ ਕਿੰਗ ਹੈ, ਰਾਈਟ। ਸੋ ਆਹ ਜਿਹਨੇ ਚੇਅਰ ਕੀਤਾ, ਚੇਅਰ ਪਰਸਨ ਕਹਿ ਲਓ, ਰਾਈਟ, ਜਿਹਨੇ ਬੇਸਿਕਲੀ ਉਹ ਪ੍ਰੋਗਰਾਮ ਚਲਾਇਆ, ਰਾਈਟ ਹੋ ਗਿਆ। ਸੋ ਥਰਡ ਕਾਉਂਸਲ ਜਿਹੜੀ ਹੋਗੀ ਭਾਈ, ਥਰਡ ਕਾਉਂਸਲ ਵੀ ਯਾਦ ਰੱਖ ਲਿਓ। ਥਰਡ ਕਾਉਂਸਲ 250 BC ਦੇ ਵਿੱਚ ਹੋਈ ਹੈ। ਹਾਲਾਂਕਿ ਆ ਜਿਹੜਾ BC ਆ 483 ਦੀ ਥਾਂ ਤੇ ਕਿਤੇ ਨਾ ਕਿਤੇ 484 ਵੀ ਲਿਖਿਆ ਹੋ ਸਕਦਾ, 85 ਵੀ ਲਿਖਿਆ ਹੋ ਸਕਦਾ, ਇਹਨਾਂ ਤੇ ਜ਼ਿਕਰ ਵਾਲਾ ਨਹੀਂ ਕਰਨਾ। ਪਰ ਹਾਂ ਫਿਰ ਵੀ ਮੈਂ ਅਰਾਊਂਡ ਦੱਸ ਰਿਹਾ, ਕਿਉਂਕਿ 483 ਤੋਂ ਬਾਅਦ 100 ਸਾਲਾਂ ਬਾਅਦ ਹੁੰਦੀ ਹੈ, ਰਾਈਟ। 383 ਫਿਰ 250 BC ਦੇ ਵਿੱਚ ਹੋ ਗਈ, ਪਰ ਫਿਰ ਵੀ ਤੁਸੀਂ ਯਾਦ ਰੱਖ ਲਿਓ, ਰਾਈਟ। ਐਂਡ ਕਿੱਥੇ ਹੁੰਦੀ ਹੈ ਜੀ, ਪਾਟਲੀਪੁੱਤਰ, ਪਾਟਲੀਪੁੱਤਰ, ਰਾਈਟ। ਐਂਡ ਇਸ ਟਾਈਮ ਤੇ ਕੌਣ ਸੀਗਾ ਜੀ, ਮੋਗਲੀਪੁੱਟਾ, ਮੋਗਲੀਪੁੱਟਾ। ਐਂਡ ਰਾਜਾ ਕੌਣ ਸੀਗਾ, ਅਸ਼ੋਕਾ, ਰਾਈਟ। ਇਸ ਤੋਂ ਬਾਅਦ ਫਿਰ ਕਨਿਸ਼ਕਾ ਆ ਜਾਂਦਾਗਾ, ਕਨਿਸ਼ਕਾ, ਰਾਈਟ। ਆਬਵੀਅਸ ਗੱਲ ਹੈ ਕਨਿਸ਼ਕਾ। ਤੇ ਇਸ ਟਾਈਮ ਤੇ ਕੌਣ ਸੀਗਾ ਭਲਾ ਚੇਅਰ ਕਿਹਨੇ ਕੀਤਾ ਸੀ, ਵਾਸੂਮਿੱਤਰ ਤੇ ਨਾਗਅਰਜੁਨ ਨੇ। ਇਹ ਕਨਿਸ਼ਕਾ ਦੇ ਟਾਈਮ ਤੇ ਕੋਰਟ ਪੋਇਟ ਦੇ ਸੀਗੇ, ਠੀਕ ਹੈ। ਸੋ ਇਸ ਤੋਂ ਬਾਅਦ ਜਿਹੜਾ ਇਹ ਹੋਇਆ ਕਿੱਥੇ ਹੈ, ਕੁੰਡਲਵਾਨਾ, ਕੁੰਡਲਵਾਨਾ ਕਸ਼ਮੀਰ ਦੇ ਵਿੱਚ, ਕੁੰਡਲਵਾਨਾ ਕਸ਼ਮੀਰ ਦੇ ਵਿੱਚ, ਰਾਈਟ। ਤੇ ਹੋਈ ਕਦੋਂ ਇਹ, 98 AD ਦੇ ਵਿੱਚ। ਦੇਖੋ 78 AD ਦੇ ਵਿੱਚ ਕੈਲੰਡਰ ਆਇਆ, ਸਾਕਾ ਕੈਲੰਡਰ ਆਪਾਂ ਗੱਲਬਾਤ, 98 AD ਦੇ ਵਿੱਚ। ਤੇ ਇਹ ਕਿੰਨਵੀਂ ਕਾਉਂਸਲ ਸੀਗੀ ਜੀ, ਇਹ 4th ਕਾਉਂਸਲ ਸੀ। ਸੋ ਇਹ ਯਾਦ ਰੱਖ ਸਕਦੇ ਹੋ, ਸੋ ਕਾਫੀ ਇੰਪੋਰਟੈਂਟ ਹੈ ਭਾਈ। ਸੋ ਇੱਥੋਂ ਕੁਐਸਚਨ ਪੱਕਾ ਪੁੱਛੇ ਜਾਂਦੇ। ਮੈਂ ਚਾਰੇ ਕਾਉਂਸਲਾਂ ਇਸ ਕਰਕੇ ਲਿਖਾਤੀਆਂ ਕਿਉਂਕਿ ਕਾਉਂਸਲ ਦੀ ਗੱਲ ਹੋਈ ਤਾਂ ਲਿਖਾਉਣੀਆਂ ਹੀ ਬਿਹਤਰ ਸਮਝਿਆ ਮੈਂ, ਰਾਈਟ ਹੋ ਗਿਆ। ਸੋ ਚਾਰੇ ਕਾਉਂਸਲਾਂ ਦਾ ਜ਼ਿਕਰ ਆ ਜਿਹੜਾ ਉਹ ਤੁਸੀਂ ਜ਼ਰੂਰ ਜਿਹੜਾ ਹੈਗਾ ਕਰ ਲੈਣਾ, ਭਾਵੇਂ ਸਕਰੀਨਸ਼ਾਟ ਜਾਂ ਤੁਸੀਂ ਆਬਵੀਅਸ ਗੱਲ, ਕਿਤਾਬਾਂ ਵਗੈਰਾ ਤੁਹਾਡੇ ਕੋਲ ਹੈਗੀਆਂ। ਸੋ ਆਪਾਂ ਕਨਿਸ਼ਕਾ ਦੀ ਗੱਲਬਾਤ ਕੀਤੀ ਹੈ। ਅੱਛਾ, ਕਨਿਸ਼ਕਾ ਤੋਂ ਹੀ ਇੱਕ ਸਿਲਕ ਰੂਟ ਵੀ ਆਉਂਦਾ। ਇਹ ਸਿਲਕ ਰੂਟ ਬੇਸਿਕਲੀ ਕੀ ਸੀਗਾ, ਇਹ ਸਿਲਕ ਰੂਟ, ਇਹ ਸਿਲਕ ਰੂਟ ਬੇਸਿਕਲੀ ਕੀ ਸੀਗਾ, ਸਿਲਕ ਰੂਟ ਇੱਕ ਟ੍ਰੇਡ ਵਾਸਤੇ ਇੰਪੋਰਟੈਂਟ ਸੀਗਾ, ਜਿਹੜਾ ਕਿ ਚਾਈਨਾ ਤੋਂ ਲੈ ਕੇ ਈਰਾਨ, ਇਰਾਕ ਤੱਕ ਜਾਂਦਾ ਸੀ। ਯਾਨੀ
ਪਰਸ਼ੀਅਨ ਜਿਹੜੇ ਕੰਟਰੀ ਸੀਗੇ ਉਹਨਾਂ ਤੱਕ ਜਾਂਦਾ ਹੁੰਦਾ ਸੀ, ਟ੍ਰੇਡ ਵਗੈਰਾ ਕਰਦੇ ਸੀ। ਤੇ ਸਿਲਕ ਰੂਟ ਜਿਹੜਾ ਬਣਾਇਆ ਸੀਗਾ, ਇਹਦੀ ਵੀ ਆਬਵੀਅਸ ਗੱਲ ਆ, ਜਿਹਨੂੰ ਸਰੇ ਜਾਂਦਾਗਾ ਉਹ ਕਿਹਨੂੰ ਜਾਂਦਾਗਾ, ਕਨਿਸ਼ਕਾ ਨੂੰ ਹੀ ਜਾਂਦਾ ਹੈ। ਉਹ ਸਮਝ ਲੱਗੀ ਭਾਈ, ਬਹੁਤ ਇੰਪੋਰਟੈਂਟ ਹੈ। ਠੀਕ ਹੋ ਗਿਆ। ਚਲੋ ਹੁਣ ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਤੇ ਆਉਣੇ ਆ। ਤਾਂ ਵਟ ਇਨਸਪਾਇਰਡ ਦ ਪੇਂਟਿੰਗਸ ਆਫ ਅਜੰਤਾ। ਸੋ ਅਜੰਤਾ ਦੀ ਪੇਂਟਿੰਗ ਨੂੰ ਮਤਲਬ ਆਪਾਂ ਨੂੰ ਉੱਥੇ ਇਨਸਪੀਰੇਸ਼ਨ ਕਿਹਦੀ ਮਿਲਦੀ ਆ? ਕੰਪੈਸ਼ਨੇਟ ਬੁੱਧਾ ਦੀ ਮਿਲਦੀ ਆ, ਰਾਧਾ ਕ੍ਰਿਸ਼ਨ ਲੀਲਾ ਦੀ ਮਿਲਦੀ ਆ, ਜੈਨ ਤੀਰਥੰਕਰ ਦੀ ਮਿਲਦੀ ਆ, ਜਾਂ ਫਿਰ ਮਹਾਭਾਰਤਾ ਇਨਕਾਊਂਟਰਸ ਦੀ ਮਿਲਦੀ ਆ। ਸੋ ਜੇਕਰ ਆਪਾਂ ਅਜੰਤਾ ਐਂਡ ਇਲੋਰਾ ਕੇਵਸ ਦੀ ਗੱਲ ਕਰੀਏ ਤਾਂ ਇੱਥੋਂ ਪਹਿਲਾਂ ਤਾਂ ਬਹੁਤ ਸਾਰੇ ਕੁਐਸਚਨ ਵੈਸੇ ਇਸੇ ਤਰੀਕੇ ਦੇ ਨਾਲ ਹੀ ਪੁੱਛ ਲਏ ਜਾਂਦੇ ਆ ਕਿ ਅਜੰਤਾ ਐਂਡ ਇਲੋਰਾ ਜਿਹੜੀਆਂ ਕੇਵਸ ਆ ਇਹ ਹੈ ਕਿੱਥੇ। ਅਜੰਤਾ ਐਂਡ ਇਲੋਰਾ ਕੇਵਸ ਬੇਸਿਕਲੀ ਹੈ ਕਿੱਥੇ? ਤਾਂ ਇਹ ਹੈਗੀਆਂ ਜੀ ਮਹਾਰਾਸ਼ਟਰ। ਇਹ ਕਿੱਥੇ ਆ? ਮਹਾਰਾਸ਼ਟਰ। ਇੱਕ ਵਰੋਹਾ ਕਰਕੇ, ਵਰੋਹਾ ਜਾਂ ਵਰੋਗਾ ਕਰਕੇ ਰਿਵਰ ਹੈ, ਵਗੋਰਾ ਕਰਕੇ ਰਿਵਰ ਹੈ, ਉਹਦੇ ਕੰਢੇ ਆ, ਰਾਈਟ। ਵਗੋਰਾ ਰਿਵਰ ਦੇ ਇਹ ਕੰਢੇ ਆ, ਰਾਈਟ। ਮਹਾਰਾਸ਼ਟਰ ਵਿੱਚ ਕਿੱਥੇ? ਔਰੰਗਾਬਾਦ। ਮਹਾਰਾਸ਼ਟਰ ਵਿੱਚ ਕਿਤੇ ਔਰੰਗਾਬਾਦ, ਰਾਈਟ। ਅਜੰਤਾ ਐਂਡ ਇਲੋਰਾ ਕੇਵ, ਇੱਥੇ ਪੇਂਟਿੰਗ, ਫਲੋਰਾ ਫਾਉਨਾ, ਬਹੁਤ ਸਾਰਾ ਕੁਝ ਇੱਥੇ ਮਿਲਦਾਗਾ, ਰਾਈਟ। ਹੁਣ ਕਾਹਦੇ ਨਾਲ ਰਿਲੇਟਡ? ਆਬਵੀਅਸ ਗੱਲ ਹੈ ਇਹ ਬੁੱਧਿਜ਼ਮ ਦੇ ਨਾਲ ਰਿਲੇਟਡ ਆਪਾਂ ਨੂੰ ਇੱਥੇ ਜਾਣਕਾਰੀ ਮਿਲਦੀ ਹੈ, ਰਾਈਟ। ਬੁੱਧਿਜ਼ਮ ਦੀ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਗੌਤਮ ਬੁੱਧ ਬਾਰੇ, ਰਾਈਟ। ਸੋ ਕੰਪੈਸ਼ਨੇਟ ਬੁੱਧਾ, ਸੋ ਯਾਦ ਰੱਖ ਲਿਓ ਭਾਈ, ਕਾਫੀ ਇੰਪੋਰਟੈਂਟ ਹੈ। ਹਾਲਾਂਕਿ ਬੁੱਧਾ ਤੋਂ ਰਿਲੇਟਡ ਜੇਕਰ ਇਹਨਾਂ ਦਾ ਬਰਥ ਹੋ ਗਿਆ, ਇਹਨਾਂ ਦਾ ਜੋ ਪਹਿਲਾਂ ਜਿਵੇਂ ਜਿਹੜਾ ਜਿਹਨੂੰ ਆਪਾਂ ਘਰ ਛੱਡਣਾ ਕਹਿ ਦਿੰਦੇ ਆ, ਹੈ ਨਾ, ਵੀ ਘਰ ਛੱਡਿਆ ਇਹਨਾਂ ਨੇ, ਹੈ ਨਾ, ਜਾਂ ਫਿਰ ਆਪਾਂ ਗੱਲਬਾਤ ਕਰਦੇ ਹਾਂ ਵੀ ਪਹਿਲੀ ਟੀਚਿੰਗ ਹੋ ਗਈ, ਹੈ ਨਾ, ਜਾਂ ਫਿਰ ਆਪਾਂ ਗੱਲਬਾਤ ਕਰਦੇ ਹਾਂ ਉਸ ਤੋਂ ਪਹਿਲਾਂ ਇਨਲਾਈਟਨਮੈਂਟ ਦੀ ਵੀ ਗੱਲ ਕਰਦੇ ਹਾਂ, ਜਦੋਂ ਉਹਨਾਂ ਨੂੰ ਨੌਲੇਜ ਗਿਆਨ ਦੀ ਪ੍ਰਾਪਤੀ ਹੋਈ ਆ, ਫਿਰ ਐਂਡ ਤੇ ਜਦੋਂ ਇਹਨਾਂ ਦੀ ਡੈਥ ਹੁੰਦੀ ਆ। ਇਹ ਸਾਰੇ ਈਵੈਂਟ ਆ ਜਿਹੜੇ ਕਾਫੀ ਮਸ਼ਹੂਰ ਰਹਿੰਦੇ ਆ। ਹਾਲਾਂਕਿ ਇਹਨਾਂ ਦੀ ਆਪਾਂ ਜੇਕਰ ਬਾਤ ਕਰ ਵੀ ਲਈਏ ਤਾਂ ਪਹਿਲੀ ਗੱਲ ਤਾਂ ਬੁੱਧਾ ਬਾਰੇ ਹੋ ਗਿਆ। ਇਹਨਾਂ ਦੇ ਬਰਥ ਬਾਰੇ ਜੇਕਰ ਗੱਲਬਾਤ ਕਰੀਏ ਤਾਂ ਬਰਥ ਜਿਹੜਾ ਇਹਨਾਂ ਦਾ ਸੀਗਾ ਭਾਈ ਉਹ ਕਿੱਥੇ ਸੀਗਾ? ਲੁੰਬਨੀ, ਰਾਈਟ। ਬਰਥ ਹੈ ਜਿਹੜਾ ਇਹਨਾਂ ਦਾ ਲੁੰਬਨੀ ਵਿਖੇ ਹੋਇਆ, ਰਾਈਟ। ਉਸ ਤੋਂ ਬਾਅਦ ਬੋਧ ਗਿਆ ਜਿੱਥੇ ਇਹਨਾਂ ਨੂੰ ਇਨਲਾਈਟਨਮੈਂਟ ਦੀ ਪ੍ਰਾਪਤ ਹੋਈ ਆ, ਜਿਹਨੂੰ ਆਪਾਂ ਇਨਲਾਈਟਨਮੈਂਟ ਯਾਨੀ ਗਿਆਨ ਦੀ ਪ੍ਰਾਪਤੀ ਕਹਿ ਦਿੰਦੇ ਆ, ਰਾਈਟ। ਤੇ ਫਿਰ ਇਸ ਤੋਂ ਬਾਅਦ ਜਦੋਂ ਗਿਆਨ ਦੀ ਪ੍ਰਾਪਤੀ ਹੋਗੀ ਤਾਂ ਹੁਣ ਬੰਦਾ ਗਿਆਨ ਵੰਡਣ ਵੀ ਜਾਊਗਾ ਕਿਸੇ ਪਾਸੇ, ਤਾਂ ਉਹ ਸੀਗਾ ਜੀ ਸਾਰਨਾਥ, ਰਾਈਟ। ਸਾਰਨਾਥ ਹੋ ਗਿਆ ਜਿੱਥੇ ਆਪਾਂ ਫਰਸਟ ਟੀਚਿੰਗ ਕਹਿ ਦਿੰਦੇ ਆ, ਫਰਸਟ ਟੀਚਿੰਗ। ਤੇ ਫਿਰ ਉਸ ਤੋਂ ਬਾਅਦ ਆ ਗਿਆ ਜੀ ਜਿੱਥੇ ਬੇਸਿਕਲੀ ਇਹਨਾਂ ਦੀ ਡੈਥ ਹੁੰਦੀ ਹੈ, ਕੁਸ਼ੀਨਗਰ, ਰਾਈਟ। ਸੋ ਇਹ ਕਾਫੀ ਇੰਪੋਰਟੈਂਟ ਹੈ ਭਾਈ ਮੇਰੇ ਹਿਸਾਬ ਦੇ ਨਾਲ। ਅੱਛਾ, ਲੁੰਬਣੀ ਨੇਪਾਲ ਦੇ ਵਿੱਚ, ਕੁਸ਼ੀਨਗਰ ਯੂਪੀ ਦੇ ਵਿੱਚ, ਇਹ ਵੀ ਯਾਦ ਰੱਖ ਸਕਦੇ ਹੋ, ਠੀਕ ਹੈ ਨਾ। ਸੋ ਇੱਥੇ ਬੇਸਿਕਲੀ ਇਹਨਾਂ ਦੀ ਡੈਥ ਹੋ ਜਾਂਦੀ ਹੈ, ਰਾਈਟ ਹੋ ਗਿਆ। ਸੋ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ, ਇਹ 4 ਈਵੈਂਟ ਜਿਹੜੀ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਾਫੀ ਮਹੱਤਵਪੂਰਨ ਹੈ। ਠੀਕ ਹੋ ਗਿਆ ਭਾਈ। ਅਗਲਾ ਆ ਗਿਆ, ਵਿਚ ਏਰੀਆ ਆਫ ਇੰਡੀਆ ਵਾਜ ਨੋਨ ਐਜ਼ ਅਵੰਤਿਕਾ ਇਨ ਐਂਸ਼ੀਐਂਟ ਟਾਈਮਸ। ਅਵਧ ਹੈ, ਰੋਹਿਲਖੰਡ ਹੈ, ਜਾਂ ਬੰਦੇਲਖੰਡ ਹੈ, ਜਾਂ ਮਾਲਵਾ ਹੈ। ਇਹ ਕਾਫੀ ਇੰਪੋਰਟੈਂਟ ਹੈ ਅਵੰਤਿਕਾ, ਜਿਹਨੂੰ ਆਪਾਂ ਅਵੰਤੀ ਵੀ ਕਹਿੰਦੇ ਆ ਬੇਸਿਕਲੀ। ਹੁਣ ਤੁਹਾਨੂੰ ਮੈਂ ਦੱਸਦਾ ਕਿ ਜਦੋਂ ਆਪਾਂ ਗੱਲਬਾਤ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਕੀਤੀ ਆ, ਉਦੋਂ ਬਾਅਦ ਵੈਦਿਕ ਕਲਚਰ ਆਉਂਦਾ। ਵੈਦਿਕ ਕਲਚਰ ਦੇ ਵਿੱਚ ਫਿਰ ਬੁੱਧਿਜ਼ਮ, ਜੈਨਿਜ਼ਮ ਆ ਜਾਂਦਾ, ਕਿਉਂਕਿ ਕਾਸਟ ਸਿਸਟਮ ਬਹੁਤ ਫੈਲ ਜਾਂਦਾ ਹੈ, ਰਾਈਟ। ਸੋ ਆਪਾਂ ਜਦੋਂ ਉਦੋਂ ਗੱਲ ਕਰਦੇ ਆ ਨਾ, ਤਾਂ ਉਦੋਂ ਬੇਸਿਕਲੀ ਛੋਟੀਆਂ ਟਰਾਈਬਸ ਆ ਜਿਹੜੀਆਂ ਬਣਨ ਲੱਗ ਜਾਂਦੀਆਂ, ਛੋਟੀ ਟਰਾਈਬਸ, ਫਿਰ ਉਹ ਇਕੱਠੀਆਂ ਹੋਣ ਲੱਗ ਕੇ ਆਪਣਾ ਇਲਾਕਾ ਬਣਾਉਣ ਲੱਗ ਗਏ, ਰਾਈਟ। ਉਹ ਟਰਾਈਬਸ ਨੂੰ ਬੇਸਿਕਲੀ ਜਿਹੜੀਆਂ, ਜਿਵੇਂ ਆਪਾਂ ਅੱਜ ਕੱਲ੍ਹ ਵੀ ਟਰਾਈਬਸ ਪੜ੍ਹਦੇ ਆ, ਉਹਨਾਂ ਟਰਾਈਬਸ ਦਾ ਆਪਣਾ ਇੱਕ ਇਲਾਕਾ ਹੁੰਦਾ ਸੀ ਜਿਹਨੂੰ ਆਪਾਂ ਕਹਿੰਦੇ ਸੀ ਜਨ। ਤਾਂ ਜਦੋਂ ਇਹ ਟਰਾਈਬਸ ਇਕੱਠੀਆਂ ਹੋ ਕੇ ਆਪਣਾ ਇੱਕ ਵੱਡਾ ਗਰੁੱਪ ਬਣਾਉਂਦੀਆਂ ਸੀ, ਉਹਨੂੰ ਆਪਾਂ ਕਹਿੰਦੇ ਸੀ ਮਹਾਜਨ। ਤੇ ਉਸ ਪ੍ਰੋਪਰ ਏਰੀਏ ਨੂੰ ਆਪਾਂ ਮਹਾਜਨਪਦ ਕਹਿਣ ਲੱਗ ਗਏ। ਤਾਂ ਇਹ ਮਹਾਜਨਪਦ ਜਿਵੇਂ ਬਠਿੰਡਾ ਹੋ ਗਿਆ ਜੀ, ਰਾਈਟ, ਪਟਿਆਲਾ ਹੋ ਗਿਆ ਜੀ, ਹੈ ਨਾ, ਡਿਸਟ੍ਰਿਕਟ ਹੋ ਗਏ ਬੇਸਿਕਲੀ, ਉਹਨਾਂ ਨੂੰ ਡਿਸਟ੍ਰਿਕਟ ਦੇ ਤੌਰ 'ਤੇ ਤੁਸੀਂ ਸਮਝ ਸਕਦੇ ਹੋ। ਤਾਂ ਉਸ ਟਾਈਮ ਤੇ ਜਦੋਂ ਡਿਸਟ੍ਰਿਕਟ ਬਣੇ, ਜਾਂ ਇਹ ਕਹਿ ਲਓ ਵੀ ਜਿਹੜੀਆਂ ਇਹ ਮਹਾਜਨਪਦ ਬਣੀਆਂ, ਇਹ ਕਿੰਨੀਆਂ ਬਣੀਆਂ? 16, ਹੈ ਨਾ, 16 ਮਹਾਜਨਪਦ ਬਣੀਆਂ। ਇਹਨਾਂ ਨੂੰ ਤੁਸੀਂ ਸਟੇਟਾਂ ਵੀ ਕਹਿ ਸਕਦੇ ਹੋ, ਜਿਵੇਂ ਪੰਜਾਬ ਹੋ ਗਿਆ, ਹੈ ਨਾ, ਹਰਿਆਣਾ ਹੋ ਗਿਆ, ਰਾਜਸਥਾਨ ਹੋ ਗਿਆ, ਸਟੇਟਾਂ ਵੀ ਕਹਿ ਸਕਦੇ ਹੋ ਉਸ ਸੰਦਰਭ ਦੇ ਵਿੱਚ ਜੇਕਰ ਸਮਝਣਾ ਹੋਵੇ, ਕਿਉਂਕਿ ਪੂਰੀ ਇੰਡੀਆ ਦੇ ਵਿੱਚ ਸੀਗੀਆਂ। ਸੋ 16 ਮਹਾਜਨਪਦ ਸੀਗੀਆਂ। 16 ਮਹਾਜਨਪਦ ਦੇ ਵਿੱਚੋਂ 4 ਮਹਾਜਨਪਦ ਜਿਹੜੀਆਂ ਸੀਗੀਆਂ ਉਹ ਮੇਜਰ ਸੀ। ਜਿਵੇਂ ਆਪਾਂ ਤੁਹਾਨੂੰ ਮੈਂ ਇੱਕ ਸੰਦਰਭ ਦੇ ਵਿੱਚ ਸਮਝਾਵਾਂ ਕਿ ਜਦੋਂ ਆਪਾਂ ਮਿਸਲਾਂ ਦੀ ਗੱਲ ਕਰਦੇ ਹਾਂ ਨਾ, ਪੰਜਾਬ ਜੀ ਕੇ ਜਦੋਂ ਆਪਾਂ ਪੜ੍ਹਦੇ ਹਾਂ ਮਿਸਲਾਂ ਬਾਰੇ ਪੜ੍ਹਦੇ ਹਾਂ, ਤਾਂ ਆਪਾਂ ਉਦੋਂ ਪਹਿਲਾਂ ਜਥਿਆਂ ਦੀ ਗੱਲ ਕਰਦੇ ਹਾਂ, ਜਿਹੜੇ ਕਿ 65 ਜਥੇ ਬਣੇ ਜੀ। ਫਿਰ ਉਹ 65 ਜਥੇ ਮਿਲਾ ਕੇ ਫਿਰ ਉਹਨਾਂ ਨੂੰ ਮਰਜ ਵਗੈਰਾ ਕਰਕੇ ਫਿਰ 32 ਜਥੇ ਆ ਗਏ ਜੀ। ਫਿਰ ਉਸ ਤੋਂ ਬਾਅਦ 11 ਮਿਸਲਾਂ ਬਣੀਆਂ ਜੀ, ਰਾਈਟ। ਸੋ ਬੇਸਿਕਲੀ ਉਸੇ ਤਰੀਕੇ ਦੇ ਨਾਲ ਹੀ ਮਹਾਜਨਪਦ ਜਦੋਂ ਬਣੇ ਤਾਂ ਪਹਿਲਾਂ ਛੋਟੀ ਟਰਾਈਬਸ ਸੀਗੀਆਂ ਜਿਹਨਾਂ ਨੂੰ ਆਪਾਂ ਜਨਜ ਕਹਿੰਦੇ ਸੀ। ਛੋਟੇ ਟਰਾਈਬਸ ਮਿਲਾ ਕੇ ਫਿਰ ਮਹਾਜਨਪਦ ਬਣੀਆਂ। ਫਿਰ ਇਹ 16 ਮਹਾਜਨਪਦ ਦੇ ਵਿੱਚੋਂ 4 ਮੇਜਰ ਮਹਾਜਨਪਦ ਆਈਆਂ। ਫਿਰ 4 ਦੇ ਵਿੱਚੋਂ ਫਿਰ ਇੱਕ ਮੇਜਰ ਆਈ ਜਿਹਨੂੰ ਆਪਾਂ ਮਗਧ ਅੰਪਾਇਰ ਕਹਿੰਦੇ ਆ। ਸੋ ਸਭ ਤੋਂ ਪਹਿਲਾਂ ਅੰਪਾਇਰ ਦਾ ਮਤਲਬ ਕੀ ਆ? ਜਿਵੇਂ ਪਹਿਲਾਂ ਜਥੇ ਸੀ, ਫਿਰ ਮਿਸਲਾਂ ਬਣੀਆਂ, ਫਿਰ ਸਿੱਖ ਅੰਪਾਇਰ ਆਇਆ। ਸਿੱਖ ਅੰਪਾਇਰ ਉਹਨਾਂ ਸਾਰੀਆਂ ਮਿਸਲਾਂ ਨੂੰ ਮਿਲਾ ਮਲੂ ਕੇ ਬਣਿਆ ਨਾ। ਜਿਹੜੀਆਂ ਥੋੜ੍ਹੀਆਂ ਬਹੁਤ ਮਿਸਲਾਂ ਰਹਿ ਗਈਆਂ ਸੀ ਉਹਨਾਂ ਨੂੰ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿੱਤ ਲਿਆ ਗਿਆ, ਰਾਈਟ। ਸੋ ਬੇਸਿਕਲੀ
ਇਹ 16 ਮਹਾਜਨਪਦ ਜਿਹੜੀਆਂ ਸੀਗੀਆਂ ਇਹਨਾਂ ਦੇ ਵਿੱਚੋਂ ਮੇਜਰ ਬਣੀਆਂ ਚਾਰ ਦੇ ਵਿੱਚੋਂ ਫਿਰ ਪਹਿਲਾ ਅੰਪਾਇਰ ਬਣ ਕੇ ਆਉਂਦਾ ਜਿਹਨੂੰ ਮਗਧ ਅੰਪਾਇਰ ਕਹਿੰਦੇ ਆ। ਉਹਨਾਂ ਚਾਰਾਂ ਦੇ ਵਿੱਚੋਂ ਹੀ ਇੱਕ ਸੀਗੀ ਅਵੰਤਿਕਾ, ਰਾਈਟ, ਜਿਹੜੀ ਕਿ ਮਾਲਵਾ ਰੀਜਨ ਦੇ ਵਿੱਚ ਸੀ, ਜਿਹੜੀ ਕਿ ਮਾਲਵਾ ਰੀਜਨ ਦੇ ਵਿੱਚ ਸੀ। ਪਰ ਉਹਨਾਂ ਚਾਰਾਂ ਦਾ ਨਾਮ ਇੰਪੋਰਟੈਂਟ ਜ਼ਰੂਰ ਬਣਦਾ ਕਿਉਂਕਿ ਪੁੱਛਿਆ ਜਾਂਦਾ ਕਿ 16 ਮਹਾਜਨਪਦ ਦੇ ਵਿੱਚੋਂ 4 ਮਹਾਜਨਪਦ ਇਹਨਾਂ ਦੇ ਵਿੱਚੋਂ ਕਿਹੜੀਆਂ ਮੇਜਰ ਸੀ, ਰਾਈਟ। ਆਪਸ਼ਨ ਦੇ ਵਿੱਚ ਕੁਝ ਵੀ ਆ ਸਕਦਾ, ਰਾਈਟ। ਸੋ ਕਿਹੜੇ ਸੀ ਭਾਈ? ਅਵੰਤੀ ਸੀ, ਕੋਸਾਲਾ ਸੀ, ਮਗਧ ਸੀ, ਰਾਈਟ। ਹੋਰ ਕਿਹੜੀ ਰਹਿ ਗਈ ਯਾਰ? ਅਵੰਤੀ, ਕੁਸ਼ਾਲਾ, ਮਗਧ ਤੇ ਵਤਸਿਆ, ਰਾਈਟ, ਵਤਸਿਆ। ਸੋ ਇਹ ਕਾਫੀ ਇੰਪੋਰਟੈਂਟ ਹੈ। ਵਤਸਿਆ ਦੀ ਜਿਹੜੀ ਕੈਪੀਟਲ ਸੀਗੀ ਉਹ ਸੀਗੀ ਜੀ ਕੌਸੰਬੀ, ਇਹ ਕੈਪੀਟਲ ਵੀ ਪੁੱਛੀ ਜਾਂਦੀ ਹੁੰਦੀ ਕੌਸੰਬੀ। ਮਗਧ ਦੀ ਜਿਹੜੀ ਕੈਪੀਟਲ ਸੀਗੀ ਉਹ ਰਾਜਗ੍ਰਿਹਾ ਸੀ, ਰਾਜਗੀਰ ਜਿਹਨੂੰ ਕਹਿੰਦੇ ਨੇ ਰਾਜਗ੍ਰਿਹਾ, ਤੇ ਬਾਅਦ ਦੇ ਵਿੱਚ ਪਾਟਲੀਪੁੱਤਰ ਬਣ ਗਈ ਸੀ, ਪਾਟਲੀਪੁੱਤਰ, ਹੈ ਨਾ। ਪਹਿਲਾਂ ਇਹਨਾਂ ਦੀ ਰਾਜਗ੍ਰਿਹਾ ਸੀ, ਰਾਜਗੀਰ ਕਹਿ ਲਓ, ਰਾਈਟ। ਬਾਅਦ ਦੇ ਵਿੱਚ ਪਾਟਲੀਪੁੱਤਰ ਬਣ ਗਈ ਸੀ ਜਿਹਨੂੰ ਪਟਨਾ ਕਹਿੰਦੇ ਅੱਜ ਕੱਲ੍ਹ ਆਪਾਂ, ਰਾਈਟ। ਇਸ ਤੋਂ ਬਾਅਦ ਕੁਸ਼ਾਲਾ ਹੋ ਗਿਆ, ਰਾਈਟ। ਅਵੰਤੀ ਹੋ ਗਈ। ਅਵੰਤੀ ਦੀ ਜਿਹੜੀ ਕੈਪੀਟਲ ਸੀਗੀ ਭਾਈ ਉਹ ਸੀਗੀ ਉਜੈਨ, ਉਜੈਨ। ਹਾਲਾਂਕਿ ਇਹ ਵੀ ਇੱਕ ਨਾਰਥ ਅਵੰਤੀ, ਸਾਊਥ ਅਵੰਤੀ ਵੀ ਹੁੰਦਾ ਸੀ, ਪਰ ਫਿਲਹਾਲ ਤੁਸੀਂ ਉਜੈਨ ਯਾਦ ਰੱਖੋ, ਇੰਨਾ ਜ਼ਿਆਦਾ ਭੰਬਲ ਭੂਸੇ 'ਚ ਨਹੀਂ ਪੈਣਾ, ਰਾਈਟ ਹੋ ਗਿਆ। ਤੇ ਕੁਸ਼ਾਲਾ ਦੀ ਜਿਹੜੀ ਸੀਗੀ ਜੀ ਉਹ ਸੀਗੀ ਮਹਿਸਮਤੀ, ਕੁਸ਼ਾਲਾ ਦੀ ਜਿਹੜੀ ਸੀਗੀ ਉਹ ਕਿਹੜੀ ਸੀਗੀ? ਮਹਿਸਮਤੀ। ਹਾਲਾਂਕਿ ਤੁਸੀਂ ਯਾਦ ਰੱਖਣੀ ਹੈ ਮਗਧ ਦੀ ਯਾਦ ਰੱਖ ਲਓ, ਵੱਧ ਤੋਂ ਵੱਧ ਵਤਸਿਆ ਦੀ ਯਾਦ ਰੱਖ ਲਓ। ਹਾਲਾਂਕਿ 4 ਹੀ ਹੈ, ਤਾਂ ਜਦੋਂ 4 ਸਿਟੀਆਂ ਯਾਦ ਰੱਖ ਰਹੇ ਹੋ ਜਾਂ 4 ਸਟੇਟ ਯਾਦ ਰੱਖ ਰਹੇ ਹੋ ਤਾਂ ਇਹਨਾਂ ਦੀ ਕੈਪੀਟਲ ਵੀ ਯਾਦ ਰੱਖ ਲਓ, ਰਾਈਟ। ਸੋ ਅਵੰਤੀ ਦੀ ਉਜੈਨ ਹੋਗੀ, ਕੁਸ਼ਾਲਾ ਦੀ ਮਹਿਸਮਤੀ ਹੋਗੀ, ਮਗਧ ਦੀ ਰਾਜਗ੍ਰਿਹਾ, ਬਾਅਦ ਦੇ ਵਿੱਚ ਪਾਟਲੀਪੁੱਤਰ ਬਣੀ ਆ, ਤੇ ਵਤਸਿਆ ਦੀ ਜਿਹੜੀ ਹੈਗੀ ਕੁਸੰਬੀ ਆ। ਤੇ ਜਿਹੜੀ ਅਵੰਤੀ ਆ ਉਹ ਕਿਹੜਾ ਰੀਜਨ ਸੀਗਾ? ਮਾਲਵਾ। ਮਾਲਵਾ ਰੀਜਨ ਦਾ ਮਤਲਬ ਆਪਣਾ ਆਹ ਨਹੀਂ ਬਠਿੰਡਾ ਪਟਿਆਲਾ ਨਹੀਂ, ਮਾਲਵਾ ਰੀਜਨ ਦਾ ਮਤਲਬ ਮੱਧ ਪ੍ਰਦੇਸ਼ ਰਾਜਸਥਾਨ ਵਾਲਾ ਏਰੀਆ, ਰਾਈਟ। ਸੋ ਮਾਲਵਾ ਰੀਜਨ ਦਾ ਮਤਲਬ ਜਿਹੜਾ ਮੱਧ ਪ੍ਰਦੇਸ਼ ਰਾਜਸਥਾਨ ਵਾਲਾ ਏਰੀਆ ਸੀਗਾ, ਮੱਧ ਪ੍ਰਦੇਸ਼ ਏਰੀਆ ਹੋ ਗਿਆ ਜਾਂ ਰਾਜਸਥਾਨ ਵਾਲਾ ਏਰੀਆ ਹੋ ਗਿਆ, ਉਹ ਅਵੰਤਿਕਾ ਕਹਿਲਾਉਂਦਾ ਸੀ, ਰਾਈਟ। ਸੋ ਇਹ ਕਾਫੀ ਇੰਪੋਰਟੈਂਟ ਚੀਜ਼ਾਂ ਭਾਈ, ਸੋ ਮੇਰੇ ਹਿਸਾਬ ਦੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ, ਰਾਈਟ। ਇਸੇ ਕਰਕੇ ਉਜੈਨ ਹੈ ਨਾ, ਉਜੈਨ, ਚਲੋ ਕੈਪੀਟਲ। ਹੁਣ ਆ ਗਿਆ ਭਾਈ ਅਗਲਾ, ਕਹਿੰਦਾ ਜੀ ਪਹਿਲੀ ਵਾਰ ਇਨਵੇਡ ਇੰਡੀਆ ਤੇ ਕਿਹਨੇ ਕੀਤਾ? ਜ਼ੀਰਸ ਨੇ ਕੀਤਾ, ਅਲੈਗਜ਼ੈਂਡਰ ਨੇ ਕੀਤਾ, ਡੇਰੀਅਸ ਵਾਲੇ ਨੇ ਕੀਤਾ, ਜਾਂ ਸੈਲੂਲਕਸ ਨੇ ਕੀਤਾ? ਹੁਣ ਇਹਦੇ ਤੇ ਵੀ ਕਾਫੀ ਜਾਣਿਆਂ ਨੂੰ ਅਲੈਗਜ਼ੈਂਡਰ ਲੱਗਦਾ ਹੋਣਾ ਜਿਨ੍ਹਾਂ ਨੇ ਨਹੀਂ ਪੜ੍ਹਿਆ ਹੋਣਾ, ਰਾਈਟ। ਸੋ ਪਹਿਲੀ ਇਨਵੇਡ ਕਰਨ ਵਾਲਾ ਜਿਹੜਾ ਸੀਗਾ ਉਹ ਸੀਗਾ ਜੀ ਡੇਰੀਅਸ। ਅੱਛਾ, ਹੁਣ ਫਿਰ ਉਹੀ ਗੱਲ ਆ, ਜਦੋਂ ਮੈਂ ਸਟੋਰੀ ਸਮਝਾ ਹੀ ਰਿਹਾ, ਰਾਈਟ, ਤਾਂ ਮੈਂ ਥੋੜਾ ਬਹੁਤ ਦੱਸ ਦੇਣਾ ਕਿ ਜਦੋਂ ਆਪਾਂ ਵੈਦਿਕ ਕਲਚਰ ਪੜ੍ਹਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਕਿ ਮਗਧ ਅੰਪਾਇਰ ਬਣ ਜਾਂਦਾ ਹੈ ਨਾ। ਮਗਧ ਅੰਪਾਇਰ ਦੇ ਵਿੱਚ ਵੀ ਫਿਰ ਆਪਾਂ ਹਰੇਕ ਡਿਨੈਸਟੀ ਪੜ੍ਹਦੇ ਹਾਂ, ਬਿੰਦੂਸਾਰ ਵਗੈਰਾ, ਰਾਈਟ, ਬਿੰਬੀਸਾਰ ਵਗੈਰਾ। ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਦੇ ਹਾਂ, ਓਬਵੀਅਸ ਗੱਲ ਹੈ, ਸ਼ਿਸ਼ੂਨਾਗ ਡਿਨੈਸਟੀ ਆ ਜਾਂਦੀ ਆ, ਫਿਰ ਨੰਦਾ ਡਿਨੈਸਟੀ ਆ ਜਾਂਦੀ ਹੈ। ਨੰਦਾ ਡਿਨੈਸਟੀ ਜਦੋਂ ਆਉਂਦੀ ਹੈ ਨਾ, ਮਹਾਪਦਮਨੰਦ ਵਗੈਰਾ, ਤਾਂ ਉਸ ਟਾਈਮ ਤੇ ਅਲੈਗਜ਼ੈਂਡਰ ਦਾ ਹਮਲਾ ਵੀ ਹੁੰਦਾ ਗਾ, ਹੈ ਨਾ। ਹਾਲਾਂਕਿ ਉਹ ਚਲੋ ਅੱਡ ਗੱਲ ਆ ਵੀ ਪੋਰਸ ਦੇ ਨਾਲ ਲੜਾਈ ਹੁੰਦੀ ਆ, ਉਹ ਅਲੱਗ ਚੀਜ਼ ਆ ਵੀ 326 BC ਦੇ ਵਿੱਚ ਆਉਂਦਾ, ਉਹ ਚੀਜ਼ਾਂ ਅਲੱਗ ਆ। ਤੁਹਾਨੂੰ ਵੀ ਪਤਾ ਕਿ ਪੋਰਸ ਦੇ ਨਾਲ ਹਮਲਾ ਹੁੰਦਾ, ਪੋਰਸ ਨੂੰ ਹਰਾ ਦਿੰਦਾ, ਫਿਰ ਬਾਅਦ ਦੇ ਵਿੱਚ ਵਧਣ ਲੱਗਦਾ ਤੇ ਉਹਦੀ ਸੈਨਾ ਜਿਹੜੀ ਥੱਕ ਜਾਂਦੀ ਹੈ ਤੇ ਉਹ ਵਾਪਸ ਜਾਣ ਨੂੰ ਕਹਿੰਦੀ ਹੈ ਤੇ ਅਲੈਗਜ਼ੈਂਡਰ ਵਾਪਸ ਮੁੜ ਜਾਂਦਾ, ਰਾਈਟ। ਪਰ ਅਲੈਗਜ਼ੈਂਡਰ ਤੋਂ ਪਹਿਲਾਂ ਵੀ ਪਰਸ਼ੀਅਨ ਵੱਲੋਂ ਹਮਲਾ ਹੋਇਆ ਸੀ, ਪਰਸ਼ੀਅਨ ਸਾਈਡ ਤੋਂ, ਰਾਈਟ। ਤਾਂ ਪਰਸ਼ੀਅਨ ਅੰਪਾਇਰ ਦੇ ਵਿੱਚ ਇੱਕ ਅੰਪਾਇਰ ਸੀਗਾ ਜਿਹਨੂੰ ਆਪਾਂ ਕਹਿੰਦੇ ਆ ਜੀ ਐਕਮੇਨੀਅਨ ਅੰਪਾਇਰ, ਐਕਮੇਨੀਅਨ ਰੂਲ ਸੀਗਾ ਜਾਂ ਐਕਮੇਨੀਅਨ ਅੰਪਾਇਰ ਸੀਗਾ। ਇਹ ਪਰਸ਼ੀਅਨ ਅੰਪਾਇਰ ਸੀ ਇੱਕ, ਜਿਵੇਂ ਆਪਾਂ ਇੰਡੀਅਨ ਦੇ ਵਿੱਚ ਮਗਧ ਅੰਪਾਇਰ ਸਭ ਤੋਂ ਪਹਿਲਾਂ ਅੰਪਾਇਰ ਪੜ੍ਹਦੇ ਹਾਂ ਇੰਡੀਆ ਦੇ ਵਿੱਚ, ਤਾਂ ਉਸੇ ਤਰੀਕੇ ਦੇ ਨਾਲ ਪਰਸ਼ੀਅਨ ਕੰਟਰੀਜ਼ ਦੇ ਵਿੱਚ ਈਰਾਨ, ਇਰਾਕ ਸਾਈਡ, ਹੈ ਨਾ, ਇੱਕ ਅੰਪਾਇਰ ਸੀਗਾ ਜਿਹੜਾ ਸੀਗਾ ਐਕਮੇਨੀਅਨ ਅੰਪਾਇਰ। ਤਾਂ ਐਕਮੇਨੀਅਨ ਅੰਪਾਇਰ ਆ ਜਿਹੜਾ ਇਹ ਵੈਸਟ ਵੱਲ ਤੋਂ ਆਉਂਦਾ ਓਬਵੀਅਸ ਗੱਲ ਆਪਣੇ ਇੰਡੀਆ ਵੱਲ ਮੂਵ ਕਰ ਰਿਹਾ ਸੀ, ਯਾਨੀ ਇਹ ਤਕਸ਼ਿਲਾ ਵੱਲ ਆ ਰਿਹਾ ਸੀ, ਸਿੰਧ, ਪੰਜਾਬ, ਬਲੂਚਿਸਤਾਨ ਇੱਧਰ ਆ ਰਿਹਾ ਸੀ ਹਮਲਾ ਕਰਨ। ਤਾਂ ਉਹਦਾ ਜਿਹੜਾ ਪਹਿਲਾ ਜਾਨੀ ਕਿ ਜਿਹੜਾ ਰੂਲਰ ਸੀਗਾ ਉਹਦਾ ਨਾਮ ਸੀਗਾ ਜੀ ਡੇਰੀਅਸ ਫਸਟ। ਸੋ ਇਹ ਤਕਸ਼ਿਲਾ, ਪੰਜਾਬ, ਸਿੰਧ, ਬਲੂਚਿਸਤਾਨ ਜਿਹੜਾ ਏਰੀਆ ਗਾ ਉਸ ਤੇ ਕਬਜ਼ਾ ਕਰਨ ਦੇ ਵਿੱਚ ਕਾਮਯਾਬ ਰਹਿੰਦਾ। ਉਸ ਤੋਂ ਬਾਅਦ ਓਬਵੀਅਸ ਗੱਲ ਆ ਕਾਮਯਾਬ ਨਹੀਂ ਹੁੰਦਾ, ਰਾਈਟ। ਇਸ ਤੋਂ ਬਾਅਦ ਇਹਦਾ ਫਾਲੋਅਰ ਆਉਂਦਾ ਗਾ ਜਿਹਦਾ ਨਾਮ ਜ਼ੀਰਿਸ ਹੁੰਦਾ, ਫਿਰ ਇਹ ਕਾਮਯਾਬ ਨਹੀਂ ਹੁੰਦਾ, ਫਿਰ ਅਲੈਗਜ਼ੈਂਡਰ ਆਉਂਦਾ ਬਾਅਦ ਦੇ ਵਿੱਚ ਇਹਦੇ ਪਿੱਛੇ। ਹਾਲਾਂਕਿ ਅਲੈਗਜ਼ੈਂਡਰ ਲੜ ਰਿਹਾ ਹੁੰਦਾ ਇਹਨਾਂ ਦੇ ਨਾਲ, ਪਰਸ਼ੀਅਨ ਤੇ ਹਮਲਾ ਕਰ ਰਿਹਾ ਹੁੰਦਾ। ਉਹ ਜਦੋਂ ਪਰਸ਼ੀਅਨ ਤੇ ਹਮਲਾ ਕਰਨਾ ਹੁੰਦਾ ਉਹਨੂੰ ਪਤਾ ਲੱਗਦਾ ਵੀ ਪਰਸ਼ੀਅਨ ਤਾਂ ਗਾਹਾਂ ਇੰਡੀਆ ਤੱਕ ਹਮਲਾ ਕਰੀ ਬੈਠੇ ਆ, ਫਿਰ ਉਹਨੂੰ ਇੰਡੀਆ ਬਾਰੇ ਵੀ ਪਤਾ ਲੱਗਦਾ। ਹਾਲਾਂਕਿ ਉਹਨੂੰ ਤਾਂ ਐਂ ਲੱਗਦਾ ਹੁੰਦਾ ਸੀਗਾ ਵੀ ਇੰਡੀਆ ਜਿਹੜਾ ਹੈਗਾ ਉਹ ਬਸ ਸਿੰਧ, ਪੰਜਾਬ ਤੱਕ ਹੀ ਆ, ਉਦੋਂ ਬਾਅਦ ਤੱਕ ਸਮੁੰਦਰੀ ਆ। ਪਰ ਬਾਅਦ ਦੇ ਵਿੱਚ ਉਹਨੂੰ ਪਤਾ ਲੱਗਦਾ ਵੀ ਫਿਰ ਤਾਂ ਮਗਧ ਅੰਪਾਇਰ ਵੀ ਪਿਆ ਇੱਕ। ਮਗਧ ਅੰਪਾਇਰ ਦੇ ਵਿੱਚ ਸਭ ਤੋਂ ਵਧੀਆ ਜਾਂ ਸਭ ਤੋਂ ਪਪੂਲਰ ਡਾਇਨੈਸਟੀ ਚੱਲ ਰਹੀ ਸੀ ਨੰਦਾ ਡਾਇਨੈਸਟੀ। ਉਹਨੂੰ ਫੇਰ ਲੱਗਿਆ ਕਿਉਂਕਿ ਉਹ ਪ੍ਰੋਮਿਸ ਕਰਕੇ ਆਇਆ ਸੀ ਆਪਦੇ ਫੌਜੀਆਂ ਨਾਲ ਵੀ ਆਪਾਂ ਪਰਸ਼ੀਅਨ ਨੂੰ ਹੀ ਜਿੱਤਣਾ, ਤੇ ਡੇਰੀਅਸ ਫਸਟ ਆ ਜਿਹੜਾ ਉਹ ਤਕਸ਼ਿਲਾ, ਪੰਜਾਬ, ਬਲੋਚਿਸਤਾਨ, ਸਿੰਧ ਕੰਨੀ ਪਹੁੰਚ ਚੁੱਕਿਆ ਤੇ ਆਪਾਂ ਉਹਨੂੰ ਵੀ ਜਿੱਤ ਲਈਏ। ਉਦੋਂ ਬਾਅਦ ਤਾਂ ਕੁਝ ਹੈ ਹੀ ਨਹੀਂ। ਉਹ ਜਦੋਂ ਸਿੰਧ ਪੰਜਾਬ ਦੇ ਵਿੱਚ ਆਉਂਦਾਗਾ ਤਾਂ ਉਦੋਂ ਬਾਅਦ ਪਤਾ ਲੱਗਦਾ ਕਿ ਭਾਈ ਅੱਗੇ ਤਾਂ ਤੁਹਾਡੀ ਭਲਾ ਕਰੇ ਕੀ ਕਹਿੰਦੇ ਹੁੰਦੇ ਆ ਮਗਧ ਅੰਪਾਇਰ। ਮਗਧ ਅੰਪਾਇਰ ਦੇ ਵਿੱਚ ਨੰਦਾ ਡਾਇਨੈਸਟੀ ਇੰਨੀ ਜ਼ਿਆਦਾ ਮਸ਼ਹੂਰ ਆ, ਮਹਾਪਦਮਨੰਦ ਵਰਗੇ ਹੈਗੇ ਆ, ਰਾਈਟ। ਸੋ ਉਹ ਫਿਰ ਫੌਜੀਆਂ ਨੂੰ ਕਹਿੰਦਾ ਵੀ ਆਪਾਂ ਹਜੇ ਫੜ, ਉਹ ਕਹਿੰਦਾ ਯਾਰ ਉਦੋਂ ਗਾਹਾਂ ਕੋਈ ਹੋਰ ਪਏ ਹੋਣਗੇ, ਤੂੰ ਤਾਂ ਹਟਦਾ ਹੀ ਨਹੀਂ, ਰਾਈਟ। ਇਸ ਕਰਕੇ ਬੇਸਿਕਲੀ ਉਹਦੀ ਆਰਮੀ ਬਹੁਤ ਜ਼ਿਆਦਾ ਥੱਕ ਗਈ ਹੁੰਦੀ ਹੈ, ਬਹੁਤ ਸਾਲਾਂ ਤੋਂ ਲੜ ਰਹੇ ਹੁੰਦੇ ਆ।
इस करके वो वापस चले जाते हैं। वापस चले जाते तो भाई फिर अलेगजेंडर जो दुनिया का जितने वाला सुपना जो रह जाता, हालांकि दुनिया को मैक्सीमम तो उन्हें जित ही लिया। पर हाँ, जो डेरियस फर्स्ट है बेसिकली सब तो पहले इंडिया से यही हमला करता, तक्षशिला, सिंध, बलोचिस्तान जो वैसटर्न प्रोविंस है बेसिकली उसको जितया जाता। अच्छा, प्रोविंस तो याद आया कि इन्हों भी अपने स्टेट्स होंगे, अपना स्टेट कह लो, प्रोविंस कह लो, है ना, जिथे ये राज कर देंगे ये पहली प्रोविंस है जी, हाँ मेरी दूजी प्रोविंस है, तीजी प्रोविंस है, चौथी प्रोविंस है। उस तरीके के नाल जी इंडिया से जो इन्होंने उसको जितया तो इन्हों की किन्नवीं प्रोविंस सी 20th प्रोविंस, 20th प्रोविंस सी। एंड इस प्रोविंस को यह कहते सी क्षत्रापी। सो एक काफ़ी इंपोर्टेंट है, क्षत्रापी का मतलब प्रोविंस, राइट है भाई। सो यह 20th प्रोविंस सी। पूछा जा सकता भी डेरियस ने जो इंडिया पर हमला किया जो इंडिया का जो तक्षशिला, सिंध, बलोचिस्तान वाला एरिया उन्होंने कब्जे में लिया तो वह किन्नवां प्रोविंस सीगा और 20th 20वां प्रोविंस सीगा जिन्होंने आप 20th प्रोविंस या क्षत्रापी कह दें। और समझ लगी भी सब तो पहला जो हमला करने वाला सी डेरियस फर्स्ट सीगा, तो डेरियस फर्स्ट का नाम दारा फर्स्ट भी है, राइट, दारा फर्स्ट भी इन्हों लिखा जाता है। वो समझ लगी भाई बहुत डिटेल दे विच। अच्छा चलो ठीक है, आपकी प्रमोशन करनी चाहिए है, जो इन्नी डिटेल दे विच मैं इत्थे पढ़ा रहा तो मैं थ्योरी वगैरह होर भी बहुत डिटेल दे विच पढ़ाउणा, जिहदे नाल PPSC का कोई भी कोर्स या PPSC का कोई भी पेपर, PPSC ऑब्वियस गल है, जो फाउंडेशन कोर्स मेरा चल रहा है, PSSB का एक फाउंडेशन कोर्स चल रहा है, वो फाउंडेशन कोर्स का मतलब की है कि पूरी डिटेल दे विच जिन्ना हो सकता है। PPSC ऑब्वियस गल है जिहदे विच PCS या आपां नैब तहसीलदार, कोऑपरेटिव इंस्पैक्टर ये इन्हों आपां फॉलो करते हैं या इन्हों आपां कवर करते हैं। PSSB दे विच जिहड़े एक्साइज इंस्पैक्टर, क्लर्क वगैरह के पेपर हो गए या फूड इंस्पैक्टर वगैरह भी तुहाडा PSSB ने लेना, जो भी वो अंडर आता बेसिकली उन्होंने वास्ते आप तैयारी करते हैं। सो जेकर तैयारी करना चाहते हो वधिया तरीके नाल एप्लीकेशन इंस्टॉल कर लो। मैं बहुत घट यूट्यूब पर आना, पर जदों भी आना तो ऑब्वियस गल है तुहाडे वास्ते इन्नी डिटेल दे विच ही जानकारी लैके आना, राइट हो गया। सो ये डेरियस फर्स्ट वाला कंसैप्ट तुहानूं पल्ले पै गया होना, ठीक हो गया भाई। चलो अगला आप आने कहता द सोशल सिस्टम ऑफ हड़प्पाज वाज, हड़प्पन का जो सोशल सिस्टम सीगा, कल्चर जोड़ा सीगा, समाजिक प्रणाली सी, की सी फेयरली एलिगेटरियन, स्लेव लेबर बेस्ड, कलर वर्ना बेस्ड हो गया या कास्ट बेस्ड हो गया। मैं तुहानूं दस्सिया कि जो कास्ट सिस्टम आया ये तो वैदिक कल्चर के विच ही आया, तो वैदिक कल्चर के भी किहड़े पीरियड के आया, लेटर कि अर्ली, अर्ली वैदिक पीरियड के रिग वैदिक के नहीं सीगा, पर जो लेटर वैदिक पीरियड जिहदे सामवेद, यजुर्वेद, अथर्ववेद आता वो आपां नूं कास्ट सिस्टम देखने को मिलता। सो ना तो कलर बेस्ड सीगा ते ना ही कास्ट बेस्ड सीगा, स्लेव लेबर बेस्ड भी नहीं सीगा उस टाइम ते। स्लेव किहड़ी सी तो हड़प्पन का जोड़ा बेसिकली जोड़ा कल्चर सीगा वो मिलण जुलण वाला सीगा। एलिगेटरियन का मतलब होंदा जिहड़े सैकुलर होंदे बेसिकली किसी भी धर्म के विश्वास रखने वाले नहीं होंदे। उस टाइम ते किहड़ा धर्म सीगा, सारे मिल जुल के रहिंदे सी, फेयरली एलिगेटरियन, जिहड़े ह्यूमन यानी ऑब्वियस गल इंसानियत ते जिहड़ा हैगा विश्वास रखने वाले। समझ लगी भाई। सो बहुत सौखा सीगा। अगला कहता कि बुद्धा गेव हिज फर्स्ट सरमन एट द डियर पार्क। सो बुद्धा ने अपना पहला सरमन यानी पहली टीचिंग है जी कित्थे दित्ती है, मगध दे विच दित्ती है, सारनाथ सांची लुंबनी। सो तुहानूं पता है सब नूं कि इहदा आंसर जिहड़ा होगा जी सारनाथ आऊगा, ठीक है। सो पहली टीचिंग है जी बुद्धा की वह सारनाथ दे विच रही है। डियर पार्क जरूर याद रख लेना है। समझ लगी भाई। सो ये काफ़ी इंपॉर्टेंट है। हुण जो आप बुद्धा के रिलेटेड पढ़ते हैं तो बुद्धा के रिलेटेड एक जानकारी जरूर इकट्ठी करके जाओ। जोड़ा हॉर्स सीगा ना, घोड़ा बुद्धा का, गौतम बुद्ध का जोड़ा हॉर्स सी, नाम पूछा जाना होंगे, राइट। हालांकि ये जिक्र क्यों किया तो मैं दस दिना, क्योंकि आप टीचिंग की गल कर रहे हैं तो टीचिंग को आप एक ईवेंट के नाम नाल जानते हैं, पर वो मैं दसूँगा। पर उस तो पहले आप सारे ईवेंटा बारे जानकारी लेने। इस तो पहले तो गलबात आप बर्थ की भी कर ली, टीचिंग की भी कर ली, या इनलाइटलमेंट की भी कर ली, या डैथ की भी कर ली, है ना। पर उन्होंने नाम भी दिता गया। सो जेकर आप हॉर्स के नाम की गल करिए तो कंथक जोड़ा सीगा इन्हां दा एक हॉर्स सीगा, घोड़ा सीगा, उहदा नाम कंथक सी, याद रख लो, गौतम बुद्ध का, राइट हो गया। सो हुण जेकर आप बर्थ की गल करिए तो बर्थ आप पढ़ियागा लुंबनी नेपाल दे विच, उसनूं भी एक साइन दिता गया। ये घोड़े तो ही याद आया या घोड़े नाल ही रिलेटेड है, दसूँगा, राइट। सो बेसिकली जो बर्थ है, जिवें आपां गलबात की है ना कि जोड़े तीर्थंकर है उन्होंने अपना अपना एक साइन रखा होया सी, उस तरीके दे नाल जिहड़ा गौतम बुद्ध के रिलेटेड है बेसिकली उसनूं भी साइन के नाल रिलेट किया जाता है, राइट हो गया। सो जिहड़ा बर्थ है उसनूं किहड़े साइन के नाल रिलेट किया जाता है, लोटस के नाल जां बुल दे नाल। सो याद रखियो भाई, लोटस के नाल जां बुल दे नाल, लोटस के नाल जां बुल दे नाल, राइट। सो तुसीं याद रख सकते हो, राइट। इस तो बाद अच्छा इहनूं कहंदे की है, इहनूं कहंदे जी महाबनिष्कर्मा, महाबनिष्कर्मा इस ईवेंट में कहा जाता है। कर्मणा कह लो या कर्मा कह लो,
है ना, कर्मणा कह लो, महाविनिष्कर्मणा, राइट। सो ये बर्थ के रिलेटेड है गौतम बुद्ध के, जिहदे साइन है लोटस ते बुल। यानी पूछा जाता होंगे भी जिहड़ा गौतम बुद्ध का जिहड़ा बर्थ है उसनूं किस साइन के नाल डिनोट किया जाता, लोटस ते जां बुल दे नाल, राइट हो गया। इस तो बाद जेकर आपां गलबात करिए तो जदों इन्होंने अपना घर छड्डिया तो घर छड्डण दे नाल अपना घोड़ा भी छड्डिया, राइट। हालांकि इन्हां दा घोड़ा सब तो ज़्यादा प्रिय सी, इन्हां नूं सब तो ज़्यादा प्यारा सी बेसिकली, राइट। तो घोड़ा भी छड्डिया इन्होंने। सो उस ईवेंट नूं आपदे घोड़े छड्डण नूं जां घर छड्डण नूं कह लो, उस ईवेंट नूं की कहा गया, निर्वाणा, निर्वाणा। सो ये ऑब्वियस गल आ, घर छड्डिया है ना 29 साल की उम्र के, राइट। सो उम्र भी याद रख लो, राइट। उस तो बाद जिहड़ा इन्हां दा इनलाइटलमेंट हुई है, इनलाइटलमेंट, इनलाइटलमेंट स्पैलिंग देख लो कोई चक्कर नहीं, राइट। इनलाइटलमेंट हुई है उन्होंने आप डिनोट करते हैं यानी धर्म चक्कर परिवर्तन के नाल, धर्म चक्कर परिवर्तन के नाल, ते उन्हें डिनोट करते आप व्हील के नाल, ठीक है। सो याद रखना गा, क्योंकि हॉर्स की जो आप गलबात की तो कंथक हो गया, तो उस तरीके के नाल जिहड़ा निर्वाणा है जदों जदों इन्होंने घर छड्डिया बेसिकली, तो घोड़ा भी छड्डिया, तो इस करके उसनूं जिहड़ा साइन दिता गया वो हॉर्स का दिता गया। सो याद रखना काफ़ी इंपॉर्टेंट है। बर्थ हो गया, लोटस ते बुल हो गया, राइट है। सो निर्वाणा हो गया, ऑब्वियस गल है, ठीक है। तो जो बर्थ है उसनूं आपां कहंदे महाविनिष्कर्मणा, तो जो निर्वाणा गा जदों बेसिकली इन्होंने घर छड्डिया गा, राइट है, उन्होंने आपां डिनोट करते हैं हॉर्स के नाल। इनलाइटलमेंट ज्ञान की प्राप्ति जिहड़ी हुई है जिन्होंं आपां धर्म चक्कर परिवर्तन कहने आ, उन्होंने आपां डिनोट करते हैं व्हील के नाल, राइट। आपां सो याद रख सकते हो, काफ़ी इंपॉर्टेंट है, राइट है। सो इस तो बाद फिर जिहड़ा ऑब्वियस गल है स्तूपा, यानी जिथे इन्हां दी डैथ हुंदी हैगी, राइट। यानी डैथ नूं जिहड़ा हैगा महापरिनिर्वाणा जिन्होंने आपां कहने बेसिकली, उन्होंने आपां स्तूपा दे नाल डिनोट करते हैं। एंड स्तूपा जिहड़े हुंदे सी बेसिकली, ये स्तूपा हुंदे सी जिहड़े बुद्धिस्ट मॉन्क हुंदे सी ना, जिहड़े फेमस हुंदे सी जां बुद्धिस्ट मॉन्क की जो डैथ हो जाती सी तो उत्थे उन्होंने प्रिजर्व करके रखा जाता सी, है ना। सो ये काफ़ी इंपॉर्टेंट है स्तूपा, ठीक है। सो भाई ये सारी चीज़ां तुसीं जरूर नोट करनी है, राइट है। किनू किनू किवें किवें डिनोट किया गया ये तुसीं जरूर जरूर याद रखना है, और समझ लग गई भाई। सो ये काफ़ी इंपॉर्टेंट है, ठीक हो गया। सो सारनाथ इसका राइट आंसर बन गया। एक मिनट पानी पीना बस मैं। कितना टाइम हो गया, घंटा। चलो खैर, इस तो बाद आप गलबात करते हैं, द ग्रेट सिल्क रूट टू द इंडियंस वाज ओपनड बाय। तो सिल्क रूट आ जो बेसिकली ये हुण किहदे द्वारा ओपन किया गया, तो आप पढ़ ही लिया ना, सिल्क रूट कनिष्का की आप गलबात की है। सो कनिष्का, राइट। सो कनिष्का इज द राइट आंसर। एंड कनिष्का किहड़ी डायनेस्टी के नाल रिलेटेड सीगा, कुशाण डायनेस्टी के नाल रिलेटेड सी, कुशाण डायनेस्टी के नाल रिलेटेड सी, राइट। तो जिहड़ा ये पूरा सिल्क रूट आ जिहड़ा एरिया कवर करता सीगा, वो करता सीगा जी चाइना टू ईरान। सो याद रखिए चाइना टू ईरान। कनिष्का के टाइम ते हालांकि आप 4th बुद्धिस्ट कौंसल जी आप पढ़ी है, जी कुंडलवाना कश्मीर के होई है, मैं उदों ही दसिया सीगा कि वासुमित्र ते जिहड़ा नागार्जुन सी उन्होंने उसनूं चेयर किया सी, यानी उस सभा नूं चलाया सी। महायाना सैक्टर पता होगा, पर कोर्ट पोइट्स तो भी अपन पूछ लेते भी इन्हों की कोर्ट दे विच कौन सी, क्योंकि कनिष्का नूं सैकंड अशोका कहा जाता ना, तो इस टाइम ते भी कोर्ट दे विच काफ़ी मशहूर परसनैलिटियां सीगियां जिन्हां दा नाम सीगा जी वासुमित्र, वासुमित्र हो गया, राइट है। सो याद रखना। पार्सव हो गया, पार्सव, पार्सव कह लो या पार्सवा कह लो, ठीक है, जो मर्जी कह सकते हो। वासुमित्र हो गया, राइट है। नाग अर्जुन हो गया, नाग अर्जुन हो गया, चरक हो गया, राइट है। सो यह याद रखना। सो इन्हों के नाम काफ़ी इंपोर्टेंट है। सो ये जिमें पुछ लिया जाता ना भी वासुमित्र किहदे टाइम पीरियड ते सी, या नाग अर्जुन किहदे टाइम पीरियड ते सी, चरक किहदे टाइम पीरियड ते सी। सो ये पुछ लिया जाता, सो इस करके याद रखना है। अगला आ गया विच ऑफ द फॉलोइंग इज द ओल्डेस्ट डायनेस्टी। सो इन्हों के ओल्डेस्ट किहड़ी है भाई, सो ओल्डेस्ट मौर्य, गुप्ता, कुशाण, कनवा। सो ऑब्वियस गल है कुशाण कनवा तो आईयां बाद है, एंड गुप्ता तो पहला आई है मौर्य, राइट। सो इसका आंसर जो आ जाऊगा जी वो मौर्य एंपायर आ जाऊगा, राइट। ये तो सौखा ही है मौर्यन एंपायर। एंड मौर्यन एंपायर का जो फाउंडर सीगा उसका नाम की सीगा चंद्रगुप्त, चंद्रगुप्त मौर्य, चंद्रगुप्त मौर्य, ठीक है। सो याद रख सकते हो, काफ़ी इंपॉर्टेंट है। चंद्रगुप्त मौर्य हो गया। फिर इस तो बाद आप गलबात करते हैं बिंदुसार दी, बिंदुसार दी, राइट है। फिर उस तो बाद आप गलबात करते हैं अशोका दी,
ਰਾਈਟ। ਫਿਰ ਅਸ਼ੋਕਾ ਤੋਂ ਬਾਅਦ ਵੀ ਆਉਂਦੇ ਪਰ ਉਹ ਇੰਨੇ ਜ਼ਿਆਦਾ ਪਪੂਲਰ ਨਹੀਂ ਹੁੰਦੇ। ਸੋ ਚੰਦਰਗੁਪਤ ਮੌਰਿਆ ਤੋਂ ਸ਼ੁਰੂਆਤ ਹੈ। ਸੋ ਮੌਰੀਅਨ ਇੰਪਾਇਰ ਇਹਨਾਂ ਦੇ ਵਿੱਚੋਂ ਓਲਡੈਸਟ ਹੋ ਗਿਆ। ਉਹ ਸਮਝ ਲੱਗ ਗਈ ਭਾਈ, ਕਾਫੀ ਇੰਪੋਰਟੈਂਟ ਹੈ। ਅਗਲਾ ਆ ਗਿਆ ਜੀ, ਕਹਿੰਦਾ ਇਹਨਾਂ ਵਿੱਚੋਂ ਕਿਸ ਨਾਲ ਤਾਮਿਲ ਵਿੱਚ ਕਲਾਸਿਕ ਜੀਵਿਕਾ ਚਿੰਤਾਮਣੀ ਸੰਬੰਧਿਤ ਹੈ। ਦੇਖੋ ਇੱਥੋਂ ਹੀ ਕੁਐਸਚਨ ਇੱਕ ਰਿਲੇਟ ਹੋ ਕੇ ਆਇਆ ਸੀ, ਹਨਾ, ਜਿਹਨੂੰ ਆਪਾਂ ਕਹਿੰਦੇ ਅਗਮਸ, ਕਿ ਆਹ ਜਿਹੜਾ ਅਗਮ ਹੈ ਇਹ ਕਿਹਦੇ ਨਾਲ ਰਿਲੇਟਡ ਸੀਗਾ। ਇਹ ਕੁਐਸਚਨ ਪੀਟਰ ਪਲੱਸ ਬੀ ਕਲਰਕ ਦੇ ਵਿੱਚ ਪੁੱਛਿਆ ਗਿਆ ਸੀ ਐਂਡ ਜੈਨਿਜ਼ਮ ਨਾਲ ਰਿਲੇਟਡ ਸੀ। ਹਾਲਾਂਕਿ ਥੋੜੀ ਬਹੁਤ ਕੰਟਰੋਵਰਸੀ ਇੱਥੇ ਹੋਈ ਹੈ, ਕਿਉਂਕਿ ਥੋੜਾ ਬਹੁਤ ਕੁਐਸਚਨ ਨੂੰ ਸਮਝਾਉਣਾ ਹੋਰ ਤਰੀਕੇ ਦੇ ਨਾਲ ਚਾਹੀਦਾ ਸੀ, ਕਿਉਂਕਿ ਅਗਮਸ ਆਪਾਂ ਨੂੰ ਬੁੱਧਿਜ਼ਮ ਦੇ ਵਿੱਚ ਵੀ ਮਿਲਦੇ ਆ, ਬੁੱਧਿਸਟ ਲਿਟਰੇਚਰ ਦੇ ਵਿੱਚ ਵੀ ਮਿਲਦੇ ਆ, ਤੇ ਆਪਸ਼ਨ ਦੇ ਵਿੱਚ ਬੁੱਧਿਸਟ ਵੀ ਪਿਆ ਸੀ। ਪਰ ਜੇ ਆਪਾਂ ਥੋੜਾ ਜਿਹਾ ਹੋਰ ਡੀਪ ਦੇ ਵਿੱਚ ਜਾਈਏ ਤਾਂ ਬੁੱਧਿਸਟ ਦੇ ਵਿੱਚ ਆਪਾਂ ਪਿਟਾਕਾਸ ਕਹਿੰਦੇ ਆ, ਜਿਹਨੂੰ ਆਪਾਂ ਪਿਟਕਾ ਜਾਂ ਪਿਟਾਕਾ ਕਹਿ ਲਓ, ਪਿਤਾਕਾਸ, ਰਾਈਟ। ਪਰ ਜਦੋਂ ਆਪਾਂ ਜੈਨਿਜ਼ਮ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਆਪਾਂ ਆਗਮ ਨੂੰ ਬਹੁਤ ਡਿਟੇਲ ਦੇ ਵਿੱਚ ਪੜ੍ਹਦੇ ਹਾਂ, ਕਿਉਂਕਿ ਆਗਮਸ ਦੇ ਵਿੱਚ ਬੇਸਿਕਲੀ ਜਿੰਨੇ ਵੀ ਤੀਰਥੰਕਰ ਸੀਗੇ ਉਹਨਾਂ ਦੀ ਆਪਾਂ ਨੂੰ ਟੀਚਿੰਗਸ ਵਗੈਰਾ ਮਿਲਦੀਆਂ, ਤੇ ਇੱਕ ਨਾਨ ਆਗਮ ਸੀਗੇ। ਨਾਨ ਆਗਮ ਦੇ ਵਿੱਚ ਇਹਨਾਂ ਤੇ ਜੋ ਟੀਚਿੰਗ ਆ ਉਹਨਾਂ ਤੇ ਹੋਰ ਯਾਨੀ ਕਮੈਂਟ ਬਾਜ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ, ਜਿਹਨੂੰ ਆਪਾਂ ਐਕਸਪਲੇਨ ਹੋਰ ਤਰੀਕੇ ਦੇ ਨਾਲ ਕਰਦੇ ਹਾਂ, ਰਾਈਟ। ਕਮੈਂਟ ਵਗੈਰਾ ਜਿਹੜੇ ਹੈਗੇ ਨਾਨ ਆਗਮ ਦੇ ਵਿੱਚ ਆਪਾਂ ਨੂੰ ਮਿਲਦੇ ਆ, ਯਾਨੀ ਉਹਨਾਂ ਦੀ ਜਿਵੇਂ ਆਪਾਂ ਕਹਿੰਦੇ ਨੇ ਵੀ ਇਹਦੇ ਤੇ ਕਿਸੇ ਨੇ ਕਮੈਂਟ ਕੀਤਾ ਹੋਇਆ। ਵੀ ਕਮੈਂਟ ਦਾ ਮਤਲਬ ਜਿਵੇਂ ਆਪਾਂ ਗੱਲਬਾਤ ਕਹਿੰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਟੇਟਮੈਂਟ ਦਿੱਤੀ, ਰਾਈਟ, ਤੇ ਮਹਾਰਾਜਾ ਰਣਜੀਤ ਸਿੰਘ ਦੀ ਸਟੇਟਮੈਂਟ ਤੇ ਗਾਹਾਂ ਕਿਸੇ ਨੇ ਸਟੇਟਮੈਂਟ ਹੋਰ ਦਿੱਤੀ, ਜਿਵੇਂ ਅੱਜ ਕੱਲ੍ਹ ਮਾਡਰਨ ਟਾਈਮ ਦੇ ਵਿੱਚ, ਰਾਈਟ। ਉਸ ਤਰੀਕੇ ਨਾਲ ਆਗਮਸ ਹੁੰਦੇ ਸੀ ਟੀਚਿੰਗ ਜਿਹੜੀਆਂ ਕਿ ਜੈਨਿਜ਼ਮ, ਫਿਰ ਉਹਨਾਂ ਤੇ ਕਮੈਂਟ ਨਾਨ ਆਗਮਸ ਦੇ ਵਿੱਚ ਮਿਲਦੇ ਸੀ। ਇਸੇ ਕਰਕੇ ਆਗਮਸ ਤੋਂ ਕੁਐਸਚਨ ਆਇਆ ਸੀ ਜਿਹਦਾ ਆਨਸਰ ਜੈਨਿਜ਼ਮ ਆ ਗਿਆ, ਰਾਈਟ। ਸੋ ਇਸੇ ਤਰੀਕੇ ਦੇ ਨਾਲ ਆਪਾਂ ਨੂੰ ਪੁੱਛਿਆ ਵੀ ਇਹਨਾਂ ਵਿੱਚੋਂ ਕਿਸ ਨਾਲ ਤਾਮਿਲ ਕਲਾਸਿਕ ਜੀਵਾਕਾ ਚਿੰਤਾਮਣੀ ਹੈ ਜਿਹੜੀ ਸੰਬੰਧਿਤ ਹੈ, ਰਾਈਟ। ਯਾਨੀ ਜੀਵਾਕਾ ਚਿੰਤਾਮਣੀ ਹੈ ਜਿਹੜੀ ਉਹ ਕਿਹਦੇ ਨਾਲ ਸੰਬੰਧਿਤ ਹੈ, ਰਾਈਟ। ਸੋ ਜੇਕਰ ਆਪਾਂ ਦੇਖੀਏ ਤਾਂ ਹੁਣ ਇਹਦੇ ਵਿੱਚ ਵੀ ਦੇਖੋ ਜੈਨਿਜ਼ਮ ਹੈ, ਬੁੱਧਿਜ਼ਮ ਹੈ, ਹਿੰਦੂਇਜ਼ਮ ਹੈ, ਤੇ ਜਾਂ ਫਿਰ ਆਪਾਂ ਗੱਲਬਾਤ ਕਰਦੇ ਹਾਂ ਕ੍ਰਿਸਚੈਨਿਟੀ ਦੀ, ਰਾਈਟ। ਸੋ ਜਿਹੜਾ ਜੀਵਾਕਾ ਚਿੰਤਾਮਣੀ ਆਊਗੀ ਉਹਦਾ ਆਨਸਰ ਜਿਹੜਾ ਆ ਜਾਊਗਾ ਉਹ ਜੈਨਿਜ਼ਮ ਆ ਜਾਊਗਾ, ਰਾਈਟ। ਸੋ ਬਸ ਯਾਦ ਰੱਖ ਸਕਦੇ ਹੋ, ਹੋਰ ਤਾਂ ਕੀ ਹੈ, ਰਾਈਟ। ਇੰਨਾ ਕੀ ਯਾਦ ਰੱਖਣਾ ਹੈ, ਰਾਈਟ। ਜੀਵਾਕਾ ਬਸ ਇਹਦਾ ਹੁਣ ਕਿਹਨੇ ਇਹ ਲਿਖਿਆ ਗਾ ਜਾਂ ਕੀ ਗੱਲਬਾਤ ਆ ਉਹਦੇ ਬਾਰੇ ਮੇਰੇ ਹਿਸਾਬ ਦੇ ਨਾਲ ਬਹੁਤਾ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ। ਹਾਲਾਂਕਿ ਮੇਰੇ ਦਿਮਾਗ ਦੇ ਵਿੱਚ ਆ ਰਿਹਾ ਕਿ ਕਿਹਨੇ ਲਿਖਿਆ ਸੀ ਇਹ, ਮੈਂ 1 ਮਿੰਟ ਦੱਸਦਾ, ਤਾਂ ਮੇਰੇ ਦਿਮਾਗ ਦੇ ਵਿੱਚੋਂ ਨਿਕਲ ਗਿਆ, ਕਿਉਂਕਿ ਉਹਦਾ ਨਾਮ ਸੀਗਾ ਥੋੜਾ ਜਿਹਾ ਨਾਮ ਟੇਢਾ ਸੀਗਾ ਯਾਰ, ਹਾਂ ਉਹਦਾ ਨਾਮ ਸੀਗਾ ਜੀ ਤਿਰੂ ਤਕਰਦੇਵਾ। ਤਿਰੂ ਕੀ ਹੈ, 1 ਮਿੰਟ, ਤਿਰੂ ਤਕਰਦੇਵਾ, ਹਾਂ। ਹਾਲਾਂਕਿ ਮੈਨੂੰ ਲੱਗਦਾ ਵੀ ਬੜਾ ਜ਼ਿਆਦਾ ਇੰਪੋਰਟੈਂਟ ਹੈ, ਪਰ ਇਹ ਕੁਐਸਚਨ ਆਇਆ ਹੋਇਆ, ਇਸੇ ਕਰਕੇ ਮੇਰੇ ਦਿਮਾਗ ਦੇ ਵਿੱਚ ਆ ਗਿਆ, ਮੈਂ ਦੱਸਦਾ ਮੈਂ ਕਿਹਾ, ਰਾਈਟ। ਸੋ ਯਾਦ ਰੱਖ ਲਿਓ ਜੈਨਿਜ਼ਮ ਨਾਲ ਰਿਲੇਟਡ ਹੈ। ਸੋ ਇਹ ਕਿਹਨੇ ਲਿਖਿਆ ਹੋਇਆ ਜੀਵਾਕਾ ਚਿੰਤਾਮਣੀ, ਸੋ ਇਹ ਤਿਰੂ ਤਕਰਦੇਵਾ, ਯਾਦ ਰੱਖ ਸਕਦੇ ਹੋ। ਕਈ ਵਾਰੀ ਕੁਐਸਚਨ ਪੇਪਰ ਦੇ ਵਿੱਚ ਆ ਜਾਂਦਾ, ਇਸ ਕਰਕੇ ਮੈਂ ਤੁਹਾਨੂੰ ਦੱਸਦਾ, ਹੈ ਨਾ। ਦੇਖੋ ਦਿਮਾਗ ਦੇ ਵਿੱਚ ਤਾਂ ਮੇਰੇ ਵੀ ਨਿਕਲ ਜਾਂਦੇ ਆ, ਸੋ ਇਹ ਕੋਈ ਐਡਾ ਗੱਲ ਨਹੀਂ ਹੁੰਦੀ, ਪਰ ਆਪਸ਼ਨ ਦੇਖ ਕੇ ਜ਼ਰੂਰ ਯਾਦ ਆ ਜਾਂਦਾ, ਠੀਕ ਹੋ ਗਿਆ ਨਾ। ਸੋ ਕੋਈ ਚੱਕਰ ਵਾਲੀ ਗੱਲ ਨਹੀਂ, ਔਖੇ ਨਾਮ ਹੈ। ਇਸ ਤੋਂ ਬਾਅਦ ਆ ਗਿਆ ਜੀ ਵਟ ਵਾਜ਼ ਹੰਪੀ ਨੋਨ ਐਜ਼। ਹੁਣ ਹੰਪੀ ਕਿਵੇਂ ਜਾਣਿਆ ਗਿਆ, ਬੇਸਿਕਲੀ ਹੰਪੀ ਹੈ ਕੀ ਆ। ਇਟ ਵਾਜ਼ ਕੈਪੀਟਲ ਆਫ ਗੋਲਕੁੰਡਾ, ਜਾਂ ਫਿਰ ਲਾਰਜੈਸਟ ਸਟੇਬਲ ਇਨ ਮਿਡੀਵਲ ਇੰਡੀਆ, ਜਾਂ ਫਿਰ ਟ੍ਰਾਂਸਲੇਸ਼ਨ ਆਫ ਦ ਇੰਡੀਅਨ ਐਪਿਕਸ ਟੂ ਪਰਸ਼ੀਅਨਸ, ਜਾਂ ਫਿਰ ਕੈਪੀਟਲ ਆਫ ਵਿਜੇਨਗਰ। ਸੋ ਇੱਕ ਵਿਜੇਨਗਰ ਅੰਪਾਇਰ ਆਪਾਂ ਪੜਾਂਗੇ ਕਹਾਂ ਜਾ ਕੇ, ਰਾਈਟ। ਸੋ ਵਿਜੇਨਗਰ ਆ ਜਿਹੜਾ, ਹਾਂ, ਜਾਂ ਵਿਜੇਨਗਰ ਦੀ ਆਪਾਂ ਸਿਟੀ ਦੀ ਵੀ ਗੱਲ ਕਰਦੇ, ਕੈਪੀਟਲ ਦੀ ਗੱਲ ਕਰਦੇ ਹਾਂ, ਤਾਂ ਹੰਪੀ ਸੀ, ਰਾਈਟ, ਹੰਪੀ। ਸੋ ਇਹ ਕਾਫੀ ਇੰਪੋਰਟੈਂਟ ਹੈ ਭਾਈ, ਰਾਈਟ। ਕਿੱਥੇ ਆ ਇਹ, ਕਰਨਾਟਕਾ ਦੇ ਵਿੱਚ। ਬਸ ਇਹ ਯਾਦ ਰੱਖ ਲਿਓ, ਕਿਉਂਕਿ ਇਹ ਐਜ਼ ਇਟ ਇਜ਼ ਕੁਐਸਚਨ ਪੇਪਰਾਂ ਦੇ ਵਿੱਚ ਬਹੁਤ ਵਾਰ ਘੁੰਮਦਾ ਗਾ। ਅਗਲਾ ਕੁਐਸਚਨ ਆ ਗਿਆ ਜੀ, ਕਹਿੰਦਾ ਮੋਹਨਜੋਦਾੜੋ ਇਨ ਸਿੰਧੀ ਮੀਨਸ। ਮੈਂ ਦੱਸਿਆ ਸੀਗਾ ਮੋਹਨਜੋਦਾੜੋ ਦੇ ਵਿੱਚ ਕਿਉਂਕਿ ਆਪਾਂ ਨੂੰ ਕੰਕਾਲ ਵਗੈਰਾ ਬਹੁਤ ਮਿਲੇ ਆ, ਰਾਈਟ, ਇਸ ਕਰਕੇ ਇਸ ਨੂੰ ਆਪਾਂ ਮਾਊਂਡ ਆਫ ਡੈਡ ਕਹਿੰਦੇ ਆ। ਤੇ ਨਖਲਿਸਤਾਨੀ ਵੀ ਯਾਦ ਹੋਊਗਾ, ਹਨਾ। ਨਖਲਿਸਤਾਨੀ, ਮੋਹਨਜੋਦਾੜੋ ਨੂੰ ਆਪਾਂ ਕੀ ਕਹਿੰਦੇ, ਨਖਲਿਸਤਾਨੀ, ਨਖਲਿਸਤਾਨੀ, ਰਾਈਟ। ਐਂਡ ਮੋਹਨਜੋਦਾੜੋ ਕਿਹੜੀ ਰਿਵਰ ਦੇ ਕੰਢੇ ਸੀਗਾ ਭਾਈ, ਇਹ ਸੀਗਾ ਜੀ ਇੰਡਸ ਰਿਵਰ ਦੇ ਕੰਢੇ। ਅੱਛਾ, ਮੋਹਨਜੋਦਾੜੋ ਦਾ ਆਪਾਂ ਨੂੰ ਟ੍ਰੇਡ ਕਿਹਦੇ ਨਾਲ ਮਿਲਦਾ ਗਾ, ਮੈਸੋਪੋਟਾਮੀਅਨ ਦੇ ਨਾਲ ਟ੍ਰੇਡ ਮਿਲਦਾ। ਕਿਉਂ, ਕਿਉਂਕਿ ਮੈਸੋਪੋਟਾਮੀਅਨ ਦੀ ਆਪਾਂ ਨੂੰ ਇੱਥੇ ਸੀਲਜ਼ ਮਿਲਦੀਆਂ, 2 ਮੈਸੋਪੋਟਾਮੀਅਨ ਸੀਲ ਆਪਾਂ ਨੂੰ ਬੇਸਿਕਲੀ ਮਿਲੀਆਂ ਨੇ, ਕਿੱਥੇ ਪਹਿਲਾਂ ਮੋਹਨਜੋਦਾੜੋ ਦੇ ਵਿੱਚ। ਐਂਡ ਬ੍ਰੌਂਜ ਡਾਂਸਿੰਗ ਗਰਲ ਆਪਾਂ ਨੂੰ ਮਿਲਦੀ ਹੈ, ਰਾਈਟ। ਪਸ਼ੂਪਤੀ ਆਪਾਂ ਨੂੰ ਮਿਲਦਾ, ਪਸ਼ੂਪਤੀ, ਰਾਈਟ। ਮਦਰ ਗੋਡੈਸ, ਮਦਰ ਗੋਡੈਸ। ਇੱਕ ਉਸ ਟਾਈਮ ਤੇ ਨਾ ਆਪਾਂ ਨੂੰ ਜਿਵੇਂ ਦਾੜੀ ਵਾਲੇ ਬੰਦੇ ਹੁੰਦੇ ਆ, ਉਸ ਟਾਈਮ ਤੇ ਬੀਅਰਡਡ ਮੈਨ, ਇਹਨਾਂ ਦੀ ਵੀ ਆਪਾਂ ਨੂੰ ਇੱਕ ਪਿਕਚਰ ਮਿਲਦੀ ਹੈ, ਰਾਈਟ, ਜਿਹਨੂੰ ਆਪਾਂ ਸਟੇਟਾਈਟ ਸਟੈਚੂ ਕਹਿੰਦੇ ਆ, ਸਟੇਟਾਈਟ ਸਟੈਚੂ ਆਫ ਬੀਅਰਡਡ ਮੈਨ, ਦਾੜੀ ਵਾਲਾ। ਇਹ ਕਦੇ ਗੂਗਲ ਕਰਕੇ ਦੇਖਿਓ, ਹਾਲਾਂਕਿ ਮੈਂ ਤਾਂ ਜਦੋਂ ਪੜਾਉਣਾ ਹੁੰਦਾ ਉਦੋਂ ਮੈਂ ਸ਼ਕਲਾਂ ਦਿਖਾਉਣਾ ਹੁੰਦਾ ਹੈ, ਤਾਂ ਇਹ ਵੀ ਆਪਾਂ ਨੂੰ ਬੇਸਿਕਲੀ ਸਟੇਟਾਈਟ ਬੀਅਰਡਡ ਮੈਨ ਆ ਜਿਹੜਾ ਮੋਹਨਜੋਦਾੜੋ ਦੇ ਵਿੱਚ ਮਿਲਦਾ ਹੈ, ਰਾਈਟ। ਮੋਹਨਜੋਦਾੜੋ ਮਾਊਂਡ ਆਫ ਡੈਡ, ਇੰਡਸ ਰਿਵਰ ਦੇ ਕੰਢੇ। ਅੱਛਾ, ਇਹਦੀ ਡਿਸਕਵਰੀ ਕਿਹਨੇ ਕੀਤੀ ਹੈ, ਆਰ ਡੀ ਬੈਨਰਜੀ ਨੇ, ਹੈ ਨਾ, ਆਰ ਡੀ ਬੈਨਰਜੀ।
इस तो पहले हड़प्पा खोजा जा चुका सी 1921 ਦੇ ਵਿੱਚ 1922 ਦੇ ਵਿੱਚ ਇਹਨੂੰ ਖੋਜਿਆ ਗਿਆ। ਸੋ ਇਹ ਯਾਦ ਰੱਖ ਸਕਦੇ ਹੋ, ਕਾਫੀ ਇੰਪੋਰਟੈਂਟ ਹੈ। ਮੋਹਨਜੋਦਾੜੋ ਮਾਊਂਟ ਆਫ ਡੈਥ ਨਖਲਿਸਤਾਨੀ, ਰਾਈਟ ਹੋ ਗਿਆ। ਓਕੇ ਭਾਈ, ਸੋ ਇਹ ਯਾਦ ਰੱਖ ਸਕਦੇ ਹੋ। ਕਿਹੜੇ ਡਿਸਟ੍ਰਿਕਟ ਦੇ ਵਿੱਚ ਹੈ ਵੀ ਯਾਦ ਰੱਖ ਲਓ। ਵੈਸੇ ਤਾਂ ਹੁਣ ਬਹੁਤ ਕੁਛ ਆਇਆ ਤਾਂ ਯਾਰ, ਲਰਕਾਣਾ ਡਿਸਟ੍ਰਿਕਟ ਦੇ ਵਿੱਚ ਹੈ, ਪਾਕਿਸਤਾਨ ਦੇ ਵਿੱਚ ਹੈ ਵੀ, ਠੀਕ ਹੈ। ਲਰਕਾਣਾ ਡਿਸਟ੍ਰਿਕਟ, ਇੰਡਸ ਰਿਵਰ ਦੇ ਕੰਢੇ ਲਰਕਾਣਾ ਡਿਸਟ੍ਰਿਕਟ। ਚਲੋ ਖੈਰ, ਇਸ ਤੋਂ ਬਾਅਦ ਆ ਗਿਆ ਜੀ ਵੇਅਰ ਡਿਡ ਲਾਰਡ ਬੁੱਧਾ ਬਰੀਥ ਹਿਜ ਲਾਸਟ। ਹੁਣ ਦੇਖੋ ਆਪਾਂ ਕਿੰਨੇ ਵਾਰੀ ਗੱਲ ਕਰ ਲਈ, ਹੁਣ ਤਾਂ ਯਾਦ ਹੋ ਜਾਣੇ ਚਾਹੀਦੇ ਹੈ। ਰਾਜਗੀਰ ਹੋ ਗਿਆ, ਬੋਧ ਗਿਆ ਹੋ ਗਿਆ, ਸਾਰਨਾਥ ਹੋ ਗਿਆ, ਜਾਂ ਫਿਰ ਕੁਸ਼ੀਨਗਰ ਹੋ ਗਿਆ। ਸੋ ਰਾਈਟ, ਸੋ ਆਬਵੀਅਸ ਗੱਲ ਹੈ, ਇਹਦਾ ਆਨਸਰ ਜਿਹੜਾ ਆ ਜਾਊਗਾ ਜੀ ਕੁਸ਼ੀਨਗਰ। ਸਾਰਨਾਥ ਦੇ ਵਿੱਚ ਪਹਿਲੀ ਟੀਚਿੰਗ, ਬੋਧ ਗਏ ਐਨਲਾਈਟਨਮੈਂਟ ਗਿਆਨ ਦੀ ਪ੍ਰਾਪਤੀ, ਰਾਜਗੀਰ ਆਬਵੀਅਸ ਗੱਲ ਹੈ, ਰਾਈਟ। ਸੋ ਯਾਦ ਰੱਖ ਸਕਦੇ ਹੋ ਲਾਰਡ ਬੁੱਧਾ ਬਰੀਥ ਹਿਜ ਲਾਸਟ ਕੁਸ਼ੀਨਗਰ, ਰਾਈਟ। ਹੁਣ ਬੁੱਧਾ ਦਾ ਜਿਹੜਾ ਜਨਮ ਹੋਇਆ ਉਹ 483 ਦੇ ਵਿੱਚ ਹੋਇਆ, ਰਾਈਟ। 483 ਸੌਰੀ ਮੈਂ ਕੀ ਕਹਿ ਗਿਆ, ਡੈਥ, ਰਾਈਟ। ਸੋ 483 BC ਦੇ ਵਿੱਚ ਜਿਹੜੀ ਡੈਥ ਹੋਈ ਹੈ, ਰਾਈਟ। ਜੇਕਰ ਆਪਾਂ ਗੱਲਬਾਤ ਕਰੀਏ ਤਾਂ 583 BC ਦੇ ਵਿੱਚ ਜਿਹੜਾ ਹੈਗਾ ਉਹ ਆਬਵੀਅਸ ਗੱਲ ਇਹਨਾਂ ਦਾ ਲੁੰਬਨੀ ਵਿਖੇ ਜਿਹੜਾ ਹੈਗਾ ਜਨਮ ਹੋਇਆ। ਲੁੰਬਨੀ ਕਿੱਥੇ ਭਾਈ, ਨੇਪਾਲ ਦੇ ਵਿੱਚ ਹੈ, ਰਾਈਟ, ਨੇਪਾਲ ਦੇ ਵਿੱਚ, ਠੀਕ ਹੈ। ਅੱਛਾ, ਬੁੱਧਾ ਜਿਹੜਾ ਸੀਗਾ ਉਹ ਘਰ ਤੋਂ ਬੜਾ ਹੀ ਅਮੀਰ ਸੀ। ਅਮੀਰ ਦਾ ਮਤਲਬ ਰਾਜ ਘਰਾਣੇ ਤੋਂ ਸੀਗਾ, ਹੈ ਨਾ। ਤਾਂ ਜਿਹੜੇ ਇਹਦੇ ਪਾਪਾ ਸੀਗਾ ਯਾਨੀ ਕਿ ਸੁਧੋਧਨਾ, ਰਾਈਟ। ਮਹਾਮਾਇਆ ਇਹਨਾਂ ਦੀ ਮਾਤਾ ਦਾ ਨਾਮ ਹੋ ਗਿਆ, ਤੇ ਘਰ ਵਾਲੀ ਦਾ ਨਾਮ ਜਿਹੜਾ ਸੀਗਾ ਉਹ ਸੀਗਾ ਯਸ਼ੋਧਰਾ, ਤੇ ਪੁੱਤਰ ਦਾ ਨਾਮ ਜਿਹੜਾ ਸੀਗਾ ਉਹਦਾ ਨਾਮ ਸੀਗਾ ਜੀ ਰਾਹੁਲ, ਰਾਈਟ। ਸੋ ਤੁਸੀਂ ਯਾਦ ਰੱਖ ਸਕਦੇ ਹੋ ਨਾ, ਠੀਕ ਹੈ। ਇਹਨਾਂ ਦੇ ਟੀਚਰਾਂ ਤੋਂ ਵੀ ਜ਼ਰੂਰ ਨਾਮ ਯਾਦ ਰੱਖਣਾ। ਫਸਟ ਟੀਚਰ ਸੀਗਾ ਉਹਦਾ ਨਾਮ ਸੀਗਾ ਜੀ ਅਲਾਰਾ, ਰਾਈਟ। ਸੋ ਇਹ ਯਾਦ ਰੱਖ ਸਕਦੇ ਹੋ, ਠੀਕ ਹੈ, ਅਲਾਰਾ ਫਸਟ ਟੀਚਰ, ਠੀਕ ਹੈ। ਸੋ ਮੇਰੇ ਹਿਸਾਬ ਦੇ ਨਾਲ ਇਹ ਕਾਫੀ ਚੀਜ਼ਾਂ ਇੰਪੋਰਟੈਂਟ ਬਣਦੀਆਂ ਭਾਈ। ਹਾਲਾਂਕਿ ਸੈਕੰਡ ਟੀਚਰ ਤੋਂ ਵੀ ਕੁਐਸਚਨ ਪੁੱਛ ਲਿਆ ਜਾਂਦਾਗਾ, ਪਰ ਠੀਕ ਹੈ, ਤੁਸੀਂ ਪਹਿਲਾ ਟੀਚਰ ਯਾਦ ਰੱਖ ਲਓ। ਸੈਕੰਡ ਟੀਚਰ ਯਾਦ ਰੱਖਣਾ ਹੋਇਆ ਤਾਂ ਰੱਖ ਸਕਦੇ ਹੋ, ਕੋਈ ਚੱਕਰ ਵਾਲੀ ਗੱਲ ਨਹੀਂ। ਜਿਹਦਾ ਨਾਮ ਸੀਗਾ ਉਦਰਕਾ, ਠੀਕ ਹੈ। ਅਲਾਰਾ ਕਾਮਾ ਪਹਿਲਾਂ ਹੀ ਯਾਦ ਰੱਖ ਲਓ ਯਾਰ ਤੁਸੀਂ, ਚਲੋ ਲਿਖ ਦਿੰਦਾ ਹੁਣ ਜਦੋਂ ਬੋਲਤਾ। ਅਲਾਰਾ ਕਾਮਾ ਪਹਿਲਾਂ ਹੋ ਗਿਆ। ਸੈਕੰਡ ਟੀਚਰ ਜਿਹੜਾ ਸੀਗਾ ਜੀ ਉਹ ਸੀਗਾ ਉਦਰਕਾ, ਉਹ ਠੀਕ ਹੈ ਭਾਈ। ਸੋ ਇਹ ਕਾਫੀ ਇੰਪੋਰਟੈਂਟ ਹੈ। 483 BC ਦੇ ਵਿੱਚ ਕੁਸ਼ੀਨਗਰ ਯਾਨੀ ਕਿ ਜਿੱਥੇ ਇਹਨਾਂ ਦੀ ਡੈਥ ਹੋ ਜਾਂਦੀ, ਜਿਹੜਾ ਕਿ ਯੂਪੀ ਦੇ ਵਿੱਚ ਹੈ, ਠੀਕ ਹੈ। ਸੋ ਇਹ ਪਹਿਲਾਂ ਵੀ ਆਪਾਂ ਗੱਲਬਾਤ ਕਰ ਚੁੱਕੇ ਹਾਂ। ਦੇਖੋ, ਜਦੋਂ ਵੀ ਮੈਂ ਬੁੱਧਾ ਬਾਰੇ ਪੜਾਉਣਾ ਉਹਦੇ ਨਾਲ ਦੀ ਨਾਲ ਕੋਈ ਨਾ ਕੋਈ ਨਵੀਂ ਜਾਣਕਾਰੀ ਦੇਣਾ। ਮੈਂ ਇੱਕੋ ਥਾਂ ਤੇ ਵੀ ਦੇ ਸਕਦਾ, ਪਰ ਕਾਰਨ ਕੀ ਹੈ ਕਿ ਭੁਚਾਲ ਜ਼ਿਆਦਾ ਪੈ ਜਾਣਾ। ਸੋ ਇਸੇ ਕਰਕੇ ਜਿੱਥੇ ਜੋ ਲੋੜ ਆ ਉਵੇਂ ਮੈਂ ਦੱਸੀ ਜਾਂਦਾ, ਉਹਨੂੰ ਉਵੇਂ ਨੋਟ ਕਰੀ ਚੱਲੋ, ਠੀਕ ਹੈ। ਇਸ ਤੋਂ ਬਾਅਦ ਆ ਗਿਆ ਜੀ, ਦੇਖੋ ਹੂ ਵਰ ਦਾ ਫਸਟ ਕਿੰਗਸ ਟੂ ਇਸ਼ੂ ਗੋਲਡ ਕੋਇਨਸ ਇਨ ਇੰਡੀਆ। ਦੇਖੋ ਹੁਣ ਗੋਲਡ ਕੋਇਨਸ ਨੂੰ ਲੈ ਕੇ ਕੁਐਸਚਨ ਬੜਾ ਕੰਟਰੋਵਰਸੀ ਦੇ ਵਿੱਚ ਰਹਿੰਦਾ ਹੈਗਾ, ਪਰ ਕਲੀਅਰ ਕਰ ਦਿੰਦੇ ਆਪਾਂ। ਪਹਿਲਾਂ ਤਾਂ ਇਹਦਾ ਆਨਸਰ ਦੱਸ ਦੇਣਾ ਮੈਂ, ਇੰਡੋ ਗ੍ਰੀਕ। ਦੇਖੋ ਦੋ ਤਰੀਕੇ ਦੇ ਆ। ਇੱਕ ਬਹੁਤ ਸਿੰਪਲ ਜਿਹੀ ਗੱਲ ਆ, ਕਿਸੇ ਨੇ ਗੋਲਡ ਕੋਇਨ ਇਸ਼ੂ ਕੀਤੇ, ਸਭ ਤੋਂ ਪਹਿਲਾਂ ਇੰਡੋ ਗ੍ਰੀਕ ਆ ਗਏ, ਠੀਕ ਹੈ। ਪਰ ਸਭ ਤੋਂ ਜ਼ਿਆਦਾ ਏਰੀਆ ਦੇ ਵਿੱਚ ਕਵਰ ਕੀਤਾ, ਜਿਹਨੇ ਸਭ ਤੋਂ ਜ਼ਿਆਦਾ ਏਰੀਆ ਕਵਰ ਕੀਤਾ, ਉਹ ਕੌਣ ਸੀ? ਉਹ ਕੁਸ਼ਾਨ ਡਾਇਨੈਸਟੀ ਸੀ, ਰਾਈਟ। ਉਹ ਕੌਣ ਸੀ? ਕੁਸ਼ਾਨ ਡਾਇਨੈਸਟੀ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਯਾਨੀ ਫਸਟ ਜਿਹੜੇ ਹੈਗੇ ਫਸਟ ਕਿੰਗਸ ਟੂ ਇਸ਼ੂ ਗੋਲਡ ਕੋਇਨਸ ਇਨ ਵਾਈਡ ਏਰੀਆ ਦਾ ਮਤਲਬ ਬਹੁਤ ਇਲਾਕਾ ਕਵਰ ਕੀਤਾਗਾ। ਉਹ ਪਹਿਲੀ ਵਾਰ ਕਿਹਨਾਂ ਨੇ ਕੀਤਾ ਸੀ? ਕੁਸ਼ਾਨ ਡਾਇਨੈਸਟੀ ਨੇ ਕੀਤਾ ਸੀ। ਪਰ ਥੋੜੇ ਜਿਹੇ ਇਲਾਕੇ ਦੇ ਵਿੱਚ ਹੀ, ਰਾਈਟ, ਜਿਹੜਾ ਕੋਇਨ ਇਸ਼ੂ ਕੀਤੇ ਸੀਗੇ ਉਹ ਇੰਡੋ ਗ੍ਰੀਕ ਨੇ ਕੀਤੇ ਸੀ। ਇੰਡੋ ਗ੍ਰੀਕ ਦਾ ਫੇਮਸ ਰਾਜਾ ਪਤਾ ਕੌਣ ਹੈ? ਮਨਿੰਦਰ, ਰਾਈਟ। ਸੋ ਯਾਦ ਰੱਖਣਾ ਇਹ ਇੰਡੋ ਗ੍ਰੀਕ ਦਾ ਜਿਹੜਾ ਫੇਮਸ ਰਾਜਾ ਸੀਗਾ, ਇੰਡੋ ਗ੍ਰੀਕ ਦਾ ਜਿਹੜਾ ਫੇਮਸ ਰਾਜਾ ਸੀ ਉਹਦਾ ਨਾਮ ਸੀਗਾ ਮਨਿੰਦਰ, ਜਿਹਨੂੰ ਆਪਾਂ ਮਲੇਂਡਾ ਵੀ ਕਹਿੰਦੇ ਆ। ਪਤਾ ਤੁਹਾਨੂੰ? ਮਲੇਂਡਾ। ਤੇ ਬਾਅਦ ਦੇ ਵਿੱਚ ਇਹ ਬੁੱਧਿਜ਼ਮ ਦੇ ਵਿੱਚ ਚਲਿਆ ਗਿਆ ਸੀਗਾ। ਇਹ ਵੀ ਕੁਐਸਚਨ ਬਹੁਤ ਵਾਰ ਪੁੱਛਿਆ ਜਾਂਦਾ, ਬੁੱਧਿਜ਼ਮ ਤੇ ਲਿਜਾਣ ਵਾਲਾ ਕੌਣ ਸੀਗਾ? ਨਾਗਸੇਨ ਨੂੰ ਆਪਾਂ ਨਾਗ ਅਰਜੁਨ ਵੀ ਕਹਿੰਦੇ ਆ, ਰਾਈਟ। ਸੋ ਇਹਨੇ ਬੁੱਧਿਜ਼ਮ ਦੇ ਵਿੱਚ ਲਿਜਾਣ ਵਾਲਾ ਇਹੀ ਸੀ, ਰਾਈਟ। ਸੋ ਮਲਿੰਡ ਪੈਨੋ ਇੱਕ ਕਰਕੇ ਬੁੱਧਿਸਟ ਟੈਕਸਟ ਬੁੱਕ ਆਉਂਦੀ ਹੈ, ਜਿਹਦੇ ਵਿੱਚ ਬੁੱਧਿਜ਼ਮ ਤੇ ਤਮਾਮ ਸਾਰੇ ਇਹਦੇ ਮਾਈਂਡ ਦੇ ਵਿੱਚ ਕੁਐਸਚਨ ਸੀਗੇ। ਇਹਨੇ ਸਾਰੇ ਕੁਐਸਚਨ ਪੁੱਛੇ ਸੀ ਤੇ ਨਾਗਸੇਨ ਨੇ ਉਹ ਕੁਐਸਚਨ ਦਾ ਉੱਤਰ ਦਿੱਤਾ ਸੀ, ਤੇ ਉਹ ਉਸੇ ਨੂੰ ਇੱਕ ਬੁੱਕ ਦੇ ਵਿੱਚ ਪਰੋਸਿਆ ਗਿਆ, ਜਿਹਨੂੰ ਆਪਾਂ ਕਹਿੰਦੇ ਆ ਮਲਿੰਡ ਪੈਨੋ, ਰਾਈਟ। ਚਲੋ ਖੈਰ, ਤੇ ਕਾਫੀ ਇੰਪੋਰਟੈਂਟ ਪੁੱਛਿਆ ਜਾ ਸਕਦਾ ਨਾ ਮਲਿੰਡ, ਇਸ ਕਰਕੇ ਮਲਿੰਡਾ ਵੀ ਇਹਨੂੰ ਕਿਹਾ ਜਾਂਦਾ। ਮਨਿੰਦਰ ਇੰਡੋ ਗ੍ਰੀਕ ਦਾ ਜਿਹੜਾ ਕਿ ਫੇਮਸ ਰੂਲਰ ਹੈ। ਇਸ ਤੋਂ ਬਾਅਦ ਆ ਗਿਆ ਜੀ ਅਸ਼ੋਕਾ ਵਾਜ਼ ਕਿੰਗ ਆਫ ਵਿਚ ਡਾਇਨੈਸਟੀ। ਹੁਣ ਅਸ਼ੋਕਾ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ, ਰਾਈਟ। ਸੋ ਅਸ਼ੋਕਾ ਕਿਹੜੀ ਡਾਇਨੈਸਟੀ ਦੇ ਨਾਲ ਰਿਲੇਟਡ ਸੀਗਾ ਭਾਈ? ਮੌਰਿਆ ਡਾਇਨੈਸਟੀ ਦੇ ਨਾਲ ਰਿਲੇਟਡ ਸੀ, ਰਾਈਟ। ਦੇਖੋ ਬਹੁਤ ਸਿੰਪਲ ਜੀ ਗੱਲ ਹੈ, ਜਦੋਂ ਆਪਾਂ 16 ਮਹਾਜਨਪਦ ਪਰ ਪੜ੍ਹਦੇ ਹਾਂ, 16 ਮਹਾਜਨਪਦ ਜਿਹੜੀਆਂ ਉਹ 4 ਮਹਾਜਨਪਦ ਦੇ ਵਿੱਚ ਆਉਂਦੀਆਂ। 4 ਮਹਾਜਨਪਦ ਤੋਂ ਫਿਰ ਇੱਕ ਮਗਧ ਅੰਪਾਇਰ ਬਣਦਾ ਹੈ।
तो इस मगध अंपायर के आप 3 डायनेस्टी पढ़ते हैं जिन्होंने आप कहने जी हरेक डायनेस्टी हो गया, राइट। फिर आप शिशुनाग डायनेस्टी की गलबात करते हैं। फिर उस तो बाद एक नंदा डायनेस्टी आती है, नंदा डायनेस्टी वगैरह आती है, राइट। फिर नंदा डायनेस्टी तो बाद मौर्यन अंपायर आता जिसे चंद्रगुप्त मौर्य नंदा डायनेस्टी के आखिरी रूलर को हरा के मौर्यन अंपायर की शुरुआत करता है, राइट। सो इस करके आप अशोका मौर्यन अंपायर के ही पढ़ते हैं। चंद्रगुप्त हो गया, बिंदुसार हो गया, अशोका हो गया, राइट। सो जो आप अशोका की गलबात करते तो अशोका के नाल रिलेटेड एक वॉर याद रहनी चाहिए जिन्होंने आप कहने जी कलिंगा वॉर। ये कलिंगा वॉर के बहुत लोग जोड़े मारे गए सी। इस तो बाद कलिंगा वार तो बाद अशोक का जो दिल पसीज गया, कहते दिल पसीज गया इस करके ऑब्वियस गल है कि जोड़ा दिल पसीज गया तो इसने जोड़ा बेरी गोश सीगा जिन्हों कहता भी मैं इलाके जितने आ उसनों बदल के इन्हें धाम गोश कर लिया। धाम गोश का मतलब धर्म वाल प्रवृत्ति इन्हें कर ली, राइट। हालांकि बहुत सारिया स्टडीज ये है आप थ्योरी के डिटेल पढ़ते हैं, राइट। अच्छा, अशोका दियाँ अपनिया इंस्क्रिप्शन बहुत सी जिद आप 13 मेजर रॉक एडिक्ट्स पढ़ते हैं, 13 मेजर रॉक एडिक्ट्स जिहदे इन्हें अपनी गाथा सारी लिखी, राइट। जो ये ऑब्वियस गल है इन्हें धर्म परिवर्तन किया, राइट हो गया। सो ये काफ़ी इंपॉर्टेंट है। सो कलिंगा वार हुण कलिंगा वार तो बाद तो चलो इसका धर्म परिवर्तन हो गया, 13 मेजर एडिक्ट्स है। अशोका का जिहड़ा नाम है सब तो पहला किहड़ी एडिक्ट दे विच मिलदा है, ये बहुत बार पूछा जाता। अच्छा, मेजर एडिक्ट भी सीगियां ते कुछ माइनर एडिक्ट भी सीगियां, छोटियां। तो सब तो पहला अशोका का जिहड़ा नाम ये बहुत बार पूछा जाता भी अशोका का नाम जिहड़ा सीगा वो सब तो पहला किहड़ी रॉक एडिक्ट दे विच मिलदा गा, तो सब तो पहला वो किहड़ी है जी मस्की। सो मस्की रॉक एडिक्ट दे विच आपां नूं अशोका का सब तो पहला नाम लिखिया मिलता है, वो समझ लगी भाई अशोका, राइट हो गया। इस तो बाद इस नूं देवम पिया दसी भी कहा जाता गा, कला पिया दासी भी कहा जाता गा, देवम पिया दासी भी कहा जाता, देवम पिया नानी भी कहा जाता, राइट। सो ਇਹਦਾ ਜਿਹੜਾ ਜ਼ਿਕਰ है ये ਕਿਹੜੀ ਸਾਟ ਦੇ ਵਿੱਚ ਮਿਲਦਾ ਗਾ, ਉਹ ਮਿਲਦਾ ਜੀ ਗੁਰਜਰਾ ਦੇ ਵਿੱਚ। ਐਂਡ ਪਿया दासी ਜਿਹੜਾ ਮਿਲਦਾ ਗਾ ਉਹਨੂੰ ਕਹਿੰਦੇ ਆਪਾਂ बबरू ਜਾਂ बैरात, बबरू एक माइनर रॉक एडिक्ट है, गुरजरा ये भी माइनर रॉक एडिक्ट है, मस्की ये भी माइनर रॉक एडिक्ट है। ये मैं उही दस रहा जो पेपरों के आए हुए। सो मस्की रॉक एडिक्ट के आपां नूं अशोका का नाम मिलता गा। अशोका नूं देवम पिया दसी भी कहा जाता, जिहड़ा कि आपां नूं गुरजरा रॉक एडिक्ट के मिलता गा। इहनूं पिया दसी भी कहा जाता गा, जिहड़ा कि आपां नूं बबरू या बैराट माइनर एडिक्ट के मिलता गा। तो जिहड़ा इन्हें धर्म परिवर्तन किया सी ओह आपां नूं 13वीं रॉक एडिक्ट के मिलता गा। ये 13वीं वाला भी बहुत बार पूछा जाता भी जो ये धर्म परिवर्तन किया इन्हें, ठीक है। सो ये काफ़ी इंपॉर्टेंट है, मेरे हिसाब के तुसीं याद रखोगे, ठीक है भाई, ठीक है। सो कलिंगा वार जरूर याद रखना। तो कलिंगा वार जी हुई कदों सी 261 BC, ये भी याद रख लियो, फेमस ईवेंट है 261 BC। और ठीक है भाई, चलो अगला देखो, द लैंग्वेज इन विच बुद्धा प्रीचड, द लैंग्वेज इन विच बुद्धा प्रीचड, वो भाषा जिस विच बुद्ध ने उपदेश दिता सी। देखो बुद्धिज्म दे विच जिहड़ी लैंग्वेज सीगी वो सीगी पाली, राइट। सो इस करके जिहड़ा इहदा आंसर आ जाऊगा जी पाली लैंग्वेज आ जाऊगा। सो याद रख सकते ना पाली लैंग्वेज, ठीक है। सो ये काफ़ी इंपॉर्टेंट है। सो इत्थे हुंदे सीगे पिताका, ठीक है। मैं तुहानूं दस्सिया भी सीगा पिताका कहंदे सीगे जो आप आगम की गल की है ना, पिताका की गल की उदों ਤਾਂ ਇਹਦੇ ਵਿੱਚ 3 तरह की स्टडी मिलती सी, 3 तरह की पिताका सीगे बेसिकली। ये पूछे जाते होंगे विनय पिताका पूछा जा सकता भी विनय पिताका के अपन बुद्धिज्म बारे मिलता है, ठीक है। सूत पिताका ते अभिधाम पिताका। सो याद रख सकते मेरे हिसाब के नाल विनय पिटाका, सूत पिताका ते जां फिर अभिधाम पिटाका, ठीक है। सो पाली लैंग्वेज जी बेसिकली आपां नूं ओह सारी यह यानी स्टडी बुद्धा की यानी कि जी लैंग्वेज है वरती जाती है, और समझ लगी भाई। अगला बाणभट्टा जिहड़ा कहंदा किहड़े अंपायर की कोर्ट के सीगा, बाणभट्ट विक्रमादित्य सीगा, कुमार गुप्ता सीगा, हर्षवर्धन सीगा या कनिष्का सीगा। सो इसका जो आंसर आ जाऊगा जी वो हर्षवर्धन आ जाऊगा। बहुत इंपॉर्टेंट क्वेश्चन है,
ਬਾਣ ਭੱਟਾ ਜਿਹੜਾ ਇਹ ਆਪਾਂ ਨੂੰ ਹਰਸ਼ਵਰਧਨ ਦੇ यानी कोट पोएट आ हर्षवर्धन दे यानी उस टाइम ते अपन मिलता गा राइट हर्षवर्धन। अच्छा हर्षवर्धन जिहड़ा हैगा इहदे नाम ते ही एक हर्ष चरित्र एक बुक लिखी गई है इहदे टाइम पीरियड दे कोट किवें सीगी गलबात है ना इहदा अंपायर किवें सीगा अंपायर राइट। सो यह किहने लिखी है भाई यह बाण भट्ट ने ही लिखी है बाण भट्ट ने ही यह लिखी है राइट। हालांकि हर्षवर्धन जिहड़ा आप सीगा वो आप भी लिखारी बड़ा वधिया सी उन्हें भी कुछ लिखा है राइट जिमें कि रत्नावली हो गया राइट प्रिया दार्शिका ठीक है प्रिया दार्शिका हो गया ये भी हर्षवर्धन ने लिखा है। होर एक नागनंदा भी जी हर्षवर्धन ने लिखा सो पूछा जा सकता कई बार क्योंकि आप लिखारी बहुत तगड़ा सी ये बारे भी पूछा जा सकता। सो रत्नावली प्रिया दार्शिका जहाँ नागनंदा जी हैगी हर्षवर्धन ने ही लिखा गा राइट है। पर जे हर्षवर्धन दे उत्ते किताब देखिए हर्षचरित्रा ये लिखी है बाण भट्ट ने राइट। सो याद रख सकते हो भाई ओके। सो हर्षवर्धन इज द राइट आंसर ओके हो गया भाई। बोर तो नहीं हो रहे ना देखो एंशिएंट हिस्टरी पढ़ रहे हैं जो मैं थ्योरी पढ़ाना उदों बहुत डिटेल दे विच पढ़ाना ते बहुत तरीके दे नाल हौली चलदा पर उही गल है भी जो चलदा तो स्मार के चलदा है। यूनीवर्सिटी जो कि गुप्त काल तो बाद के समय में प्रसिद्ध हुई वह की सी द यूनीवर्सिटी विच बिकेम फेमस पोस्ट गुप्ता एरा कांची हो गया तक्षशिला हो गया नालंदा हो गया वल्लभी हो गया। सो देखो जी पोस्ट गुप्ता दे विच सब तो मशहूर सी वो हालांकि वल्लभी भी सी गुजरात दे विच है पर नालंदा सब तो ज़्यादा मशहूर सी तक्षशिला इस तो पहला सी जो आप मॉडर्न अंपायर की गलबात करते उदों पहला राइट। क्योंकि मगध अंपायर तो याद होगा मैं उदों दस्सिया सीगा भी जो मगध अंपायर की नंदा डायनेस्टी आती है तो वह डेरियस आ जो हमला करता अलेगजेंडर पिछे हमला करता तक्षशिला बलोचिस्तान पंजाब जोड़ा उसनों जोड़ा है अपने कब्जे में लेंदे आ वो तक्षशिला उस टाइम की गल है राइट। पर नालंदा इस टाइम पर काफ़ी मशहूर है ऑब्वियस गल इत्थे भी बुद्धिज़म का काफ़ी ज़्यादा प्रचार होंदा सीगा। सो पोस्ट गुप्ता पीरियड दे विच नालंदा यूनीवर्सिटी जी काफ़ी ज़्यादा मशहूर सीगी राइट। आप इस याद रख सकते हो मेरे हिसाब के नाल काफ़ी इंपॉर्टेंट है ठीक है। होर इत्थे डिटेल बनती जानी ठीक है बस इन्ना की याद रख लो बहुत है। इस तो बाद आ गया जी इन्हां विचों किहड़ा वेद मुढ़ले वैदिक युग की सभ्यता बारे जानकारी प्रदान करता है। विच ऑफ द फॉलोइंग वेदाज प्रोवाइड्स इन्फॉर्मेशन अबाउट द सिविलाइजेशन ऑफ द अर्ली वैदिक। हुण अर्ली वैदिक तुहानूं मैं दस्सिया भी अर्ली वैदिक हुण तुसीं आंसर आराम नाल लगा सकदे ना ऋग्वेद अर्ली वैदिक पीरियड बारे ऋग्वेद ही दसदा सब तो पुराना सब तो लार्जेस्ट ऋग्वेद ही है। अच्छा ऋग्वेद बारे थोड़े बहुत स्टैटिक जी के जिमें ऋग्वेद दे विच आपां नूं चर्चा मिलती है जिमें हिमालय उन्होंने आप कहने जी हिमवंत ये हिमालय नूं कहा जाता है हिमालय नूं राइट। सो याद रख सकते हो मुंजावत जिहड़ा कहा जाता है यह कहा जाता है हिंदू कुश रेंज नूं। ये हिंदू कुश रेंज किहड़ी है जिथों सारिਆਂ ने किहड़ी रेंज तो हमला करते सी है ना तो वह हिंदू कुश रेंज तो ही हमले करते सी जिहड़े वैसट साइड तो हमले आउंदे सी। तो हिमावत नूं यानी हिमालय नूं हिमावत कहा गया एंड मुंजावत कहा गया हिंदू कुश नूं जिहड़ा कि आपां नूं ऋग्वेद दे विच मिलदा। ऋग्वेद दे विच किन्नियां रिवर्स का जिक्र मिलता है ये क्वेश्चन भी इंपॉर्टेंट है आपां नूं मिलदा जी 40 रिवर्स का जिक्र मिलता 40 रिवर्स का ऋग्वेद दे विच आपां नूं जिक्र मिलता है। तो उस टाइम ते ही जिहड़ियां छोटे छोटे ट्राइब्स है कस्बे आ छोटे छोटे बनने लगे सी। सब ऋग्वेद दे विच आपां नूं फैमिली की सब तो बेसिक यूनिट सब तो छोटे यूनिट मिलती है उसका नाम की है उन्होंने आपां कहने कुल कुल ते कुल का जिहड़ा हैड हुंदा सीगा उन्होंने आपां कहंदे सी कुलपति राइट। ये सब तो छोटी बेसिक इकाई सी फैमिली की पूछा जा सकता भी ऋग्वेद दे विच फैमिली की सब तो छोटी इकाई नूं की कहंदे आ कुल ते कुल नूं हैड करन नाल कुलपति राइट। फिर कुल मिल के एक पिंड बना लेंदे सी जिन्होंने आपां कहंदे सी ग्रामा ते इहदे हैड नूं कहंदे सी ग्रामपति या ग्रामिनी भी कहंदे सी राइट। सो कुल इलाका हो गया ऑब्वियस गल है कुल एक ट्राइब हो गया कह लो छोटा जिहा फैमिली हो गया 3-4 जिवें आपां कहने भी आ साडे है ना जट्टां दे घर 4 है ना इस तरीके दे नाल ते उस तो बाद ऑब्वियस गल है वो घर बन जाते पिंड हो जाता ग्रामा हो गया राइट। फिर ग्रामा तो बनता विस राइट यानी होर वड्डा एरिया होगा जिन्होंने आप ब्लॉक कह सकते हैं एक तरीके दे नाल राइट। विस ते विसपति हुंदा इहदा हैड फिर उस तो बाद बनता है राष्ट्रीय जिन्हों जिहदा राजा हुंदा है राजन
ਰਾਜਨ, ਜਿਹਨੂੰ ਆਪਾਂ ਰਾਜਾ ਕਹਿੰਦੇ ਸੀ, ਰਾਜਨ। ਠੀਕ ਹੈ, ਸੋ ਯਾਦ ਰੱਖ ਸਕਦੇ ਹੋ ਭਾਈ, ਕਾਫੀ ਇੰਪੋਰਟੈਂਟ ਹੈ। ਰਾਈਟ ਹੋ ਗਿਆ, ਕੁੱਲ ਹੋ ਗਿਆ, ਗ੍ਰਾਮਾ ਹੋ ਗਿਆ, ਵਿਸ ਹੋ ਗਿਆ ਤੇ ਰਾਸ਼ਟਰ ਹੋ ਗਿਆ। ਠੀਕ ਹੈ, ਰਾਜਨ ਜਿਹਨੂੰ ਆਪਾਂ ਰਾਜਾ ਕਹਿੰਦੇ ਸੀ, ਹਾਲਾਂਕਿ ਵਿਸ ਤੋਂ ਬਾਅਦ ਫਿਰ ਉਹ ਟ੍ਰਾਈਬ ਦੇ ਵਿੱਚ ਵੀ ਜਨ ਵੀ ਕਹਿੰਦੇ ਸੀ। ਉਹ ਮੈਂ ਤੁਹਾਨੂੰ ਪਹਿਲਾਂ ਵੈਸੇ ਦੱਸਤਾ, ਇੱਥੇ ਵਿਸ ਤੋਂ ਬਾਅਦ ਜਨ ਵੀ ਹੁੰਦਾ ਸੀ। ਜਨ ਦਾ ਮਤਲਬ ਟ੍ਰਾਈਬ। ਆ ਸਭ ਤੋਂ ਛੋਟੀ ਇਕਾਈ ਕੁੱਲ ਹੋ ਗਈ, ਯਾਨੀ ਜਿਵੇਂ ਫੋਰ ਐਗਜ਼ਾਮਪਲ ਮੰਨ ਲਓ 8-9 ਮੈਂਬਰ ਹੈ, ਫਿਰ ਉਹ ਸਾਰੇ ਮੈਂਬਰ ਇਕੱਠੇ ਹੋ ਕੇ ਇੱਕ ਥੋੜਾ ਜਿਹਾ ਛੋਟਾ ਜਿਹਾ ਪਿੰਡ ਬਣ ਗਿਆ, ਗ੍ਰਾਮਾ ਹੋ ਗਿਆ। ਫਿਰ ਉਹ ਇੱਕ ਹੋਰ ਵੱਡਾ ਬਣ ਗਿਆ, ਵਿਸ ਹੋ ਗਿਆ। ਫਿਰ ਉਹ ਹੋਰ ਵੱਡਾ ਬਣ ਗਿਆ, ਇੱਕ ਟ੍ਰਾਈਬ ਬਣ ਗਈ, ਇੱਕ ਕਮਿਊਨਿਟੀ ਬਣ ਗਈ, ਹੈ ਨਾ, ਜਿਹਨੂੰ ਆਪਾਂ ਜਨ ਕਹਿਤਾ। ਫਿਰ ਉਸ ਤੋਂ ਬਾਅਦ ਇੱਕ ਪੂਰਾ ਪ੍ਰੋਪਰ ਇਲਾਕਾ ਬਣ ਗਿਆ, ਜਿਹਨੂੰ ਆਪਾਂ ਰਾਸ਼ਟਰ ਕਹਿੰਦੇ। ਇਹ ਦੱਸਿਆ ਹੋਇਆ ਰਿਗਵੇਦ ਦੇ ਵਿੱਚ ਵੀ ਐਵੇਂ ਐਵੇਂ ਕਰਕੇ ਵਧਿਆ, ਫਿਰ ਹੀ ਤਾਂ ਮਹਾਜਨਪਦ ਬਣਿਆ ਨਾ ਗਾਂ ਜਾ ਕੇ। ਠੀਕ ਹੈ, ਸੋ ਰਿਗਵੇਦ ਦੇ ਵਿੱਚ ਆਪਾਂ ਨੂੰ ਜ਼ਿਕਰ ਮਿਲਦਾ ਗਾ। ਉਹ ਠੀਕ ਆ ਭਾਈ, ਕਾਫੀ ਇੰਪੋਰਟੈਂਟ ਹੈ। ਕਿਹੜੇ ਵੰਸ਼ ਦੇ ਸ਼ਾਸਕਾਂ ਨੇ ਬ੍ਰਾਹਮਣਾਂ ਅਤੇ ਬੋਧੀ ਭਿਕਸ਼ੂਆਂ ਨੂੰ ਟੈਕਸ ਮੁਕਤ ਪਿੰਡ ਦੇਣ ਦੀ ਪ੍ਰਥਾ ਸ਼ੁਰੂ ਕੀਤੀ ਸੀ? ਇਹ ਕੀਤੀ ਸੀ ਸਤਵਾਹਨ ਨੇ, ਯਾਨੀ ਪਹਿਲਾ। ਇਹ ਜਿਹੜੇ ਸਤਵਾਹਨ ਸੀ, ਇਹ ਆਪ ਹੀ ਬੇਸਿਕਲੀ ਹਿੰਦੂ ਰੂਲਰ ਸੀ। ਰਾਈਟ, ਸੋ ਇਹਨਾਂ ਨੇ ਬ੍ਰਾਹਮਣ ਨੂੰ ਜਿਹੜਾ ਹੈਗਾ ਉਹ ਬ੍ਰਾਹਮਣ ਤੇ ਜਾਂ ਫਿਰ ਬੁੱਧਿਸਟ ਮੌਂਕ ਹੋ ਗਏ, ਇਹਨਾਂ ਨੂੰ ਟੈਕਸ ਫ੍ਰੀ ਕਰਤਾ ਸੀ। ਕਿਉਂਕਿ ਓਬਵੀਅਸ ਗੱਲ ਹੈ, ਬ੍ਰਾਹਮਣਿਕਲ ਸੈਕਟਰ ਹੈ ਜਿਹੜਾ ਕਾਫੀ ਜ਼ਿਆਦਾ ਕੀ ਕਹਿ ਲਓ ਵੀ, ਤੁਸੀਂ ਕਹਿ ਲਓ ਵੀ ਪਖੰਡਵਾਦ ਕਾਫੀ ਹੋ ਗਏ ਸੀਗੇ ਉਸ ਟਾਈਮ ਤੇ, ਇਸੇ ਕਰਕੇ ਤਾਂ ਬੁੱਧਿਜ਼ਮ ਜੈਨਿਜ਼ਮ ਬਣਿਆ। ਪਰ ਜਦੋਂ ਆਪਾਂ ਅਰਲੀ ਵੈਦਿਕ ਪੀਰੀਅਡ ਪੜ੍ਹਦੇ ਹਾਂ, ਉਹਦੇ ਵਿੱਚ ਵੀ ਠੀਕ ਹੈ। ਫਿਰ ਲੇਟਰ ਵੈਦਿਕ ਪੀਰੀਅਡ ਆਉਂਦਾ, ਫਿਰ ਲੇਟਰ ਵੈਦਿਕ ਪੀਰੀਅਡ ਤੋਂ ਬਾਅਦ ਅੰਪਾਇਰ ਬਣਦੇ ਆ, ਮੌਰਨ ਅੰਪਾਇਰ ਆਉਂਦਾ, ਫਿਰ ਮੌਰਨ ਅੰਪਾਇਰ ਤੋਂ ਬਾਅਦ ਹੋਰ ਅੰਪਾਇਰ ਛੋਟੇ ਛੋਟੇ ਬਣਦੇ ਆ। ਸੋ ਉਹ ਫਿਰ ਦੁਬਾਰਾ ਬ੍ਰਾਹਮਣਿਕਲ ਸੈਕਟਰ ਉੱਪਰ ਆ ਜਾਂਦਾ। ਸੋ ਇੱਕ ਸਤਵਾਹਨ ਕਰਕੇ ਆਉਂਦੇ ਆ। ਸਤਵਾਹਨ ਆ ਜਿਹੜੇ, ਇਹ ਫਿਰ ਬ੍ਰਾਹਮਣਾਂ ਤੇ ਜਿਹੜੇ ਬੁੱਧਿਸਟ ਮੌਂਕ ਆ, ਇਹਨਾਂ ਨੂੰ ਟੈਕਸ ਫ੍ਰੀ ਯਾਨੀ ਓਬਵੀਅਸ ਗੱਲ ਗਾਰੰਟੀ ਦੇ ਦਿੰਦੇ ਆ। ਸਤਵਾਹਨ ਦਾ ਜਿਹੜਾ ਫੇਮਸ ਰੂਲਰ ਸੀਗਾ, ਜਿਹਨੂੰ ਆਪਾਂ ਸਤਵਾਹਨ ਦਾ ਫਾਊਂਡਰ ਵੀ ਕਹਿੰਦੇ ਬੇਸਿਕਲੀ, ਉਹਦਾ ਨਾਮ ਸੀਗਾ ਜੀ ਸਿਮੂਕਾ। ਸਿਮੂਕਾ। ਸੋ ਇਹ ਕਾਫੀ ਇੰਪੋਰਟੈਂਟ ਹੈ। ਸਤਵਾਹਨ, ਸਤਵਾਹਨ ਤੋਂ ਬੇਸਿਕਲੀ ਗੌਤਮੀ ਪੁੱਤਰ ਸਤਕਰਨੀ, ਇਹ ਬਹੁਤ ਵਾਰ ਪੁੱਛਿਆ ਜਾਂਦਾ, ਪਤਾ ਤੁਹਾਨੂੰ? ਗੌਤਮੀ ਪੁੱਤਰ ਸਤਕਰਨੀ, ਸਤੀਕਰਨੀ, ਇਹ ਸਤੀਕਰਨੀ ਯਾਦ ਰੱਖ ਲਓ। ਗੌਤਮੀ ਪੁੱਤਰੀ ਸਤਕਰਨੀ ਹੋ ਗਿਆ, ਵਸ਼ਿਸ਼ਟ ਸਤੀਕਰਨੀ ਹੋ ਗਿਆ, ਹੈ ਨਾ। ਸੋ ਇਹ ਪੁੱਛਿਆ ਜਾਂਦਾ ਹੁੰਦਾ ਵੀ ਗੌਤਮੀ ਪੁੱਤਰ ਸਤੀਕਰਨੀ ਹੈ ਜਿਹੜਾ ਬੇਸਿਕਲੀ, ਇਹ ਗੌਤਮੀ ਪੁੱਤਰ ਸਤੀਕਰਨੀ, ਵਸ਼ਿਸ਼ਟ ਪੁੱਤਰ ਸਤੀਕਰਨੀ, ਇਹ ਜਿਹੜੇ ਹੈਗੇ ਆ, ਇਹ ਕਿਹੜੀ ਡਾਇਨੈਸਟੀ ਦੇ ਨਾਲ ਰਿਲੇਟਡ ਹੈ? ਇਹ ਹੈਗੇ ਆ ਸਾਰੇ ਸਤਵਾਹਨਾਂ ਦੇ ਨਾਲ ਰਿਲੇਟਡ ਹੈ। ਤੇ ਇੱਕ ਬਹੁਤ ਫੇਮਸ ਰੂਲਰ ਇਹਦਾ ਰਿਹਾ ਹੈਗਾ, ਜਿਹੜਾ ਕਿ 17ਵਾਂ ਰੂਲਰ ਸੀਗਾ, ਜਿਹਦਾ ਨਾਮ ਸੀਗਾ ਹਲਾ। ਹਲਾ, ਇਹ ਬਹੁਤ ਵਾਰ ਪੁੱਛਿਆ ਗਿਆ ਪੇਪਰਾਂ ਦੇ ਵਿੱਚ ਕਿ ਇਹ ਕਿਹੜੀ ਡਾਇਨੈਸਟੀ ਦੇ ਨਾਲ ਰਿਲੇਟਡ ਸੀਗਾ। ਇਹ ਸੀਗਾ ਜੀ ਸਤਵਾਹਨਾਂ ਦੇ ਨਾਲ ਰਿਲੇਟਡ। ਉਹ ਠੀਕ ਆ ਭਾਈ, ਓਕੇ, ਵੈਰੀ ਨਾਈਸ। ਇੰਟਰਸਟ ਬਣਿਆ ਹੋਇਆ। ਪਰ ਹਾਂ, ਡਿਟੇਲ ਦੇ ਵਿੱਚ ਪੜ੍ਹਨ ਵਾਸਤੇ ਪਹਿਲਾਂ ਥਿਊਰੀ ਪੜ੍ਹਨੀ ਚਾਹੀਦੀ ਹੈ। ਹੁਣ ਜੇ ਪੇਪਰਾਂ ਦੇ ਕੋਲੇ ਆ ਕੇ ਤੁਹਾਨੂੰ ਲੱਗਦਾ ਵੀ ਪਤਾ ਨਹੀਂ ਕੀ ਹੋ ਜਾਊਗਾ, ਇਹ ਤਾਂ ਮੈਂ ਜਸਟ ਇੱਕ ਹੈਲਪ ਕਰ ਰਿਹਾ, ਹੋ ਸਕਦਾ ਪੇਪਰਾਂ ਦੇ ਵਿੱਚ ਫਸ ਜੇ। ਠੀਕ ਹੈ, ਚਲੋ ਖੈਰ, ਅਗਲਾ ਆ ਗਿਆ ਭਾਈ, ਦੇਖੋ ਦ ਮੋਸਟ ਇੰਪੋਰਟੈਂਟ ਟੈਕਸਟ ਆਫ ਵੈਦਿਕ ਮੈਥਮੈਟਿਕਸ। ਵੈਦਿਕ ਦੇ ਵਿੱਚ ਬਹੁਤ ਸਾਰੀ ਲਿਟਰੇਚਰ ਬੁੱਕਸ ਵਗੈਰਾ ਲਿਖੀਆਂ ਗਈਆਂ। ਸਤਪਥ ਬ੍ਰਾਹਮਣ, ਅਥਰਵਵੇਦ, ਸੁਲਵਾ ਸੂਤਰਾ ਜਾਂ ਫਿਰ ਚੰਦੋਗਿਆ ਉਪਨਿਸ਼ਦ। ਸੋ ਸੁਲਵਾ ਸੂਤਰਾ ਜਿਹੜੀ ਬੇਸਿਕਲੀ ਹੈਗੀ ਆ, ਇਹ ਇੱਕ ਮੈਥ ਦੀ ਬੁੱਕ ਆ ਭਾਈ, ਜਿਹਦੇ ਵਿੱਚ ਮੈਥ ਦੇ ਰੂਲਸ ਵਗੈਰਾ ਲਿਖੇ ਹੋਏ। ਸੁਲਵਾ ਸੂਤਰਾ। ਸੋ ਇਹਨੂੰ ਤਾਂ ਤੁਸੀਂ ਐਜ਼ ਇਟ ਇਜ਼ ਹੀ ਯਾਦ ਰੱਖਣਾ ਕਿ ਵੈਦਿਕ ਦੀ ਮੈਥਮੈਟਿਕਸ ਦੀ ਬੁੱਕ ਆ ਜਿਹੜੀ ਸਭ ਤੋਂ ਮਸ਼ਹੂਰ, ਜਿਹੜੀ ਸੁਲਵਾ ਸੂਤਰਾ। ਜਿਵੇਂ ਗ੍ਰਾਮਰ ਦੀ ਆਪਾਂ ਗੱਲਬਾਤ ਕਰਦੇ, ਜਿਹੜੀ ਪਾਣਿਨੀ ਨੇ ਲਿਖੀ ਸੀ, ਆਊਗਾ ਉਹ ਵੀ ਕੁਐਸਚਨ। ਦ ਵਰਡ ਸਤਯਮੇਵ ਜਯਤੇ ਹੈਵ ਬੀਨ ਡਰਾਈਵਡ ਫਰੋਮ ਵਿਚ ਉਪਨਿਸ਼ਦ। ਜਿਹੜਾ ਸਤਯਮੇਵ ਜਯਤੇ ਆ, ਆਪਾਂ ਅੱਜ ਵੀ ਇਹਨੂੰ ਆਬਵੀਅਸ ਗੱਲ ਡਿਨੋਟ ਕਰਦੇ ਆ। ਸੋ ਸਤਯਮੇਵ ਜਯਤੇ ਕਿਹੜੀ ਉਪਨਿਸ਼ਦ ਤੋਂ ਸੀਗਾ? ਇਹ ਸੀਗਾ ਜੀ ਮੂੰਡਕਾ ਉਪਨਿਸ਼ਦ ਤੋਂ। ਇਹ ਕੁਐਸਚਨ ਬਹੁਤ ਵਾਰ ਪੇਪਰਾਂ ਦੇ ਵਿੱਚ ਰਿਪੀਟ ਹੁੰਦਾ ਹੈ। ਮੂੰਡਕਾ ਉਪਨਿਸ਼ਦ ਤੋਂ ਸਤਯਮੇਵ ਜਯਤੇ। ਉਪਨਿਸ਼ਦ ਬੇਸਿਕਲੀ ਹੁੰਦਾ ਕੀ ਸੀ? ਤੁਸੀਂ ਐ ਮੰਨੋ ਵੀ ਜਿਵੇਂ ਇੱਕ ਆਪਾਂ ਰਿਗਵੇਦ ਆ, ਜਿਹੜਾ ਲਿਟਰੇਚਰ ਆ ਬੇਸਿਕਲੀ ਵੈਦਿਕ ਲਿਟਰੇਚਰ ਆ, ਜਿਹੜਾ ਉਹਨੂੰ ਆਪਾਂ 4 ਹਿੱਸਿਆਂ ਵਿੱਚ ਵੰਡਿਆ ਹੋਇਆ। ਜਿਹੜਾ ਵੈਦਿਕ ਲਿਟਰੇਚਰ ਆ ਉਹਨੂੰ 4 ਹਿੱਸਿਆਂ ਵਿੱਚ ਵੰਡਿਆ ਹੋਇਆ। ਜਿਹੜੇ ਵੇਦ ਆ ਉਹਨਾਂ ਨੂੰ ਆਪਾਂ ਕਹਿੰਦੇ ਸਮਹਿਤਾ। ਠੀਕ ਹੈ, ਸਮਹਿਤਾਸ। ਠੀਕ ਹੈ, ਸਮਹਿਤਾ, ਜਿਨ੍ਹਾਂ ਦੇ ਵਿੱਚ 4 ਹੀ ਵੇਦ ਆ ਜਾਂਦੇ, ਚਾਹੇ ਰਿਗਵੇਦ ਆ, ਚਾਹੇ ਸਾਮਵੇਦ ਆ, ਚਾਹੇ ਅਥਰਵਵੇਦ ਆ, ਚਾਹੇ ਯਜੁਰਵੇਦ ਆ। ਰਾਈਟ ਹੋ ਗਿਆ। ਸੋ ਜਿਹੜਾ ਹੈਗਾ ਕੀ ਕਹਿੰਦੇ ਹੁੰਦੇ, ਸਮਹਿਤਾ, ਜਿਹਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ 4 ਵੇਦਾਂ ਦੀ। ਰਾਈਟ ਆ। ਦੂਸਰਾ ਇਹਦਾ ਚੈਪਟਰ ਆਉਂਦਾ ਕਿ ਬ੍ਰਾਹਮਣ। ਬ੍ਰਾਹਮਣ, ਹਰੇਕ ਵੇਦ ਦਾ ਆਪਣਾ ਆਪਣਾ ਬ੍ਰਾਹਮਣ ਹੈ, ਯਾਨੀ ਕਹਿਣ ਦਾ ਮਤਲਬ ਇਹ ਬ੍ਰਾਹਮਣ ਉਸ ਨੂੰ ਐਕਸਪਲੇਨ ਕਰਦੇ ਆ। ਰਾਈਟ। ਤੇ ਤੀਸਰਾ ਜਿਹੜਾ ਹੋ ਗਿਆ, ਉਸ ਨੂੰ ਆਪਾਂ ਕਹਿੰਦੇ ਆ ਜੀ ਅਰण्यक। ਅਰण्यक, ਇਹ ਅਰण्यक ਦਾ ਮਤਲਬ ਹੁੰਦਾ ਹੈਗਾ ਵੀ ਜਿਹੜੇ ਜਿਹੜੇ ਸੈਕਰੀਫਾਈਸਿਸ ਦੀ ਗੱਲ ਕੀਤੀ ਗਈ ਆ, ਵੀ ਜਿਹੜਾ ਰਿਗਵੇਦ ਦੇ ਵਿੱਚ ਲਿਖਿਆ ਮੰਨ ਲਓ, ਉਹਦੇ ਵਾਸਤੇ ਆਪਾਂ ਨੂੰ ਕੀ ਕੀ ਕਰਨਾ ਚਾਹੀਦਾ। ਵੀ ਰੱਬ, ਓਬਵੀਅਸ ਗੱਲ ਆ, ਪਹਿਲਾਂ ਤਾਂ ਹੁੰਦਾ ਨਹੀਂ ਸੀਗਾ ਵੀ ਅਸੀਂ ਐਸਐਸਸੀ ਦਾ ਪੇਪਰ ਕਲੀਅਰ ਕਰਨਾ ਸੀ, ਪੰਜਾਬ ਐਗਜ਼ਾਮ ਕਲੀਅਰ ਕਰਨਾ ਸੀ, ਕਲਰਕ ਦਾ ਪੇਪਰ ਕਲੀਅਰ ਕਰਨਾ। ਪਹਿਲਾਂ ਤਾਂ ਇਹਦੇ ਵਿੱਚ ਮੋਕਸ਼ ਦੀਆਂ ਪ੍ਰਾਪਤੀਆਂ ਹੁੰਦੀਆਂ ਸੀ ਨਾ, ਵੀ ਮੋਕਸ਼ ਪ੍ਰਾਪਤ ਕੀਤੀ ਜਾਂਦੀ ਹੈ, ਐਵੇਂ ਰੱਬ ਨੂੰ ਮਿਲਿਆ ਜਾਂਦਾ, ਐਵੇਂ ਰੱਬ ਨੂੰ ਪਾਇਆ ਜਾਂਦਾ। ਸੋ ਜੋ ਵੀ ਟੀਚਿੰਗਸ ਵਗੈਰਾ ਲਿਖੀਆਂ ਸੀਗੀਆਂ, ਉਹਨਾਂ ਦੇ ਵਾਸਤੇ ਕਰਨਾ ਕੀ ਚਾਹੀਦਾ, ਉਹ ਅਰण्यक ਦੇ ਵਿੱਚ ਹੁੰਦਾ ਸੀ।
ਤੇ ਬਾਅਦ ਦੇ ਵਿੱਚ ਜਮਾ ਐਂਡ, ਜਿਹਨੂੰ ਆਪਾਂ ਕਨਕਲੂਜਨ ਕਹਿੰਦੇ ਨੇ, ਜਿਵੇਂ ਆਪਾਂ ਇੱਕ ਪੈਰਾਗ੍ਰਾਫ ਲਿਖਣਾ ਹੋਵੇ ਤਾਂ ਪੈਰਾਗ੍ਰਾਫ ਦਾ ਪਹਿਲਾਂ ਆਪਾਂ ਟੌਪਿਕ ਲਿਖਦੇ ਹਾਂ, ਸਬਜੈਕਟ ਲਿਖਦੇ ਹਾਂ, ਫਿਰ ਸਾਰ ਲਿਖਦੇ ਹਾਂ, ਫਿਰ ਐਂਡ ਤੇ ਕਨਕਲੂਜਨ ਕੱਢਦੇ ਹਾਂ। ਤਾਂ ਜਿਹੜਾ ਕਨਕਲੂਜਨ ਹੁੰਦਾ ਸੀ ਜਿਹਦੇ ਵਿੱਚ ਫਿਲਾਸਫੀਕਲ ਗੱਲਾਂ ਕੀਤੀਆਂ ਹੁੰਦੀਆਂ ਸੀ ਵੀ ਇਹਦੇ ਵਿੱਚ ਕੀ ਕਮੀਆਂ ਜਾਂ ਕੀ ਹੋ ਸਕਦਾ, ਉਹ ਹੁੰਦਾ ਸੀ ਉਪਨਿਸ਼ਦ ਦੇ ਵਿੱਚ। ਉਪਨਿਸ਼ਦ ਨੂੰ ਇਸੇ ਕਰਕੇ ਕਿਹਾ ਜਾਂਦਾ ਵੇਦਾਂ ਦਾ ਅੰਤ, ਯਾਨੀ वेदांत। वेदांत सो काफ़ी इंपॉर्टेंट, उपनिषद ਨੂੰ वेदांत ਕਿਹਾ ਜਾਂਦਾ, वेदां ਦਾ ਜਿੱਥੇ ਅੰਤ ਹੁੰਦਾ, ਯਾਨੀ ਐਂਡ ਵਾਲਾ ਜਿਹੜਾ ਚੈਪਟਰ ਕਹਿ ਲਓ ਇੱਕ ਤਰੀਕੇ ਦਾ, ਉਹਨੂੰ ਉਪਨਿਸ਼ਦ ਕਹਿੰਦੇ ਆ। ਤੇ ਉਸੇ ਉਪਨਿਸ਼ਦ ਦੇ ਵਿੱਚ ਆਪਾਂ ਨੂੰ ਸੱਤਮ ਵਿਜੇਤੇ ਮਿਲਦਾ, ਐਂਡ ਉਹ ਕਿਹੜੇ ਉਪਨਿਸ਼ਦ ਦੇ ਵਿੱਚ ਮਿਲਦਾ? ਮੂੰਡਕਾ ਉਪਨਿਸ਼ਦ ਦੇ ਵਿੱਚ ਮਿਲਦਾ। ਤੇ ਕਿੰਨੇ ਉਪਨਿਸ਼ਦ ਹੈ? ਉਪਨਿਸ਼ਦ ਬਹੁਤ ਹੈ, ਸਾਰੇ ਉਪਨਿਸ਼ਦ ਤੁਸੀਂ ਨਾ ਯਾਦ ਕਰ ਸਕਦੇ ਹੋ ਨਾ ਹੀ ਕਰਨੇ ਆ, ਪਰ ਉਪਨਿਸ਼ਦ ਕਿੰਨੇ ਆ? 108 108 ਉਪਨਿਸ਼ਦ, ਜਿਹਦੇ ਵਿੱਚੋਂ ਸੱਤਮ ਵਿਜੇਤੇ ਦੀ ਆਪਾਂ ਗੱਲਬਾਤ ਕਰਦੇ ਹਾਂ। ਉਹ ਵੀ ਤਾਂ ਕਿਉਂਕਿ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਹੋਇਆ ਹੈ, ਰਾइट। सो ये काफ़ी इंपॉर्टेंट है, ठीक हो गया। सो याद रख सकते हो भाई, ओके। हाँ, इन्हों ਦੇ ਵਿੱਚ ਇਹ ਜ਼ਰੂਰ ਪੁੱਛਿਆ ਜਾ ਸਕਦਾ ਵੀ ਕਿਹੜਾ ਉਪਨਿਸ਼ਦ ओल्डेस्ट है। ਜਿਵੇਂ ਕਿ ਵ੍ਰਿਹਦਰ ਨਾਇਕ ਹੈ, ਲਿਖ ਦੇਣਾ ਮੈਂ ਇੱਥੇ ਵ੍ਰਿਹਦਰ ਅਰण्यक, ਵ੍ਰਿਹਦਰण्यक ਸਪੈਲਿੰਗ ਇੱਧਰ ਉੱਧਰ ਹੋ ਸਕਦੀ ਹੈ। ਤਾਂ ਵ੍ਰਿਹਦਰण्यक ਜਿਹੜਾ ਹੈਗਾ ਇਹ ओल्डेस्ट है, ओल्डेस्ट, ये ओल्डेस्ट उपनिषद है। अगला आ गया भाई चालुक्य टैंपल, ਜਿਹਨੂੰ कि जैन टैंपल दलवारा, ਇਹ ਕਿੱਥੇ ਸਿਚੁਏਟਡ ਹੈ? ਮੱਧ ਪ੍ਰਦੇਸ਼ ਦੇ ਵਿੱਚ ਹੈ, ਉੱਤਰ ਪ੍ਰਦੇਸ਼, ਰਾਜਸਥਾਨ। ਇਹ ਦਲਵਾਰਾ ਟੈਂਪਲ ਬਹੁਤ ਪੁੱਛਿਆ ਜਾਂਦਾ ਕਿਉਂਕਿ ਯੂਨੈਸਕੋ ਹੈਰੀਟੇਜ ਦੇ ਵਿੱਚ ਵੀ ਆਉਂਦੇ ਆ। ਤਾਂ ਇਹ ਕਿੱਥੇ ਹੈ ਭਾਈ? ਰਾਜਸਥਾਨ ਦੇ ਵਿੱਚ ਹੈ। ਰਾਜਸਥਾਨ ਦੇ ਵਿੱਚ ਕਿੱਥੇ ਹੈ ਜੀ? ਮਾਊਂਟ ਆਬੂ, ਰਾਈਟ। ਸੋ ਇਹ ਯਾਦ ਰੱਖ ਸਕਦੇ ਹੋ, ਕਾਫੀ ਇੰਪੋਰਟੈਂਟ ਹੈ। ਯੂਨੈਸਕੋ ਹੈਰੀਟੇਜ ਸਾਈਟ ਦੇ ਵਿੱਚ ਵੀ ਹੈਗੇ ਆ ਦਲਵਾਰਾ ਟੈਂਪਲ, ਚਾਲੁक्य ਯਾਨੀ ਕਿ ਜੈਨ ਟੈਂਪਲਸ, ਠੀਕ ਹੈ। ਇਸ ਤੋਂ ਬਾਅਦ ਆ ਗਿਆ ਜੀ ਭਾਰਤੀ ਥੀਏਟਰ ਵਿੱਚ ਯਮਨਿਕਾ ਜਾਂ ਪਰਦਾ, ਇਹਨਾਂ ਵਿੱਚੋਂ ਕਿਸ ਦੁਆਰਾ ਪੇਸ਼ ਕੀਤਾ ਗਿਆ ਸੀ? ਕਰਟਨ ਸਿਸਟਮ, ਜਿਹਨੂੰ ਆਪਾਂ ਯਮਨਿਕਾ ਕਹਿੰਦੇ ਨੇ, ਕਰਟਨ ਸਿਸਟਮ ਯਾਨੀ ਪਰਦਾ। ਜਿਹੜਾ ਥੀਏਟਰ ਦੇ ਵਿੱਚ ਤੁਸੀਂ ਜਦੋਂ ਜਾਂਦੇ ਹੋ ਤਾਂ ਇੱਕ ਪਰਦਾ ਲੱਗਦਾ ਹੁੰਦਾ, ਪਿੱਛੇ ਜਿਹੜੀ ਰਿਹਰਸਲ ਚੱਲਦੀ ਹੁੰਦੀ ਹੈ। ਇਹ ਸਭ ਤੋਂ ਪਹਿਲਾਂ ਇੰਟਰੋਡਿਊਸ ਕਿਹਦੇ ਦੁਆਰਾ ਕੀਤਾ ਗਿਆ? ਗ੍ਰੀਕਸ ਦੁਆਰਾ ਕੀਤਾ ਗਿਆ, ਰਾਈਟ। ਸੋ ਇਹ ਯਾਦ ਰੱਖ ਸਕਦੇ ਹੋ ਬਸ ਤੁਸੀਂ ਕਿ ਸਭ ਤੋਂ ਪਹਿਲਾਂ ਜਿਹੜਾ ਪਰਦਾ ਸਿਸਟਮ ਹੈ, ਕਰਟਨ ਸਿਸਟਮ ਹੈ, ਇਹ ਗ੍ਰੀਕ ਦੁਆਰਾ ਜਿਹੜਾ ਹੈਗਾ ਇੰਟਰੋਡਿਊਸ ਕੀਤਾ ਗਿਆ। ਤੇ ਉਸ ਟਾਈਮ ਤੇ ਸੰਸਕ੍ਰਿਤ ਪਲੇ ਹੁੰਦੇ ਸੀਗੇ, ਹੈ ਨਾ, ਸੰਸਕ੍ਰਿਤ ਪਲੇ। ਤੇ ਇਹ ਪੁੱਛਿਆ ਜ਼ਰੂਰ ਜਾਂਦਾ ਹੁੰਦਾ ਵੀ ਗ੍ਰੀਕਸ ਵੇਲੇ ਜਿਹੜੇ ਸੰਸਕ੍ਰਿਤ ਪਲੇ ਸੀਗੇ ਕਿਹਦੇ ਦੁਆਰਾ ਲਿਖੇ ਹੁੰਦੇ ਸੀ? ਇਹ ਲਿਖੇ ਹੁੰਦੇ ਸੀ ਭਾਸ਼ਾ ਦੁਆਰਾ, ਭਾਸ਼ਾ ਦੁਆਰਾ। ਸੋ ਇਹ ਯਾਦ ਰੱਖ ਸਕਦੇ ਹੋ, ਠੀਕ ਹੈ, ਕਿਉਂਕਿ ਉਸ ਟਾਈਮ ਤੇ ਬਹੁਤ ਜ਼ਿਆਦਾ ਮਸ਼ਹੂਰ ਸੀ। ਸੋ ਸੰਸਕ੍ਰਿਤ ਪਲੇ ਜਿਹੜੇ ਸੀਗੇ ਭਾਸ਼ਾ ਦੁਆਰਾ ਲਿਖੇ ਜਾਂਦੇ ਸੀ। ਇੱਕ ਪਲੇ ਮੇਰੇ ਯਾਦ ਆ ਰਿਹਾ, ਹੁਣ ਮੈਨੂੰ ਚੰਗੀ ਤਰ੍ਹਾਂ ਉਹਦਾ ਨਾਮ ਜਾਂ ਨਹੀਂ ਪਤਾ, ਉਹਦਾ ਨਾਮ ਸੀਗਾ ਦਰਿਆ ਕੁਛ ਸੀਗਾ, ਦਰੇ ਦਰੂਦਰਾ ਜਾਂ ਐਵੇਂ ਕੁਛ ਸੀਗਾ, ਠੀਕ ਹੈ ਨਾ। ਤਾਂ ਕੋਈ ਚੱਕਰ ਨਹੀਂ, ਦਰਿਆ ਯਾਦ ਰੱਖ ਲਓ ਜੇ ਆ ਗਿਆ ਤਾਂ, ਕਿਹਦੇ ਦੁਆਰਾ ਪਲੇ ਲਿਖਿਆ ਗਿਆ ਐਂਸ਼ੀਅੰਟ ਇੰਡੀਆ ਦੇ ਵਿੱਚ। ਸੋ ਸੰਸਕ੍ਰਿਤ ਪਲੇ ਸੀਗਾ, ਭਾਸ਼ਾ ਦੁਆਰਾ ਲਿਖਿਆ ਗਿਆ, ਬਸ ਇੰਨਾ ਯਾਦ ਰੱਖੋਗੇ ਨਾ, ਠੀਕ ਹੈ। ਇਸ ਤੋਂ ਬਾਅਦ ਆ ਗਿਆ ਜੀ ਤ੍ਰਿਪਿਟਕਾ। ਤ੍ਰਿਪਿਟਕਾ ਆਰ ਸੈਕਰਡ ਬੁੱਕਸ ਆਫ ਹਿੰਦੂ ਹੋ ਗਿਆ, ਜੈਨਜ਼ ਹੋ ਗਿਆ, ਪਾਰਸੀ ਹੋ ਗਿਆ, ਬੁੱਧਿਸਟ ਹੋ ਗਿਆ। ਸੋ ਤ੍ਰਿਪਿਟਕਾ ਜਿਹੜੇ ਹੈਗੇ ਭਾਈ, ਇਹ ਜਿਹੜਾ ਹੈਗਾ ਇਹ ਬੁੱਧਿਸਟ ਦੇ ਨਾਲ ਰਿਲੇਟਡ ਹੈ, ਠੀਕ ਹੈ। ਸੋ ਇਹ ਆਪਾਂ ਪਹਿਲਾਂ ਵਿਨੇ ਪਿਟਾਕਾ ਹੋ ਗਿਆ, ਜਿਵੇਂ ਸੂਤ ਪਿਟਾਕਾ ਹੋ ਗਿਆ, ਹੈ ਨਾ, ਅਧਾਮ ਪਿਟਾਕਾ ਹੋ ਗਿਆ, ਇਹ ਆਪਾਂ ਪਹਿਲੇ ਪੜ੍ਹੇ ਹੀ ਹੈ ਨਾ, ਤਾਂ ਉਹ ਉਹੀ ਹੈ ਬੁੱਧਿਸਟ ਦੇ ਨਾਲ। ਅਗਲਾ ਆ ਗਿਆ ਵਿਕਰਮਸ਼ਿਲਾ ਯੂਨੀਵਰਸਿਟੀ ਵਾਜ ਫਾਊਂਡਡ ਬਾਈ ਚੰद्रगुप्त मौर्य, कनिष्का, धर्मपाल या फिर पुलिकेशन II। सो नालंदा यूनिवर्सिटी होगी, विक्रमशिला यूनिवर्सिटी होगी। सो ये सारियां इंपॉर्टेंट बन गई भाई, पोस्ट गुप्ता पीरियड के बेसिकली इन्होंने यूनिवर्सिटी में जिक्र आता है। सो इसका जोड़ा है भाई वो कौन है? धर्मपाल, ठीक है। हालांकि मैं वैसे ही दस दिना, जिमें नालंदा यूनिवर्सिटी आप जिक्र गलबात करिए तो नालंदा यूनिवर्सिटी का जोड़ा फाउंडर है भाई, वह नाम है जी कुमार गुप्ता फस्ट, याद रख सकते हो, कुमार गुप्ता फस्ट, राइट हो गया। इस तो बाद जेकर आप गलबात करिए तो इस तो बाद आता जी तुहाडा विक्रमशिला, जिहदा हैगा जी धर्मपाल, राइट। सो ये बस तुसीं याद रखना, यही दोनों इंपॉर्टेंट है। हालांकि और छोटे छोटे यूनिवर्सिटियां भी सीगियां, जिवें कि वल्लभी है जिहड़ी कि है ना, बराका द्वारा, तुसीं पढ़नी है पढ़ लो, उन्हें कोई बड़ा इंपॉर्टेंट नहीं है, ठीक है ना। जो ज़्यादा ही किसी ने बदला लेना हो थोड़े तो पेपर के भावें पा देन, पर ज़्यादातर विक्रमशिला तो नालंदा ही पूछा जाता है, राइट। हालांकि छोटे छोटियां होर भी बहुत हैगियां, सोमापुरी है, जगादुल है, बराका बरूका जी है ना, बराटा द्वारा, ये थोड़ा बहुत हैगा, ठीक है, पर तुसीं याद रख लो। अगला आ गया भाई, वेयर इज़ बृहदेश्वर टैंपल सिचुएटेड। सो बृहदेश्वर टैंपल है जोड़ा बेसिकली ये कित्थे है भाई?
ਕਾਂਚੀ ਆ, ਮਦੁਰਈ ਆ, ਸ਼੍ਰੀ ਸੈਲਨ ਆ ਜਾਂ ਫਿਰ ਤੰਜੌਰ ਹੈ। ਤਾਂ ਥਾਂਜਾਵੁਰ ਵੀ ਕਿਹਾ ਜਾਂਦਾ ਬੇਸਿਕਲੀ, ਰਾਈਟ। ਸੋ ਇਹ ਹੈਗਾ ਜੀ ਤੰਜੌਰ, ਥਾਂਜਾਵੁਰ ਵੀ ਕਿਹਾ ਜਾਂਦਾ ਬੇਸਿਕਲੀ, ਰਾਈਟ। ਸੋ ਬ੍ਰਿਹਦੇਸ਼ਵਰ ਟੈਂਪਲ ਥਾਂਜਾਵੁਰ ਕਿਹੜਾ ਕਿੱਥੇ ਹੈ? ਇਹ ਤਮਿਲਨਾਡੂ ਦੇ ਵਿੱਚ ਹੈ। ਇਹਦੇ ਬਾਰੇ ਹੋਰ ਬਹੁਤ ਸਾਰਾ ਮਸ਼ਹੂਰ ਹੈ, ਕਿਉਂਕਿ ਬ੍ਰਿਹਦੇਸ਼ਵਰ ਟੈਂਪਲ ਨੂੰ ਰਾਜਾ ਰਾਜੇਸ਼ਵਰਮ ਟੈਂਪਲ ਵੀ ਕਿਹਾ ਜਾਂਦਾ। ਕਿਉਂ? ਕਿਉਂਕਿ ਇਸ ਨੂੰ ਬਣਾਇਆ ਉਸੇ ਨੇ ਸੀ, ਰਾਜਾ ਚੋਲਾ ਕਿੰਗ ਸੀਗਾ ਇਹ, ਚੋਲਾ ਕਿੰਗ। ਸਭ ਤੋਂ ਜ਼ਿਆਦਾ ਲੰਮੇ ਟਾਈਮ ਤੇ ਰਹਿਣ ਵਾਲੀ ਜਿਹੜੀ ਲੌਂਗੈਸਟ ਡਾਇਨੈਸਟੀ ਆ, ਚੋਲਾ ਕਿੰਗ ਨੇ ਹੀ ਰਾਜ ਕੀਤਾ ਹੈ ਨਾ ਐਂਸ਼ੀਅੰਟ ਇੰਡੀਆ ਦੇ ਵਿੱਚ। ਸੋ ਬ੍ਰਿਹਦੇਸ਼ਵਰ ਟੈਂਪਲ ਰਾਜਾ ਰਾਜੇਸ਼ਵਰਮ ਤਮਿਲਨਾਡੂ ਦੇ ਵਿੱਚ ਆ ਇਹ। ਤੇ ਇਹਦੇ ਬਾਰੇ ਇੱਕ ਕੁਐਸਚਨ ਹੋਰ ਪੁੱਛਿਆ ਗਿਆ, ਬ੍ਰਿਹਦੇਸ਼ਵਰ ਟੈਂਪਲ ਆ ਜਿਹੜਾ ਬੇਸਿਕਲੀ ਇਹ ਕਿਹਨੂੰ ਡੈਡੀਕੇਟਡ ਹੈ? ਲਾਰਡ ਸ਼ਿਵਾ ਨੂੰ। ਇਹ ਬਹੁਤ ਵਾਰ ਕੁਐਸਚਨ ਪੁੱਛਿਆ ਗਿਆ, ਤਾਂ ਲਾਰਡ ਸ਼ਿਵਾ ਨੂੰ ਡੈਡੀਕੇਟਡ ਹੈ। ਉਹ ਠੀਕ ਆ ਭਾਈ, ਰਾਜਾ ਰਾਜੇਸ਼ਵਰਮ ਇਹ ਤੁਸੀਂ ਯਾਦ ਰੱਖ ਲਿਓ, ਥਾਂਜਾਵੁਰ ਓਕੇ ਹੈ, ਵੈਰੀ ਨਾਈਸ। ਇਸ ਤੋਂ ਬਾਅਦ ਆ ਗਿਆ ਜੀ, ਕਹਿੰਦਾ ਇਹਨਾਂ ਵਿੱਚੋਂ ਕੌਣ ਸੰਸਕ੍ਰਿਤ ਭਾਸ਼ਾ ਦਾ ਪਹਿਲਾ ਵਿਆਕਰਨਕਾਰ ਹੈ? ਆ ਗਿਆ ਨਾ। ਸੋ ਕੌਣ ਸੀਗਾ ਭਾਈ? ਪਾਣਿਨੀ। ਮੈਂ ਤੁਹਾਨੂੰ ਦੱਸਿਆ ਸੀਗਾ ਸੰਸਕ੍ਰਿਤ ਦਾ ਸਭ ਤੋਂ ਪਹਿਲਾਂ ਕੌਣ ਸੀਗਾ? ਪਾਣਿਨੀ ਗ੍ਰਾਮਰ, ਰਾਈਟ। ਤੁਸੀਂ ਯਾਦ ਰੱਖਣਾ ਕਿ ਕਾਫੀ ਇੰਪੋਰਟੈਂਟ ਹੈ ਪਾਣਿਨੀ ਗ੍ਰਾਮਰ। ਕਿਹੜੀ ਇਹਨੇ ਬੁੱਕ ਲਿਖੀ ਸੀ? ਇੱਕ ਅਸ਼ਟਾਧਿਆਈ, ਰਾਈਟ, ਅਸ਼ਟਾਧਿਆਈ। ਅਗਲਾ ਆ ਗਿਆ ਜੀ, ਕਵਲਿਆ ਕਿਸ ਧਰਮ ਨਾਲ ਸੰਬੰਧਿਤ ਹੈ? ਕਵਲਿਆ ਐਸੋਸੀਏਟਡ ਕਿਹਦੇ ਨਾਲ ਹੈ? ਬੁੱਧਿਜ਼ਮ ਦੇ ਨਾਲ ਹੈ, ਜੈਨਿਜ਼ਮ ਦੇ ਨਾਲ ਹੈ, ਹਿੰਦੂਇਜ਼ਮ ਦੇ ਨਾਲ ਹੈ ਜਾਂ ਸਿੱਖੀਜ਼ਮ ਦੇ ਨਾਲ ਹੈ? ਦੇਖੋ ਹਰੇਕ ਰਿਲੀਜਨ ਦੇ ਵਿੱਚ ਕੋਈ ਨਾ ਕੋਈ ਪ੍ਰੋਸੈਸ ਹੁੰਦਾ ਗਾ। ਜੈਨਿਜ਼ਮ ਦੇ ਵਿੱਚ ਪ੍ਰੋਸੈਸ ਹੈਗਾ ਵੀ ਐਂਡ ਤੇ ਜਦੋਂ ਤੁਸੀਂ ਜਾਣਾਗਾ ਪਰਮਾਤਮਾ ਕੋਲੇ, ਯਾਨੀ ਓਬਵੀਅਸ ਗੱਲ ਹੈ ਤੁਸੀਂ ਮੋਕਸ਼ ਦੀ ਪ੍ਰਾਪਤੀ ਕਰਨੀ ਆ, ਤਾਂ ਸੈਲਵੇਸ਼ਨ ਹੈ। ਸੈਲਵੇਸ਼ਨ ਦਾ ਮਤਲਬ ਭੁੱਖੇ ਰਹਿ ਕੇ ਆਪਦੇ ਆਪ ਨੂੰ, ਆਪਦਾ ਸਰੀਰ ਤਿਆਗ ਦੇਣਾ। ਤਾਂ ਉਸੇ ਸੈਲਵੇਸ਼ਨ ਪ੍ਰੋਸੈਸ ਨੂੰ ਕਿਹਾ ਜਾਂਦਾ ਇਕੱਲੇ ਰਹੋ, ਡਿਟੈਚ ਹੋ ਜਾਓ, ਸਾਰੇ ਕਾਸੇ ਤੋਂ ਛੱਡ ਦਿਓ ਸਾਰਾ ਕੁਝ, ਜਿਹਨੂੰ ਆਪਾਂ ਕਵਲਿਆ ਕਹਿੰਦੇ ਆ। ਸੋ ਕਵਲਿਆ ਜੈਨਿਜ਼ਮ ਦੇ ਨਾਲ ਰਿਲੇਟਡ ਹੈ। ਜੈਨਿਜ਼ਮ ਦਾ ਮਤਲਬ ਸਾਲਵੇਸ਼ਨ, ਮੋਕਸ਼ ਦੀ ਪ੍ਰਾਪਤੀ। ਅਗਲਾ ਆ ਗਿਆ ਜੀ, ਤਮਿਲ ਸਾਹਿਤ ਵਿੱਚ ਸ਼ਾਨਦਾਰ ਕਿਤਾਬਾਂ ਜਿਹਨੂੰ ਆਪਾਂ ਕਹਿੰਦੇ ਜੀ ਸ਼ਿਲਪਾ ਦੀਕਰਮ ਐਂਡ ਮਿਨੇਕਲਮਲਈ, ਰਾਈਟ। ਸੋ ਇਹ ਯਾਦ ਰੱਖ ਲਿਓ, ਮਿਨੇਕਮਲਾਈ ਤੇ ਜਾਂ ਫਿਰ ਸ਼ਿਲਪਾ ਦੀਕਰਮ, ਇਹ ਤਮਿਲ ਦੇ ਵਿੱਚ ਆ। ਤੇ ਬੁੱਕਸ ਦੇਖੋ, ਹੁਣ ਪਿਛਲੀ ਵਾਰ ਵੀ ਕੁਐਸਚਨ ਬੁੱਕਸ ਤੋਂ ਹੀ ਆਇਆ, ਯਾਨੀ ਕਿ ਲਿਟਰੇਚਰ ਤੋਂ ਆਇਆ। ਸੋ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ, ਰਾਈਟ। ਸੋ ਇਹ ਕਿਹਦੇ ਨਾਲ ਰਿਲੇਟਡ ਆ ਭਾਈ? ਜੈਨਿਜ਼ਮ ਨਾਲ ਰਿਲੇਟਡ ਆ, ਬੁੱਧਿਜ਼ਮ ਨਾਲ ਰਿਲੇਟਡ ਆ। ਦੇਖੋ ਹੁਣ ਕੁਐਸਚਨ ਆਗਮਸ ਵਗੈਰਾ ਜਿਹੜਾ ਆਇਆ ਉਹ ਜੈਨਿਜ਼ਮ ਨਾਲ ਰਿਲੇਟਡ ਨਾ, ਤਾਂ ਸ਼ਿਲਪਾ ਦੀਕਰਮ ਹੋ ਗਿਆ ਜਾਂ ਮੇਨ ਮਕਲਾਈ ਹੋ ਗਿਆ, ਇਹ ਹੈਗਾ ਜੀ ਬੁੱਧਿਜ਼ਮ ਨਾਲ ਰਿਲੇਟਡ, ਠੀਕ ਹੈ। ਸੋ ਇਹ ਯਾਦ ਰੱਖ ਲਿਓ ਬਸ, ਬੁੱਧਿਜ਼ਮ ਦੇ ਨਾਲ ਰਿਲੇਟਡ ਹੈ। ਓਕੇ ਭਾਈ, ਠੀਕ ਹੋ ਗਿਆ। ਚਲੋ ਅਗਲਾ ਆ ਗਿਆ। ਅਗਲਾ ਕੁਐਸਚਨ ਹੈਗਾ ਜੀ, ਕਹਿੰਦਾ ਦ ਫਸਟ ਬੁੱਧਿਸਟ ਕਾਉਂਸਲ ਵਾਜ਼ ਹੈਲਡ ਐਟ, ਯਾਨੀ ਪਹਿਲੀ ਬੁੱਧਿਸਟ ਕਾਉਂਸਲ ਕਿੱਥੇ ਹੋਈ ਹੈ? ਕਸ਼ਮੀਰ ਹੋਈ ਹੈ, ਰਾਜਗ੍ਰਿਹਾ ਹੋਈ ਹੈ, ਪਾਟਲੀਪੁੱਤਰ ਹੋਈ ਹੈ ਜਾਂ ਵਿਸ਼ਾਲੀ ਹੋਈ ਹੈ? ਤੁਹਾਨੂੰ ਮੈਂ ਚਾਰੇ ਕੌਂਸਲਾਂ ਦੱਸਤੀਆਂ। ਸੋ ਪਹਿਲੀ ਜਿਹੜੀ ਹੋਈ ਸੀਗੀ ਭਾਈ ਉਹ ਰਾਜਗ੍ਰਿਹਾ ਹੋਈ ਸੀ। ਹੁਣ ਤਾਂ ਯਾਦ ਰੱਖ ਹੀ ਲਓਗੇ ਤੁਸੀਂ, ਠੀਕ ਹੈ ਨਾ। ਰਾਜਗ੍ਰਿਹਾ ਹੋਈ ਸੀ। ਕੌਣ ਸੀਗਾ ਭਲਾ ਜਿਹੜਾ ਉਹ ਕੀ ਸੀਗਾ, ਕੀ ਕਹਿੰਦੇ ਹੁੰਦੇ ਆ, ਪੈਟਰੋਨੇਜ ਕਿਹਨੇ ਕੀਤਾ ਸੀਗਾ? ਯਾਨੀ ਰਾਜਾ ਕੌਣ ਸੀਗਾ? ਪੈਟਰੋਨੇਜ ਕਿਹਨੇ ਕੀਤਾ ਸੀਗਾ? ਕੌਣ ਸੀਗਾ? ਹਰੇਕ ਡਾਇਨੈਸਟੀ ਤੋਂ ਸੀਗਾ ਅਜਾਤ ਸ਼ਤਰੂ। ਫਿਰ ਦੂਸਰੀ ਕੌਂਸਲ ਕਾਲ ਅਸ਼ੋਕਾ ਸ਼ਿਸ਼ੂਨਾਗ ਹੋ ਗਿਆ, ਹੈ ਨਾ। ਫਿਰ ਅਸ਼ੋਕਾ ਆ ਗਿਆ, ਫਿਰ ਉਸ ਤੋਂ ਬਾਅਦ ਓਬਵੀਅਸ ਗੱਲ ਹੈ ਫੋਰਥ ਕੌਂਸਲ ਕਨਿਸ਼ਕਾ ਹੋ ਗਿਆ। ਇਹ ਤੁਸੀਂ ਯਾਦ ਰੱਖ ਲਓ, ਮੈਂ ਪਹਿਲਾਂ ਕਰਾਤਾ, ਹੁਣ ਦੁਬਾਰਾ ਕੀ ਕਰਾਉਣਾ। ਸੋ ਰਾਜਗ੍ਰਿਹਾ ਇਜ਼ ਦਾ ਰਾਈਟ ਆਨਸਰ। ਅਗਲਾ ਆ ਗਿਆ ਜੀ, ਹੂ ਵਾਜ਼ ਦਾ ਫਾਊਂਡਰ ਆਫ ਦਾ ਸਤਵਾਹਨਾ ਅੰਪਾਇਰ। ਸੋ ਸਤਵਾਹਨਾ ਅੰਪਾਇਰ ਉਹੀ ਹੈ ਜਿਨ੍ਹਾਂ ਨੇ ਬੁੱਧਿਸਟ ਤੇ ਜਿਹੜੇ ਬੁੱਧਿਸਟ ਮੌਂਕ ਸੀਗੇ ਜਾਂ ਫਿਰ ਬ੍ਰਾਹਮਣ ਸੀਗੇ ਉਹਨਾਂ ਨੂੰ ਟੈਕਸ ਫ੍ਰੀ ਕੀਤਾ ਸੀਗਾ ਉਹਨਾਂ ਦਾ ਇਲਾਕਾ, ਰਾਈਟ। ਸੋ ਸਿਮੂਕਾ ਜਿਹੜਾ ਇਹਦਾ ਫਾਊਂਡਰ ਸੀਗਾ, ਤੁਹਾਨੂੰ ਮੈਂ ਦੱਸਿਆ ਸੀ ਕਿ ਸਤਵਾਹਨਾ, ਗੌਤਮ ਪੁੱਤਰ ਸਤਿਕਰਨੀ, ਵਸ਼ਿਸ਼ਠ ਪੁੱਤਰ ਸਤਿਕਰਨੀ ਤੇ ਜਾਂ ਫਿਰ ਹਲਾ ਜਿਹੜਾ ਕਿ 17ਵਾਂ ਰੂਲਰ ਸੀਗਾ। ਇਹਨਾਂ ਦੇ ਅੰਪਾਇਰ ਤੋਂ ਫੇਮਸ ਰੂਲਰ ਹੀ ਯਾਦ ਰੱਖਣੇ, ਕਿਉਂਕਿ ਕੁਐਸਚਨ ਉਹੀ ਪੁੱਛੇ ਜਾਂਦੇ ਆ। ਸਿਮੂਕਾ ਫਾਊਂਡਰ ਹੋ ਗਿਆ ਜਿਹੜਾ ਕਿ ਪੁੱਛਿਆ ਗਿਆ, ਠੀਕ ਹੈ। ਅਗਲਾ ਕੁਐਸਚਨ ਆ ਗਿਆ ਜੀ, ਕਹਿੰਦਾ ਮਹਾਬਲੀਪੁਰਮ ਹੈ ਜਿਹੜਾ ਦੀ ਸਥਾਪਨਾ ਕਹਿੰਦਾ ਕਿਸ ਨੇ ਕੀਤੀ ਸੀਗੀ? ਪੱਲਵਾਂ ਨੇ ਕੀਤੀ ਸੀ, ਪਾਂਡਿਆਂ ਨੇ ਕੀਤੀ ਸੀ, ਚੋਲਾ ਨੇ ਕੀਤੀ ਸੀ, ਚਾਲੁਕਿਆ ਨੇ ਕੀਤੀ ਸੀ, ਰਾਈਟ। ਇੱਕ ਨਾਮ ਤੁਸੀਂ ਬਹੁਤ ਵਾਰ ਪੜ੍ਹਿਆ ਹੋਣਾਗਾ, ਨਰਸਿਮਹਾ ਵਰਮਨ, ਜਿਹਨੇ ਪੁਲਿਕੇਸ਼ਨ 2 ਨੂੰ ਵੀ ਹਰਾਇਆ ਸੀ। ਸੋ ਮਹਾਬਲੀਪੁਰਮ ਉਸੇ ਨੇ ਹੀ ਜਿਹੜਾ ਹੈਗਾ ਬਣਾਇਆ, ਜਿਹਦਾ ਨਾਮ ਆ ਜੀ ਨਰਸਿਮਹਾ ਵਰਮਨ। ਇਹ ਕਿਹੜਾ ਰੂਲਰ ਸੀਗਾ? ਇਹ ਸੀਗਾ ਜੀ ਪੱਲਵਾ, ਇਹ ਸੀਗਾ ਪੱਲਵਾ ਰੂਲਰ ਸੀ, ਰਾਈਟ। ਪੱਲਵਾ ਰੂਲਰ ਇਜ਼ ਦਾ ਰਾਈਟ ਆਨਸਰ, ਨਰਸਿਮਹਾ ਵਰਮਨ। ਯਾਦ ਰੱਖ ਸਕਦੇ ਹੋ ਨਾ ਭਾਈ, ਠੀਕ ਹੈ। ਸੋ ਮਹਾਬਲੀਪੁਰਮ ਇਸ ਨੇ ਬਣਾਇਆ ਸੀਗਾ। ਅੱਛਾ, ਮਹਾਬਲੀਪੁਰਮ ਨੂੰ ਮੱਲਮਪੁਰਮ ਵੀ ਕਿਹਾ ਜਾਂਦਾ ਹੈ। ਮੱਲਮਪੁਰਮ ਕਈ ਵਾਰੀ ਆ ਜਾਂਦਾ ਨਾ,
ਮੱਲਮਪੁਰਮ 7ਵੀਂ ਸੈਂਚਰੀ ਦੇ ਵਿੱਚ ਬੇਸਿਕਲੀ ਇਹ ਮਹਾਬਲੀਪੁਰਮ ਜਿਹੜਾ ਬਣਾਇਆ ਗਿਆ, ਰਾਈਟ। ਸੋ ਬਹੁਤ ਸੋਹਣਾ ਹੋਇਆ, ਇਹ ਟੈਂਪਲ ਵੀ ਹੈ, ਟੈਂਪਲ ਬਹੁਤ ਇਕੱਠੇ ਟੈਂਪਲ ਹੈ ਜਿਹਨੂੰ 7 ਪਗੋੜਾ ਵੀ ਕਿਹਾ ਜਾਂਦਾ। 7 ਪਗੋੜਾਸ ਤੁਸੀਂ ਸੁਣਿਆ ਹੋਊਗਾ, ਇਹ 7 ਪਗੋੜਾ ਕਈ ਵਾਰੀ ਇਹ ਵੀ ਪੁੱਛ ਲਿਆ ਜਾਂਦਾ ਤੇ 7 ਪਗੋੜਾ ਕਿੱਥੇ ਆ। ਇਹ ਹੈਗਾ ਭਾਈ ਮਹਾਬਲੀਪੁਰਮ, ਪੱਲਵਾ ਡਾਇਨੈਸਟੀ। ਸੋ ਯਾਦ ਰੱਖਣਾਗਾ, ਤਮਿਲਨਾਡੂ ਦੇ ਵਿੱਚ, ਇਹ ਵੀ ਯਾਦ ਰੱਖ ਲਿਓ, ਠੀਕ ਹੈ। ਮਹਾਬਲੀਪੁਰਮ ਜਾਂ ਮੱਲਮਪੁਰਮ ਤਮਿਲਨਾਡੂ ਦੇ ਵਿੱਚ, ਬਹੁਤ ਸੋਹਣੇ ਮੰਦਿਰ ਬਣੇ ਹੋਏ, ਠੀਕ ਹੈ। ਓਕੇ ਭਾਈ, ਚਲੋ ਅਗਲਾ। ਅੱਛਾ, ਸਿੰਗਲ ਰੌਕ ਅਡਿਕਟ ਹੈ ਨਾ, ਇਸੇ ਕਰਕੇ ਇੱਕੋ ਪੱਥਰ ਤੋਂ ਬਣੇ ਹੋਏ ਆ। ਚਲੋ ਇਸ ਤੋਂ ਬਾਅਦ ਆ ਗਿਆ ਜੀ ਗੰਧਾਰ ਸਕੂਲ ਆਫ ਆਰਟ ਕੇਮ ਇਨਟੂ ਐਗਜ਼ਿਸਟੈਂਸ ਹੈ ਨਾ। ਜਿਹੜਾ ਗੰਧਾਰ ਸਕੂਲ ਹੈ ਬੇਸਿਕਲੀ ਇਹ ਕਦੋਂ ਹੋਂਦ ਵਿੱਚ ਆਇਆ, ਯਾਨੀ ਕਿ ਕੌਣ ਸੀਗਾ ਉਸ ਟਾਈਮ ਤੇ, ਕਿਹੜਾ ਸੈਕਟਰ ਸੀ? ਹਿਨਿਆਣਾ ਸੈਕਟਰ ਸੀਗਾ, ਮਹਾਯਾਨਾ ਸੈਕਟਰ ਸੀਗਾ, ਵੈਸ਼ਨਵਾ ਸੈਕਟਰ ਸੀ ਜਾਂ ਸ਼ੈਵਾ ਸੈਕਟਰ ਸੀ? ਸੋ ਕਿਹੜਾ ਇਹਦਾ ਆਨਸਰ ਆਊਗਾ? ਅੱਛਾ, ਜਦੋਂ ਗੰਧਾਰ ਸਕੂਲ ਬਣਿਆ ਗਿਆ, ਗੰਧਾਰ ਸਕੂਲ ਆਫ ਆਰਟ ਦੇ ਵਿੱਚ ਬੁੱਧਾ ਦੀ ਟੀਚਿੰਗਸ ਬਾਰੇ ਦੱਸਿਆ ਜਾਂਦਾ ਸੀ। ਤੇ ਬੁੱਧਾ ਜਿਹੜਾ ਸੀਗਾ ਉਹ 2 ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਬੁੱਧਿਜ਼ਮ, ਰਾਈਟ। ਇੱਕ ਹਿਨਿਆਣਾ ਸੈਕਟਰ ਸੀਗਾ ਜਿਹਨੂੰ ਆਪਾਂ ਲੈਸਰ ਵਹੀਕਲ ਕਹਿੰਦੇ ਆ, ਲੈਸਰ ਵਹੀਕਲ ਕਹਿੰਦੇ ਆ, ਤੇ ਜਿਹੜਾ ਮਹਾਯਾਨਾ ਸੈਕਟਰ ਸੀਗਾ ਜਿਹਨੂੰ ਆਪਾਂ ਗ੍ਰੇਟਰ ਵਹੀਕਲ ਕਹਿੰਦੇ ਆ, ਰਾਈਟ। ਸੋ ਮਹਾਯਾਨਾ ਸੈਕਟਰ ਹੈ ਜਿਹੜਾ ਬੇਸਿਕਲੀ ਉਸ ਟਾਈਮ ਤੇ ਗੰਧਾਰ ਸਕੂਲ ਹੈ ਜਿਹੜਾ ਗੰਧਾਰ ਸਕੂਲ ਆਫ ਆਰਟ ਬਣਿਆਗਾ। ਸੋ ਇਹ ਕਾਫੀ ਇੰਪੋਰਟੈਂਟ ਹੈ, ਯਾਦ ਰੱਖ ਲਿਓ ਮਹਾਯਾਨਾ ਸੈਕਟਰ, ਠੀਕ ਹੋ ਗਿਆ। ਇਸ ਤੋਂ ਬਾਅਦ ਆ ਗਿਆ ਜੀ ਗੰਧਾਰ ਆਰਟ ਇਜ਼ ਦਾ ਕੰਬੀਨੇਸ਼ਨ ਆਫ। ਹੁਣ ਗੰਧਾਰ ਆਰਟ ਜਿਹੜਾ ਇਹ ਕੰਬੀਨੇਸ਼ਨ ਕਾਹਦਾ ਸੀਗਾ? ਇਹ ਇੰਡੋ ਗ੍ਰੀਕ ਦਾ ਕੰਬੀਨੇਸ਼ਨ ਮੰਨਿਆ ਗਿਆ, ਰਾਈਟ। ਇੰਡੋ ਗ੍ਰੀਕ ਦਾ ਕੰਬੀਨੇਸ਼ਨ, ਕਿਉਂਕਿ ਗ੍ਰੀਕ ਵੀ ਆ ਗਏ ਸੀ ਪਰਸ਼ੀਅਨ ਸਾਈਡ ਤੋਂ, ਸੋ ਉਹਨਾਂ ਦਾ ਮਿਕਸਚਰ ਕਹਿ ਲਓ, ਇੰਡੋ ਗ੍ਰੀਕ ਦਾ ਇਹ ਕੰਬੀਨੇਸ਼ਨ ਮੰਨਿਆ ਗਿਆ, ਠੀਕ ਹੋ ਗਿਆ। ਅਗਲਾ ਕੁਐਸਚਨ ਆ ਗਿਆ ਜੀ, ਕਹਿੰਦਾ ਹੇਠ ਦਿੱਤੇ ਵਿੱਚੋਂ ਸਿੰਧ ਘਾਟੀ ਦੇ ਵਿੱਚ ਖੁਦਾਈ ਕੀਤੀ ਗਈ ਬਚੀ ਹੈ, ਇਹ ਕੀ ਹੈ? ਕਿਹੜਾ ਵਪਾਰਕ ਅਤੇ ਆਰਥਿਕ ਵਿਕਾਸ ਨੂੰ ਦਰਸਾਉਂਦਾ ਹੈ? ਓਕੇ, ਯਾਨੀ ਬੇਸਿਕਲੀ ਇੰਡਸ ਵੈਲੀ ਦੇ ਵਿੱਚ ਜਿਹੜਾ ਆਪਾਂ ਨੂੰ ਰਿਮੇਨਸ ਮਿਲੇ ਆ, ਬਚੇ ਕੁਛ ਜਿਹੜੇ ਮਿਲੇ ਆ, ਉੱਥੋਂ ਆਪਾਂ ਨੂੰ ਕੀ ਇੰਡੀਕੇਸ਼ਨ ਮਿਲਦੀ ਹੈ? ਕਮਰਸ਼ੀਅਲ ਤੇ ਇਕਨੋਮਿਕ ਡਿਵੈਲਪਮੈਂਟ। ਯਾਦ ਹੋਊਗਾ ਤੁਹਾਡੇ ਕਿ ਜਦੋਂ ਮੈਂ ਦੱਸਿਆ ਸੀਗਾ ਕਿ ਮੋਹਨਜੋਦਾੜੋ ਦੇ ਵਿੱਚ ਆਪਾਂ ਨੂੰ ਸੀਲਜ਼ ਮਿਲੀਆਂ, ਕਾਹਦੀਆਂ ਸੀਲਜ਼ ਮਿਲੀਆਂ? ਮੈਸੋਪੋਟਾਮੀਅਨ ਦੀਆਂ, ਮੈਸੋਪੋਟਾਮੀਅਨ ਦੀ ਸੀਲਜ਼ ਮਿਲੀਆਂ। ਇਸੇ ਕਰਕੇ ਮੰਨਿਆ ਜਾਂਦਾ ਵੀ ਇੰਡਸ ਵੈਲੀ ਸਿਵਲਾਈਜੇਸ਼ਨ ਤੇ ਮੈਸੋਪੋਟਾਮੀਅਨ ਦੇ ਵਿੱਚ ਟ੍ਰੇਡ ਵਗੈਰਾ ਹੁੰਦਾ ਸੀ, ਸਮਾਨ ਦਾ ਲੈਣਾ ਦੇਣਾ ਹੁੰਦਾ ਸੀ, ਕਿਉਂਕਿ ਮੈਸੋਪੋਟਾਮੀਅਨ ਜਦੋਂ ਸਾਈਟਸ ਦੇ ਵਿੱਚ ਜਾਂਦੇ ਆਪਾਂ ਤਾਂ ਉੱਥੇ ਆਪਾਂ ਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਦੀਆਂ ਚੀਜ਼ਾਂ ਮਿਲਦੀਆਂ ਜਿਹੜੀ ਕਿ ਆਪਣੇ ਪਾਈਆਂ ਜਾਂਦੀਆਂ ਸੀ। ਤੇ ਮੰਨਿਆ ਜਾ ਸਕਦਾ ਵੀ ਜਿਵੇਂ ਹੁਣ ਮੰਨ ਲਓ ਜਿਹੜੀ ਇੰਡੀਆ ਦੇ ਵਿੱਚ ਚੀਜ਼ ਬਣੀ ਆ, ਜੇਕਰ ਅਮਰੀਕਾ ਦੇ ਵਿੱਚ ਮਿਲ ਰਹੀ ਆ ਤਾਂ ਮੰਨਿਆ ਜਾਊਗਾ ਵੀ ਇੰਡੀਆ ਤੇ ਅਮਰੀਕਾ ਦੇ ਵਿੱਚ ਟ੍ਰੇਡ ਹੁੰਦਾ ਸੀ। ਸੋ ਉਸੇ ਤਰੀਕੇ ਦੇ ਨਾਲ ਮੈਸੋਪੋਟਾਮੀਅਨ ਸੀਲ ਆਪਾਂ ਨੂੰ ਮੋਹਨਜੋਦਾੜੋ ਦੇ ਵਿੱਚ ਮਿਲੀ ਆ। ਸੋ ਇਹੀ ਆਪਾਂ ਨੂੰ ਦੱਸਦਾਗਾ ਸੀਲ, ਇਹੀ ਆਪਾਂ ਨੂੰ ਪੁੱਛਿਆ ਵੀ ਨਾ ਕਮਰਸ਼ੀਅਲ ਤੇ ਇਕਨੋਮਿਕ ਡਿਵੈਲਪਮੈਂਟ ਆਪਾਂ ਕਿੱਥੋਂ ਦਰਸਾ ਸਕਦੇ ਹਾਂ, ਕੀ ਇੰਡੀਕੇਸ਼ਨ ਹੈ? ਤਾਂ ਸੀਲਜ਼ ਆਪਾਂ ਨੂੰ ਮਿਲੀਆਂ ਜਿਹੜੀਆਂ ਕਿ ਕਮਰਸ਼ੀਅਲ ਟ੍ਰੇਡ ਵਗੈਰਾ ਦੇ ਵਿੱਚ ਕੰਮ ਆਉਂਦੀਆਂ ਸੀ। ਅਗਲਾ ਕੁਐਸਚਨ ਆ ਗਿਆ ਜੀ, ਕਹਿੰਦਾ ਅਜੰਤਾ ਅਲੋਰਾ ਕੇਵਸ ਆ ਜਿਹੜੀਆਂ ਕਿੱਥੇ ਸਿਚੁਏਟਡ ਆ ਭਾਈ? ਤਾਂ ਮਹਾਰਾਸ਼ਟਰ ਦੇ ਵਿੱਚ ਆ। ਮਹਾਰਾਸ਼ਟਰ ਦੇ ਵਿੱਚ ਕਿੱਥੇ ਆ? ਔਰੰਗਾਬਾਦ, ਵੈਗੋਰ ਰਿਵਰ ਹੈ, ਸੋ ਯਾਦ ਰੱਖਣਾ ਔਰੰਗਾਬਾਦ। ਬੁੱਧਿਜ਼ਮ ਦੇ ਨਾਲ ਰਿਲੇਟਡ ਪੇਂਟਿੰਗਸ ਵਗੈਰਾ ਇੱਥੇ ਆਪਾਂ ਨੂੰ ਮਿਲਦੀਆਂ ਕਿ ਹੋਰ ਬਹੁਤ ਕੁਛ ਹੈ, ਫਲੋਰਾ ਫਾਉਨਾ ਵਗੈਰਾ। ਇਸ ਤੋਂ ਬਾਅਦ ਆ ਗਿਆ ਜੀ, ਕਹਿੰਦਾ ਬੋਧੀਆਂ ਅਨੁਸਾਰ ਗੌਤਮ ਬੁੱਧ ਦਾ ਅਗਲਾ ਅਵਤਾਰ ਕਿਸ ਨੂੰ ਮੰਨਿਆ ਜਾਂਦਾ ਹੈ? ਯਾਨੀ ਆਬਵੀਅਸ ਗੱਲ ਆ, ਹੁਣ ਬਹੁਤ ਸਿੰਪਲ ਜਿਹੀ ਗੱਲ ਹੈ। ਕੁਐਸਚਨ ਕੀ ਹੈ, ਜਿਵੇਂ ਨਾ ਤੁਸੀਂ ਦੇਖਿਆ ਹੋਊਗਾ ਵੀ ਕਲਕੀ ਅਵਤਾਰ ਆਊਗਾ, ਜਿਵੇਂ ਕ੍ਰਿਸ਼ਨ ਜਿਹੜਾ ਰਾਮ ਭਗਵਾਨ ਰਾਮ ਹੈ, ਕਹਿੰਦੇ ਵੀ ਦੁਬਾਰਾ ਵੀ ਆਊਗਾ, ਵੀ ਕਲਯੁਗ ਦੇ ਵਿੱਚ ਵੀ ਆਊਗਾ ਕਲਕੀ ਅਵਤਾਰ ਦੇ ਵਿੱਚ, ਰਾਈਟ। ਉਸੇ ਤਰੀਕੇ ਦੇ ਨਾਲ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਵੇਂ ਹੁਣ ਬੁੱਧਿਸਟ ਹੈ ਜਿਹੜੇ, ਹੁਣ ਤੁਸੀਂ ਆਪ ਹੀ ਸੋਚੋ ਵੀ ਕੌਣ ਕਹਿ ਸਕਦਾ ਹੈਗਾ ਵੀ ਇਹ ਅਗਲੇ ਬੁੱਧਾ ਜਿਹੜਾ ਹੈਗਾ ਅਗਲੀ ਵਾਰੀ ਆਊਗਾ? ਜਿਹੜਾ ਬੁੱਧੇ ਨੂੰ ਭਗਵਾਨ ਮੰਨਦੇ ਆ, ਜਿਨ੍ਹਾਂ ਨੇ ਇਨਸਾਨ ਮੰਨਿਆ ਉਹ ਕੌਣ ਸੀਗੇ? ਹਿਨਿਆਣਾ ਸੈਕਟਰ ਵਾਲੇ, ਉਹ ਤਾਂ ਬੁੱਧਾ ਦੀ ਟੀਚਿੰਗ ਨੂੰ ਫੋਲੋ ਕਰ ਰਹੇ, ਪਰ ਜਿਨ੍ਹਾਂ ਨੇ ਭਗਵਾਨ ਬਣਾਇਆ ਯਾਨੀ ਮਹਾਯਾਨਾ ਵਾਲੇ, ਉਹਨਾਂ ਨੇ ਬੋਧਿਸਤਵਾ ਕਹਿੰਦੇ ਆਪਾਂ। ਬੋਧਿਸਤਵਾ ਦੇ ਵਿੱਚ ਜ਼ਿਕਰ ਆਉਂਦਾ ਹੁੰਦਾ, ਹਾਲਾਂਕਿ ਹੁਣ ਇੰਨੀ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ, ਪਰ ਬੋਧਿਸਤਵਾ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਬੁੱਧਾ ਦਾ ਜਿਹੜਾ ਫਿਊਚਰ ਆਊਗਾ, ਯਾਨੀ ਫਿਊਚਰ ਦੇ ਵਿੱਚ ਵੀ ਬੁੱਧਾ ਇੱਕ ਰੂਪ ਦੇ ਵਿੱਚ ਆਊਗਾ। ਉਸ ਰੂਪ ਨੂੰ ਕੀ ਕਿਹਾ ਗਿਆ? ਮੈਤਰੇਆ। ਇੱਕ ਅਵਤਾਰ ਫਿਊਚਰ ਦੇ ਵਿੱਚ ਵੀ ਆਊਗਾ, ਕਲਯੁਗ ਦੇ ਵਿੱਚ ਵੀ ਆਊਗਾ, ਗੌਤਮ ਬੁੱਧ ਦੁਬਾਰਾ ਵੀ ਆਊਗਾ। ਭਗਵਾਨ ਮੰਨਣ ਵਾਲੇ ਨੇ ਕਿਹਾ, ਉਹਦਾ ਨਾਮ ਕਿਹਾ ਵੀ ਮੈਤਰੇਆ ਹੋਊਗਾ, ਠੀਕ ਹੈ ਭਾਈ। ਅਗਲਾ, ਇਹਨਾਂ ਵਿੱਚੋਂ ਕੌਣ ਕਨਿਸ਼ਕਾ ਦੇ ਸਮਕਾਲੀ ਸਨ? ਦੇਖੋ ਹੁਣ ਕਨਿਸ਼ਕਾ ਦਾ ਆਪਾਂ 3-4 ਵਾਰੀ ਪੜ੍ਹ ਲਿਆ, ਆਨਸਰ ਤੁਸੀਂ ਆਰਾਮ ਨਾਲ ਲਾ ਸਕਦੇ ਹੋ। ਕੀ ਆਊਗਾ? ਨਾਗਾਰਜੁਨ, ਅਸ਼ਵਘੋਸ਼, ਵਾਸੂਮਿਤਰ, ਰਾਈਟ। ਸੋ ਇਹ ਕਨਿਸ਼ਕਾ ਦੇ ਟਾਈਮ ਤੇ ਸੀਗੇ, ਠੀਕ ਹੈ ਨਾ। ਸੋ ਇਹ ਉਹਦੀ ਕੋਟ ਪੋਇੰਟ ਦੇ ਵਿੱਚ ਹੀ ਸੀ, ਮੇਰੇ ਹਿਸਾਬ ਦੇ ਨਾਲ ਤੁਹਾਨੂੰ ਚੰਗੀ ਤਰ੍ਹਾਂ ਯਾਦ ਆ ਗਿਆ ਹੋਣਾ। ਵਿਚ ਰੂਲਰ ਬਿਲਟ ਦਾ ਅਲੋਰਾ ਟੈਂਪਲਸ। ਹੁਣ ਜਿਹੜਾ ਅਲੋਰਾ ਟੈਂਪਲ ਹੈ ਬੇਸਿਕਲੀ ਇਹ ਕਿਹਨੇ ਬਣਾਇਆ? ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ। ਰਾਸ਼ਟਰਕੂਤਾ ਦਾ ਇੱਕ ਰੂਲਰ ਸੀਗਾ, ਰਾਸ਼ਟਰਕੂਟ ਡਾਇਨੈਸਟੀ ਸੀ। ਰਾਸ਼ਟਰਕੂਤਾ ਦਾ ਇੱਕ ਰੂਲਰ ਸੀਗਾ ਕ੍ਰਿਸ਼ਨਾ, ਜਿਹਨੂੰ ਕ੍ਰਿਸ਼ਨਾ ਫਸਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕ੍ਰਿਸ਼ਨਾ ਫਸਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਰਾਈਟ। 8th ਸੈਂਚਰੀ ਦੇ ਵਿੱਚ ਬੇਸਿਕਲੀ ਜਿਹੜਾ ਹੈਗਾ ਅਲੋਰਾ ਟੈਂਪਲ ਨੂੰ ਬਣਾਇਆ ਗਿਆ ਰਾਸ਼ਟਰਕੂਟ ਦੁਆਰਾ। ਸੋ ਯਾਦ ਰੱਖ ਸਕਦੇ ਹੋ, ਕ੍ਰਿਸ਼ਨਾ ਫਸਟ ਇਹ ਜ਼ਰੂਰ ਯਾਦ ਰੱਖਣਾ, ਇਹ ਵੀ ਇੰਪੋਰਟੈਂਟ ਕੁਐਸਚਨ ਹੈ।
अगला आ गया जी, कहता आर्यभट्ट ਅਤੇ कालीदास द्वारा किस गुप्त यानी कालीदास किस गुप्त सम्राट के दरबार में सन। यानी आर्यभट्ट ते कालीदास किस गुप्ता अंपायर दे यानी कोट पोट सीगे, राइट। सो यह चंद्रगुप्त टू, गुप्ता अंपायर जिहड़ा हैगा स्टार्ट होया चंद्रगुप्त पहले तो, राइट। सो याद रखना। पर चंद्रगुप्त टू आ जिहड़ा इसनूं विक्रमादित्य कहा गया, विक्रमादित्य भी कहा जाता है। ये क्वेश्चन वैसे भी पेपरां दे विच आ जाता है। सो इहदी कोट पोट दे विच ही आपां नूं जिहड़े हैगे 9 रत्न मिलते हैं। पढ़ते ना तुसीं 9 रत्न चंद्रगुप्त टू दे या विक्रमादित्य के 9 रत्नों के विचों ही आप पढ़ते हैं और जिहड़ा हैगा कालीदास बारे। तो आर्यभट्ट भी आपां नूं इत्थे ही मिलदा है। वो समझ लग गई भाई, काफ़ी इंपोर्टेंट है। इस तो बाद आ गया जी, विच ऑफ द फॉलोइंग हड़प्पन साइट्स हैड डॉकयार्ड। इन्हां विचों किहड़ियां हड़प्पा साइट विच डॉकयार्ड सी। हड़प्पा, मोहनजोदाड़ो, लोथल ते जां फिर आलमगीर। डॉकयार्ड का मतलब जिथे जहाज शिप वगैरह खड़दे हुंदे सी, समुद्री जहाज वगैरह। तो ये आपां नूं कित्थे मिलदे आ? ओबवियस गल है लोथल, क्योंकि लोथल जिहड़ा है भुगावा रिवर के कंढे कित्थे गुजरात दे विच, राइट। सो यह काफ़ी इंपोर्टेंट है। सो आपां नूं इत्थे डॉकयार्ड मिलदे हैगे। लोथल दे विच होर बहुत कुछ है, जिवें मैं तुहानूं दस्सिया सीगा भी इत्थे हॉर्स की आपां नूं फिगर भी मिलती है, हॉर्स की आपां नूं फिगर भी मिलती है। हालांकि लोथल दे विच आपां नूं एक बहुत सोहनी चीज़ मिलती है जिन्होंने आपां कहंदे बीड मेकर, जिहड़े क्योंकि ओबवियस गल है बीड वगैरह समुद्रां दे विच मिल जांदे आ, उन्हां मोतियां नूं बनाया जांदा सी, हार बनाए जांदे सी। सो बीड मेकर जिहड़े हैगे इत्थे आपां नूं बेसिकली मिलदे है, है ना। तो जिहड़ी हॉर्स की फिगर मिलती है वो कास्ट दे विच मिलदी है आपां नूं टैराकोटा दे विच, क्ले दी, राइट, टैराकोटा दे विच आपां नूं मिलदी है। सो ये पूछा जा सकता बीड मेकर वगैरह हो गया, ये काफ़ी इंपॉर्टेंट है। बाकी शिप की पेंटिंग, क्योंकि शिप तो ओबवियस गल है समुद्री जहाज़ों की फोटो वगैरह आपां नूं मिलणगियां, पेंटेड जार वगैरह इत्थे मिले सीगे। बस वो छोटे छोटे चीज़ां, डॉकयार्ड तुसीं जरूर याद रखना। इस तो बाद आ गया जी हर्षा। बस देखो बहुत सिंपल जी गल तुहानूं दसदा, हालांकि मैं फिर वही गल भी एंड ते दस के जाऊँगा, जिहड़ी गल दसनी असल मेन मैं, राइट, एंड ते दसांगे। हर्षा मूवड हिज कैपीटल फ्रॉम डैश टू डैश। हर्षा ने अपनी राजधानी डैश तो डैश विच तब्दील की सी। थानेसर कनौज, दिल्ली, देवगिरी, कंबोज कनौज, या फिर वल्लभी, या फिर तो वल्लभी तो दिल्ली। सो थानेसर तो कनौज की सी। सो याद रख लो भी पहला इसकी कैपीटल जी सी वो थानेसर सी, राइट। उस तो बाद फिर कैपीटल होगी जी कनौज, क्योंकि नॉर्थ इंडिया वाल भी इन्होंने अपना ओबवियस गल है एरिया बढ़ाना सी। अगला आ गया जी, कहता इन्हां विचों किहड़े पल्लव राजे ने महान चालुक्यन राजा पुलिकेशिन टू नूं हराउण अते मारन तो बाद यानी अपना नाम जिहड़ा हैगा उहनूं उपाधि प्राप्त हुई सी बेसिकली वतापी कोंडा। कारण की सीगा कि वतापी एरिया नूं ही जित्तिया सी, इसे करके वतापी दा राजा जिन्हों वतापी कोंडा कहा गया। वतापी दा राजा वतापी कोंडा, वतापी कोंडा। ते नरसिम्हा वर्मन पहला सी जिन्हें पुलिकेशिन टू नूं हराया। सो याद रख ले पुलिकेशिन टू नूं हराया नरसिम्हा वर्मन। वतापी की लड़ाई सीगी, चालुक्यन किंग सीगा, राइट। सो ये काफ़ी इंपॉर्टेंट है। तो वतापी कोंडा जिन्हों आप कह दें आंसर, ठीक है, नरसिम्हा वर्मन, ठीक है। वतापी कोंडा, वतापी दे विच भी बेसिकली अपन बहुत सारे मंदिर मिलते हैं। वतापी दे विच भी अपन बहुत सारे टैंपल्स मिलते हैं। अपन पूछा जाता होंदा भी उस टाइम ते टैंपल्स का जिहड़ा स्टाइल सीगा वो किहड़ा सीगा, तो इत्थे आपां नूं द्राविड़ स्टाइल मिलते हैं। द्राविड़ स्टाइल, द्राविड़ तुसीं देखोगे साउथ दे विच है, तो इसे करके द्राविड़न स्टाइल दे विच आपां नूं टैंपल्स वगैरह मिलते हैं। अगला क्वेश्चन आ गया जी, कहता भारतीय कला का स्कूल जिसनूं ग्रीको रोमन भी कहा जाता है, बोधी कला डैश स्कूल है तो गंधार स्कूल है, राइट है ना। गंधार स्कूल, गंधार स्कूल किहदा कंबीनेशन सीगा, इंडो ग्रीक का कंबीनेशन सीगा, पर इन्फ्लुएंस किहदा सीगा, प्रभाव किहदा सीगा, इन्फ्लुएंस्ड बाय कंबीनेशन इंडो ग्रीक का सीगा, पर इन्फ्लुएंस किन्ना तो सीगा, ग्रीक रोमन तो। इन्फ्लुएंस किन्ना तो सीगा, ग्रीक रोमन तो। सो दोनों अलग अलग क्वेश्चन है, राइट। कंबीनेशन इंडो ग्रीक का, पर प्रभाव ज़्यादा किहदा सीगा, ग्रीक रोमन, क्योंकि ओबवियस गल वैस्ट कल्चरल सीगा। अगला आ गया जी, किस गणराज गौतम बुद्ध नाल संबंध रखते सन, है टू विच गणराज गौतम बुद्ध बिलोंगड। अच्छा भी किस दे नाल किस क्लैन तो रिलेटेड सीगे, शाक्या क्लैन तो, राइट। सो शाक्या क्लैन तो सीगे गौतम बुद्ध। सो ये बहुत बार पेपरों के पूछा जाता, शाक्या क्लैन, राइट हो गया। शाक्या क्लैन बहुत इंपॉर्टेंट क्वेश्चन है, समझ लगी भाई। अगला क्वेश्चन आ गया जी, विच ऑफ द फॉलोइंग इज नॉट ट्रू अबाउट अजंता केव्स, राइट। हुण मैं एक तुहानूं चीज़ दसन लग्या, मैनूं लगदा भी शायद एंड आ गया। कितना टाइम हो गया,
1.5 घंटा हो गया, 1 घंटा 40 मिनट 45 मिनट हो गए। देखो किन्नी डिटेल ਦੇ ਵਿੱਚ ਪੜਾਇਆ। ਇਸ ਤੋਂ ਪਹਿਲਾਂ ਵੀ ਤੁਸੀਂ ਮੇਰੇ 5-5 ਘੰਟੇ 6-6 ਘੰਟਿਆਂ ਦੇ ਸੈਸ਼ਨ ਬਹੁਤ ਦੇਖੇ ਹੋਣਗੇ, ਕਿਉਂਕਿ ਨਾ ਮੈਨੂੰ ਸਵਾਦ ਆਉਂਦਾ ਹੈ। ਹੁਣ ਵੀ ਮੈਂ ਥੱਕਿਆ ਤੁੱਕਿਆ ਨਹੀਂ, ਪਰ ਹਾਂ ਮੈਂ ਥੱਕਿਆ ਮੈਂ ਉਹ ਮਤਲਬ ਉਹ ਨਹੀਂ ਥੱਕਿਆ, ਮੈਂ ਪੜਾਉਂਦਾ ਨਹੀਂ ਥੱਕਦਾ, ਮੈਂ ਬਣਾਉਂਦਾ ਥੱਕਿਆ ਮੈਂ, ਹੈ ਨਾ। ਕਿਉਂਕਿ ਬਣਾਉਣਾ ਸਲਾਈਡਸ ਨੂੰ ਬਣਾਉਣਾ ਬੜਾ ਔਖਾ, ਪੜਾਉਣਾ ਤਾਂ ਜੇ ਕਿਉਂਕਿ ਓਬਵੀਅਸ ਗੱਲ ਹੈ ਡਿਲੀਵਰ ਕਰਨੀ ਚੀਜ਼ ਉਹ 'ਚ ਨਹੀਂ ਔਖਾ ਲੱਗਦਾ। ਹੁਣ ਤੁਹਾਨੂੰ ਮੈਂ ਗੱਲ ਦੱਸਦਾ ਅਸਲ 'ਚ ਹੋਇਆ ਕੀ। ਹਾਲਾਂਕਿ ਕੁਝ ਸਟੂਡੈਂਟ ਨੂੰ ਪਤਾ ਗਾ, ਕੁਝ ਨੂੰ ਕੀ ਇੱਕ ਨੂੰ ਮੈਂ ਦੱਸਿਆ ਹੋਇਆ, ਉਹਦਾ ਮੈਸੇਜ ਆਇਆ ਹੋਇਆ ਸੀਗਾ, ਮੈਂ ਉਹ ਰਿਪਲਾਈ ਕਰਨਾ ਸੀ ਤਾਂ ਮੈਂ ਦੱਸਤਾ। ਅਸਲ 'ਚ ਹੋਇਆ ਕਿ ਮੈਂ ਸਲਾਈਡਾਂ ਬਣਾਈਆਂ ਕਿਉਂਕਿ ਮੈਂ ਇੱਕ ਸਲਾਈਡ ਪਾਇਆ ਸੀ ਵੀ ਤੁਸੀਂ 2 ਕੁਐਸਚਨ ਪੁੱਛੋਗੇ ਅਸੀਂ 300 ਕਰਾਂਗੇ, ਹੈ ਨਾ। ਤਾਂ ਮੈਂ ਜਦੋਂ 300 ਵੀ ਕਰਾਉਣੇ ਸੀਗੇ ਤਾਂ ਮੈਂ 300 ਨੂੰ ਵੀ 600 ਬਣਾ ਦੇਣਾ ਸੀ। ਜਿੰਨੀ ਐਕਸਪਲੇਨੇਸ਼ਨ ਮੈਂ ਹੁਣ ਦੱਸ ਰਿਹਾ ਤੁਸੀਂ ਆਪ ਸੋਚੋ ਵੀ ਮੈਂ ਕਿੰਨੀ ਡਿਟੇਲ 'ਚ ਕਰਾ ਦੇਣਾ। ਇਸੇ ਕਰਕੇ ਤਾਂ ਫਿਰ 5-6 ਘੰਟੇ ਦੀ ਵੱਧ ਵੀ ਬਣ ਜਾਂਦਾ, ਕੋਈ ਚੱਕਰ ਵਾਲੀ ਗੱਲ ਨਹੀਂ। ਡਿਲੀਵਰ ਕਰਨ 'ਚ ਕੋਈ ਪ੍ਰੋਬਲਮ ਨਹੀਂ, ਸਲਾਈਡਾਂ ਬਣਾਉਣ 'ਚ ਬੜਾ ਜ਼ਿਆਦਾ ਭੁਚਾਲ ਪੈਂਦਾ। ਹੋਇਆ ਕਿ ਮੈਂ ਜਦੋਂ ਰਾਤ ਸਾਰੀ ਸਲਾਈਡਸ ਬਣਾ ਲਈਆਂ, ਉਹਦੇ ਵਿੱਚ ਹੋਰ ਵੀ ਕੁਐਸਚਨ ਮੈਂ ਐਡ ਕਰਨੇ ਸੀਗੇ। ਉਹ ਜਿਵੇਂ ਆਪਾਂ ਕਹਿ ਲਓ ਵੀ ਮੈਂ ਬਣਾਉਂਦੇ ਨਾ ਮੈਂ ਮੇਰੇ ਕੋਲ ਗਾਣੇ ਚੱਲਦੇ ਹੁੰਦੇ, ਕਿਉਂਕਿ ਓਬਵੀਅਸ ਗੱਲ ਆ ਇੱਕ ਮਾਈਂਡ ਆ ਵਧੀਆ ਰਹਿੰਦਾ ਗਾ। ਉਹ ਮੇਰੇ ਕੋਲ ਗਾਣੇ ਚੱਲਦੇ, ਮੈਂ ਸਟੋਰੀ ਪਾਈ WhatsApp 'ਤੇ ਸਟੋਰੀ ਪਾਤੀ ਮੈਂ। ਉਹ ਪਤਾ ਨਹੀਂ ਕੀ ਹੋਇਆ, ਮੈਨੂੰ ਐਂ ਲੱਗਿਆ ਵੀ ਚਲੋ ਮੈਂ ਸੇਵ ਸੂਬ ਸਾਰਾ ਕੁਝ ਕਰੀ ਬੈਠਾ। ਸ਼ਾਇਦ ਮੈਨੂੰ ਤਾਂ ਹੁਣ ਵੀ ਖੈਰ ਐਂ ਲੱਗਦਾ ਕਿ ਮੈਂ ਕੰਟਰੋਲ ਲੈਸ ਦੱਬਿਆ ਸੀ। ਹੁਣ ਹੋ ਸਕਦਾ ਨੀਂਦ ਵੀ ਆਈ ਜਾਂਦੀ ਸੀ ਥੋੜ੍ਹੀ ਬਹੁਤ, ਹੋ ਸਕਦਾ ਮੈਂ ਕੰਟਰੋਲ ਐਸ ਦੀ ਥਾਂ 'ਤੇ ਕੋਈ ਹੋਰ ਦੱਬਤਾ ਹੋਵੇ ਅਤੇ ਮੈਨੂੰ ਲੱਗਿਆ ਹੋਵੇ ਸੇਵ ਹੋ ਗਿਆ, ਪਰ ਉਹ ਸੇਵ ਨਹੀਂ ਹੋਇਆ। ਰਾਈਟ ਹੈ। ਉਹ ਹੁਣ ਬਸ ਐਂ ਕਹਿ ਲਓ ਵੀ ਮੇਰੇ 300 ਕੁਐਸਚਨ ਬਣਾਏ ਦੇ ਬਣਾਏ ਰਹਿ ਗਏ। ਉਹ ਮੈਂ ਸਟੋਰੀ ਪਾਈ ਇਸੇ ਕਰਕੇ ਥੋੜ੍ਹਾ ਬਹੁਤ ਜਵਾਕਾਂ ਨੂੰ ਯਕੀਨ ਹੋ ਗਿਆ ਹੋਣਾ, ਜਿਨ੍ਹਾਂ ਨੇ ਉਹ ਸਟੋਰੀ ਦੇਖੀ ਹੈ ਰਿਪਲਾਈ ਕੀਤੇ, ਉਹਨਾਂ ਨੂੰ ਲੱਗਿਆ ਵੀ ਹਾਂ ਸਰ ਰਾਤ ਨੂੰ, ਕਿਉਂਕਿ 11-12 ਵਜੇ ਸੀ ਮੇਰੇ ਹਿਸਾਬ ਦੇ ਨਾਲ। ਤਾਂ ਉਹ ਬੇਸਿਕਲੀ ਮੈਨੂੰ ਲੱਗਦਾ ਵੀ ਪਤਾ ਨਹੀਂ ਨਜ਼ਰ ਜੀ ਲੱਗ ਗਈ ਐਂ ਕਿ ਉਹਨੂੰ, ਹਾਲਾਂਕਿ ਇਹਨਾਂ ਚੀਜ਼ਾਂ ਨੂੰ ਮੈਂ ਮੰਨਦਾ ਨਹੀਂ, ਪਰ ਕਹਿਣ ਦਾ ਮਤਲਬ ਮੈਂ ਨਾ ਸੇਵ ਕਰਨੀ ਭੁੱਲ ਗਿਆ ਯਾਰ। ਅਤੇ ਮੈਨੂੰ ਅੱਜ ਜਦੋਂ ਮੈਂ ਸਵੇਰੇ ਹੁਣ ਲੈਕਚਰ ਪਾਉਣਾ ਸੀ, ਕਿਉਂਕਿ ਓਬਵੀਅਸ ਗੱਲ ਮੈਂ ਪਹਿਲਾਂ ਤਾਂ ਰਾਤ ਹੀ, ਕਿਉਂਕਿ ਮੈਨੂੰ ਲੱਗਦਾ ਸੀ ਮੈਂ ਕੁਐਸਚਨ ਹੋਰ ਐਡ ਕਰਦਾ। ਮੈਨੂੰ 300 ਤਾਂ ਚਲੋ ਠੀਕ ਹੈ, ਪਰ ਮੈਨੂੰ ਲੱਗਿਆ ਮੈਂ ਹੋਰ ਕੁਐਸਚਨ ਐਡ ਕਰਦਾ, ਹੈ ਨਾ। ਮੈਨੂੰ ਵਧੀਆ ਕੁਐਸਚਨ ਮਿਲਦੇ ਰਹਿੰਦੇ, ਕਿਉਂਕਿ ਮੈਨੂੰ ਐਂ ਹੁੰਦਾ ਵੀ ਮੈਂ ਕਿਉਂਕਿ 6-7 ਘੰਟੇ ਪੜ੍ਹਾ ਕੇ ਰਾਜੀ ਹਾਂ। ਪਰ ਬਸ ਜਦੋਂ ਮੈਂ ਸਵੇਰੇ ਦੇਖਿਆ ਬੜਾ ਦਿਮਾਗ ਖਰਾਬ ਹੋਇਆ, ਕਿਉਂਕਿ ਉਹਦੇ ਸਾਰਾ ਦਿਨ 'ਚ ਕੰਮ ਨਹੀਂ ਇੰਨਾ ਟਾਈਮ ਲੱਗਦਾ, ਕਿਉਂਕਿ ਆਫਲਾਈਨ ਦੇ ਵਿੱਚ ਪੇਪਰ ਵੀ ਪਾਉਣੇ ਹੁੰਦੇ ਆ, ਫਿਰ ਉਹ ਪੇਪਰ ਬਣਾਉਣ 'ਤੇ ਬਹੁਤ ਟਾਈਮ ਲੱਗਦਾ ਗਾ। ਰਾਈਟ। ਸੋ ਵੀ ਇੱਕ ਟੀਚਰ ਦੀ ਜ਼ਿੰਦਗੀ ਵੀ ਤੁਸੀਂ ਦੇਖੋ ਵੀ ਮੈਂ ਹਾਲਾਂਕਿ YouTube 'ਤੇ ਬਹੁਤ ਘੱਟ ਆਉਣਾ, ਅਤੇ ਮੈਨੂੰ ਵਧੀਆ ਸੀਗਾ ਵੀ ਮੈਂ ਪੇਪਰ ਦੇ ਵਿੱਚ ਹੁਣ ਪੇਪਰ ਦੇ ਨੇੜੇ ਆ ਕੇ ਮੈਂ ਕਰਵਾਵਾਂ, ਕਿਉਂਕਿ ਮੈਂ ਮੈਡੀਵਲ ਹਿਸਟਰੀ ਵੀ ਕਰਾਈ ਹੋਈ ਆ, ਮਾਡਰਨ ਹਿਸਟਰੀ ਵੀ ਕਰਵਾਈ ਹੋਈ ਆ, ਉਹਨਾਂ ਦੇ ਸੈਸ਼ਨ ਵੀ ਬਹੁਤ ਵਾਰੀ ਲਾ ਰੱਖਿਆ, ਪੋਲਿਟੀ ਦੇ ਲੈਕਚਰ ਵੀ ਲਾ ਰੱਖਿਆ, ਪੰਜਾਬ GK ਦੇ ਲੈਕਚਰ ਵੀ ਲਾ ਰੱਖਿਆ, ਕਿਉਂਕਿ ਮੈਂ ਜ਼ਿਆਦਾ ਯਕੀਨ ਉਹਨਾਂ 'ਤੇ ਨਹੀਂ ਕਰਦਾ ਵੀ ਮੈਂ ਬਹੁਤ ਸਾਰੇ ਸੈਸ਼ਨ ਲਗਾਵਾਂ। ਮੈਂ 1-2 ਸੈਸ਼ਨ ਹੀ ਲਗਾ ਦਿੰਦਾ 5-6 ਘੰਟਿਆਂ ਦੇ, ਮੇਰਾ ਉਹ ਵੀ ਬਹੁਤ ਕਵਰ ਕਰ ਦਿੰਦਾ। ਤੁਸੀਂ ਦੇਖੋਗੇ ਪੋਲਿਟੀ ਦੇ ਵੀ 4 ਲੈਕਚਰ ਹੈਗੇ ਆ, ਮਾਡਰਨ ਹਿਸਟਰੀ ਦੇ ਵੀ 3-4 ਲੈਕਚਰ ਆ, ਮੈਡੀਵਲ ਦੇ ਵੀ ਆ, ਹੈ ਨਾ। ਹੁਣ ਐਂਸ਼ੀਅੰਟ ਦੇ ਵੀ ਆ ਗਿਆ, ਪਰ ਹੁਣ ਰੱਬ ਕਹਿੰਦਾ ਵੀ ਐਂਸ਼ੀਅੰਟ ਦੇ ਵੀ ਤੈਨੂੰ 3-4 ਹੀ ਬਣਾਉਣੇ ਪੈਣਗੇ। ਹੁਣ ਮੈਂ ਕੋਸ਼ਿਸ਼ ਕਰੂੰਗਾ, ਪਰ ਜਦੋਂ ਮੈਂ ਸਵੇਰੇ ਉੱਠਿਆ ਜਾਂ ਉਦੋਂ ਬਾਅਦ ਦੇਖਿਆ ਮੈਂ, ਕਿਉਂਕਿ ਮੈਨੂੰ ਐਂ ਸੀਗਾ ਵੀ ਚਲੋ 300 ਕੁਐਸਚਨ ਹੁਣ ਮੈਂ ਪੜ੍ਹਾ ਲਾਂ, ਵੀ ਥੋੜ੍ਹੇ ਬਹੁਤ ਕੁਐਸਚਨ ਹੋਰ ਐਡ ਕਰ ਦਿੰਦਾ, ਪਰ ਦੇਖਿਆ ਯਾਰ ਕੁਛ ਵੀ ਨਹੀਂ ਸੀਗਾ, ਮਤਲਬ ਸਾਰਾ ਕੁਝ ਹੀ ਡਿਲੀਟ ਹੋ ਗਿਆ। ਉਹ ਫਿਰ ਮੈਨੂੰ ਕਾਹਲੀ ਦੁਬਾਰਾ ਬਣਾਉਣੇ ਪਏ, ਹਾਲਾਂਕਿ ਮੈਂ ਦੁਬਾਰਾ ਵੀ 100-150 ਕੁਐਸਚਨ ਬਣਾ ਲਿਆ, ਪਰ ਉਹੀ ਗੱਲ ਆ ਵੀ ਮੈਂ ਥੱਕ ਬਹੁਤ ਗਿਆ। ਮੈਂ ਪਹਿਲਾਂ ਰਾਤ ਬਹੁਤ ਲੇਟ ਪਿਆ ਸੀ, ਫਿਰ ਹੁਣ ਬਣਾਉਂਦਾ ਪੇਪਰ ਵੀ ਬਣਾਏ ਪਹਿਲਾਂ ਆਫਲਾਈਨ ਵਾਲੇ, ਆਫਲਾਈਨ ਦੇ ਵਿੱਚ ਵੀ ਬੱਚੇ ਆਉਂਦੇ ਆ, ਫਿਰ ਮੈਂ ਥੱਕ ਗਿਆ ਯਾਰ। ਅਤੇ ਹੁਣ ਤਾਂ ਮੈਂ ਪੜ੍ਹਾਉਂਦਾ ਨਹੀਂ ਥੱਕਿਆ, ਪਰ ਵੈਸੇ ਜਿਵੇਂ ਹੁੰਦਾ ਨਾ ਇੱਕ ਮਾਈਂਡ ਥੋੜ੍ਹਾ ਥੱਕ ਜਾਂਦਾ। ਮੈਨੂੰ ਐਂ ਸੀਗਾ ਵੀ ਚੱਲ ਫਿਰ ਮੈਂ ਇੰਨੇ ਕੁ ਕਰਾ ਕੇ ਮੈਂ ਦੱਸ ਦੂੰਗਾ ਯਾਰ, ਹੈ ਨਾ, ਵੀ ਚੱਲ ਇਹ ਪਾਰਟ ਪਹਿਲਾਂ ਗਾ, ਕੋਸ਼ਿਸ਼ ਕਰੂੰਗਾ ਕਿ ਮੈਂ ਜਲਦੀ ਕਰਵਾਵਾਂ। ਪਰ ਮੈਂ 4-5 ਦਿਨ ਜਿਹੜਾ ਤੁਹਾਡਾ ਪੇਪਰ ਤੋਂ ਪਹਿਲਾਂ ਮੈਂ ਬੜਾ ਐਕਟਿਵ ਰਹੂੰਗਾ, ਅਤੇ ਇਹਦੇ ਵਿੱਚ ਮੈਂ ਜਿੰਨੇ ਵੀ ਮੈਗਾ ਸੈਸ਼ਨ ਹੋ ਸਕੇ, ਜੋ ਵੀ ਕੁਝ ਹੋ ਸਕੇ ਮੈਂ ਕਰਵਾਊਂਗਾ, ਕਿਉਂਕਿ ਕਾਂਸਟੇਬਲ ਦਾ ਪੇਪਰ ਵੀ ਆ ਗਿਆ। ਰਾਈਟ। ਸੋ ਸਾਰਿਆਂ ਨੂੰ ਭਾਈ ਪ੍ਰੋਮਿਸ ਕਰ ਰੱਖੇ ਹੁੰਦੇ ਆ, ਸੋ ਉਵੇਂ ਕਰਨਾ ਪੈਂਦਾ। ਤਾਂ ਮੈਂ ਇਸ ਕਰਕੇ ਥੋੜ੍ਹੀ ਜਿਹੀ ਮਾਫੀ ਮੰਗੂੰਗਾ ਜੇਕਰ ਤੁਹਾਨੂੰ ਇਹ ਛੋਟਾ ਸੈਸ਼ਨ ਲੱਗਿਆ। ਹਾਲਾਂਕਿ ਮੈਨੂੰ ਲੱਗਦਾ ਵੀ ਆਮ ਤੌਰ 'ਤੇ ਆਸੇ-ਪਾਸੇ ਜੋ ਚੱਲਦਾ ਅੱਜ ਕੱਲ੍ਹ ਉਸ ਤੋਂ ਤਾਂ ਬਹੁਤ ਵਧੀਆ, ਹੈ ਨਾ। ਮੈਂ ਬਹੁਤ ਓਥੈਂਟਿਕ ਅਤੇ ਬਹੁਤ ਘੱਟ ਟਾਈਮ ਦੇ ਵਿੱਚ ਬਹੁਤ ਕੁਝ ਕਰਾ ਜਾਂਦਾ। ਰਾਈਟ। ਇਸ ਕਰਕੇ ਮੈਂ ਐਂਡ ਵਾਲਾ ਕੁਐਸਚਨ ਹੈ ਭਾਈ ਆਹ ਮੇਰੇ ਹਿਸਾਬ ਦੇ ਨਾਲ, ਹਾਂ ਠੀਕ ਹੈ ਨਾ। ਹਾਲਾਂਕਿ ਮੈਂ ਕੁਐਸਚਨ ਲਿਖ ਹੀ ਬੈਠਾ ਦੇਖ ਲਓ, ਪਰ ਉਹੀ ਗੱਲ ਹੈ ਕਿ ਫਿਰ ਮੈਂ ਇੰਨਾ ਲੇਟ ਹੋ ਜਾਊਂਗਾ ਕਿ ਫਿਰ ਇਹ ਅੱਜ ਵੀਡੀਓ ਪੈਣੀ ਨਹੀਂ, ਹੋ ਸਕਦਾ ਇਹ ਵੀ ਨਾ ਪਵੇ। ਹੁਣ ਵੀ ਮੈਨੂੰ ਲੱਗਦਾ ਟਾਈਮ ਬਹੁਤ ਹੋ ਗਿਆ ਹੋਣਾ। ਰਾਈਟ। ਕਿੰਨਾ ਟਾਈਮ ਹੋ ਗਿਆ? ਹਾਂ ਦੇਖ ਲਓ 9 ਤਾਂ ਵੱਜ ਹੀ ਗਏ, ਹਜੇ 9:30 10:30 ਤੱਕ ਮੈਨੂੰ ਲੱਗਦਾ ਇਹ ਵੀਡੀਓ ਪਊਗੀ, ਬਹੁਤ ਵੱਡੀ ਬਣ ਜਾਂਦੀ ਹੈ। ਰਾਈਟ। ਚਲੋ ਖੈਰ, ਤਾਂ ਮੈਂ ਐਂਡ ਵਾਲਾ ਕੁਐਸਚਨ ਕਰਵਾ ਕੇ ਸਮਾਪਤੀ ਕਰਦਾ। ਕੁਐਸਚਨ ਤਾਂ ਮੈਂ ਖੈਰ ਬਹੁਤ ਲਿਖੀ ਬੈਠਾ। ਹਾਂ। ਸੋ ਅਬਾਊਟ ਇਹਨਾਂ ਦੇ ਵਿੱਚੋਂ ਕਿਹੜੀ ਜਿਹੜੀ ਹੈਗੀ ਹੈ ਟਰੂ ਆ ਭਾਈ। ਚਲੋ ਤੁਸੀਂ ਇੱਥੋਂ ਤੱਕ ਪੜ੍ਹੇ ਹੋ ਤਾਂ ਮੈਨੂੰ ਇਸ ਦਾ ਆਨਸਰ ਵੀ ਦੱਸ ਦਿਓ, ਠੀਕ ਹੈ। ਇਹਦਾ ਆਨਸਰ ਕੀ ਹੈ? ਇਹ ਪ੍ਰੀਵੀਅਸ ਈਅਰ ਕੁਐਸਚਨ ਦਾ ਹੀ ਆਨਸਰ ਹੈ। ਜੇ ਨਹੀਂ ਵੀ ਪਤਾ ਤਾਂ ਗੂਗਲ ਕਰ ਲਿਓ, ਪਰ ਇਹਦਾ ਆਨਸਰ ਮੈਨੂੰ ਜ਼ਰੂਰ ਦੇ ਕੇ ਜਾਇਓ, ਠੀਕ ਹੈ। ਕਮੈਂਟ ਬਾਕਸ ਦੇ ਵਿੱਚ ਨਾਲੇ ਮੇਰੇ ਬਾਰੇ ਦੱਸੋ, ਜਾਂ ਲੈਕਚਰ ਬਾਰੇ, ਸੌਰੀ ਮੇਰੇ ਬਾਰੇ ਨਹੀਂ, ਲੈਕਚਰ ਬਾਰੇ ਤੁਸੀਂ ਦੱਸ ਸਕਦੇ ਹੋ, ਠੀਕ ਹੈ ਨਾ। ਸੋ ਇਹ ਚੀਜ਼ ਹੈਗੀ ਆ, ਪਰ ਮੈਂ ਕਰਵਾਊਂਗਾ ਜ਼ਰੂਰ। ਜਿੰਨੇ ਵੀ ਕੁਐਸਚਨ ਬਣੇ ਹੋਏ ਘੱਟੋ ਘੱਟ ਮੈਂ ਉਹ ਤੱਕ ਕਰਵਾ ਕੇ ਜਾਊਂਗਾ। ਉਹ ਫਲੋ ਜਾਂ ਟੁੱਟ ਗਿਆ ਯਾਰ, ਇੰਨੇ ਸੋਹਣੇ ਕੁਐਸਚਨ ਬਣਾ ਰੱਖੇ ਸੀ। ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ।
ਆਪਾਂ ਹੋਰ ਨਵੀਆਂ ਵੀਡੀਓਜ਼ ਨਾਲ ਮਿਲਦੇ ਰਹਾਂਗੇ ਇਸੇ ਤਰੀਕੇ ਦੇ ਨਾਲ। ਬਾਬਾ ਨਾਨਕ ਮਿਹਰ ਕਰੇ, ਚੜ੍ਹਦੀ ਕਲਾ ਚ ਇਸੇ ਤਰੀਕੇ ਨਾਲ ਪੜ੍ਹਦੇ ਰਹੋ। ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ।